ਸਫਰ ਟੀਵੀ ਦੇ ਨਾਲ ਜਿੰਨੇ ਵੀ ਸਾਡੇ ਦੋਸਤ ਮਿੱਤਰ ਜੁੜ ਚੁੱਕੇ ਨੇ ਜੀ, ਕਮਲਦੀਪ ਸਿੰਘ ਗਿੱਲ ਵੱਲੋਂ ਸਾਰਿਆਂ ਨੂੰ ਪਿਆਰ ਅਦਬ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਅਗੇਨ ਤੁਹਾਡਾ ਸਵਾਗਤ ਹੈ ਜੀ ਪੰਜਾਬ ਪੁਆਇੰਟ ਪ੍ਰੋਗਰਾਮ ਦੇ ਨਾਲ। ਤੁਸੀਂ ਜੁੜੇ ਹੋਏ ਹੋ ਸਫਰ ਟੀਵੀ ਦੇ ਉੱਪਰ ਹਰ ਰੋਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਟੋਰਾਂਟੋ ਈਸਟਰਨ ਟਾਈਮ ਦੇ ਉੱਪਰ ਤੁਸੀਂ ਪੰਜਾਬ ਦੀਆਂ ਖਬਰਾਂ, ਇੰਡੀਆ ਦੀਆਂ ਅਪਡੇਟਸ ਨੇ ਜਿਹੜੀਆਂ ਪੰਜਾਬ ਪੁਆਇੰਟ ਦੇ ਉੱਪਰ ਤੁਸੀਂ ਦੇਖਦੇ ਹੋ ਔਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਟੂਡੀਓ ਦੇ ਵਿੱਚ ਲਾਈਵ ਕਾਲ ਵੀ ਕਰ ਸਕਦੇ ਹੋ। 905 866 8100 ਸਟੂਡੀਓ ਦੇ ਨੰਬਰ ਨੇ ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ। ਔਰ ਵੱਖੋ ਵੱਖਰੇ ਪ੍ਰੋਗਰਾਮ ਸਫਰ ਟੀਵੀ ਦੇ ਉੱਪਰ ਚੱਲਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਗੁਰਬਾਣੀ ਦੇ ਪ੍ਰੋਗਰਾਮ ਔਰ ਅਮਰੀਕਾ ਦੀਆਂ ਔਰ ਜਿਹੜੇ ਕੈਨੇਡਾ ਦੇ ਲੋਕਲ ਮੁੱਦੇ ਨੇ ਉਹਨਾਂ ਦੇ ਉੱਤੇ ਸ਼ਾਮ ਦੇ ਜਿਹੜੇ ਲਾਈਵ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ। ਸੋ ਅੱਜ ਸ਼ਾਮ ਨੂੰ ਵੀ ਤੁਸੀਂ 8 ਵਜੇ ਤੋਂ ਲੈ ਕੇ 9 ਵਜੇ ਤੱਕ ਭੁਪਿੰਦਰ ਖਮਾਣੋ ਸ਼ੋਅ ਜਿਹੜਾ ਤੁਸੀਂ ਦੇਖਣਾ। ਸੋ ਉਹਦੇ ਵਿੱਚ ਜਿਹੜੀਆਂ ਕਿਸਾਨੀ ਨੂੰ ਲੈ ਕੇ ਗੱਲਾਂ ਬਾਤਾਂ ਨੇ ਉਹ ਵੀ ਕਰਨੀਆਂ ਨੇ। ਕੁਝ ਲੋਕਲ ਗੱਲਾਂ ਬਾਤਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਵੱਖੋ ਵੱਖਰੇ ਪ੍ਰੋਗਰਾਮ ਵੱਖੋ ਵੱਖਰੇ ਹੋਸਟਾਂ ਦੁਆਰਾ ਪੇਸ਼ ਕੀਤੇ ਜਾਂਦੇ ਨੇ। ਲੋਕਲ ਇਸ਼ੂਜ਼ ਦੇ ਉੱਪਰ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ, ਕਿਸਾਨੀ ਦੇ ਉੱਪਰ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ। ਔਰ ਨਾਲ ਦੀ ਨਾਲ ਜਿਹੜੀ ਸਟੂਡੈਂਟ ਲਾਈਫ ਆ, ਬੱਚੇ ਇੱਥੇ ਸਾਡੇ ਆਉਂਦੇ ਨੇ ਛੋਟੇ ਛੋਟੇ ਔਰ ਆ ਕੇ ਇੱਥੇ ਕਿਵੇਂ ਤਰੱਕੀਆਂ ਕਰਦੇ ਨੇ, ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਸਟਰਗਲ ਲਾਈਫ ਆ। ਸੋ ਇਹ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਪ੍ਰੋਗਰਾਮ ਜਿਹੜੇ ਤੁਹਾਡੇ ਤੱਕ ਲੈ ਕੇ ਆਉਂਦੇ ਆ। ਔਰ ਗੁਜ਼ਾਰਿਸ਼ ਇਹੀ ਆ ਕਿ ਤੁਸੀਂ ਜਿਹੜਾ ਸਫਰ ਟੀਵੀ ਦਾ ਪੇਜ ਆ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਔਰ ਸ਼ੇਅਰ ਜ਼ਰੂਰ ਕਰਿਆ ਕਰੋ। YouTube, Instagram, ਤੁਸੀਂ ਕੋਈ ਵੀ ਪਲੇਟਫਾਰਮ ਜਿਹੜਾ ਤੁਸੀਂ ਯੂਜ਼ ਕਰਦੇ ਹੋ ਸੋ ਉਸ ਦੇ ਉੱਪਰ ਜਾ ਕੇ ਤੁਸੀਂ ਸਫਰ ਟੀਵੀ ਦੇ ਨਾਲ ਜ਼ਰੂਰ ਜੁੜੋ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਲਈ ਹੋਰ ਬਹੁਤ ਕੁਝ ਲੇਟੈਸਟ ਜਿਹੜਾ ਅਸੀਂ ਲੈ ਕੇ ਹਾਜ਼ਰ ਹੋਣਾ। ਸੋ ਆਗਾਜ਼ ਕਰਦੇ ਹਾਂ ਪੰਜਾਬ ਪੁਆਇੰਟ ਦਾ। ਪੰਜਾਬ ਪੁਆਇੰਟ ਦੇ ਵਿੱਚ ਪੰਜਾਬ ਦੀਆਂ ਗੱਲਾਂ ਬਾਤਾਂ, ਕਿਸਾਨੀ ਦੀਆਂ ਗੱਲਾਂ ਬਾਤਾਂ, ਇੰਡੀਆ ਦੀਆਂ ਕੀ ਗੱਲਾਂ ਬਾਤਾਂ ਹੋ ਰਹੀਆਂ ਨੇ, ਸੋ ਸਾਰੀਆਂ ਤੁਹਾਡੇ ਨਾਲ ਡਿਸਕਸ ਕਰਦੇ ਆ ਔਰ ਐਨਾਲਾਈਜ਼ ਕਰਦੇ ਆ ਜਿਹੜੀ ਸਿਚੁਏਸ਼ਨ ਉੱਥੇ ਚੱਲ ਰਹੀ ਆ। ਸੋ ਮੇਰੇ ਨਾਲ ਹਮੇਸ਼ਾ ਜੁੜਦੇ ਨੇ ਚੰਡੀਗੜ੍ਹ ਤੋਂ ਸਾਡੇ ਸੀਨੀਅਰ ਪੱਤਰਕਾਰ ਗੌਰਵ ਵਾਲੀਆ ਜੀ। ਵਾਲੀਆ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਮਨ ਜੀ ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਪੰਜਾਬ ਪੁਆਇੰਟ ਦਾ ਆਗਾਜ਼ ਕਰ ਰਹੇ ਹਾਂ। ਵੱਡੀ ਖਬਰ ਜਿਹੜੀ ਇਸ ਵੇਲੇ ਦੀ ਹੈਗੀ, ਕੁਝ ਦੇਰ ਪਹਿਲਾਂ ਹੀ ਕਮਨ ਜੀ ਜਿਹੜੀ ਬੈਠਕ ਹੈ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਉਹ ਖਤਮ ਹੋਈ ਹੈ ਜੀ। ਤੇ ਇਹ ਬੈਠਕ ਵੀ ਪਹਿਲੇ ਵਾਂਗ ਹੀ ਬੇਸਿੱਟਾ ਰਹੀ ਹੈ। ਬਹੁਤ ਮੰਦਭਾਗੀ ਗੱਲ ਹੈ। ਕਿਤੇ ਨਾ ਕਿਤੇ ਇਹ ਉਮੀਦ ਜਤਾਈ ਜਾ ਰਹੀ ਸੀ ਇਸ ਵਾਰ ਸ਼ਾਇਦ ਕਿਤੇ ਨਾ ਕਿਤੇ ਕੋਈ ਹੱਲ ਜਾਂ ਨਿਬੇੜੇ ਦੇ ਵੱਲ ਵੱਧਦੇ ਹੋਏ ਦਿਖਣਗੇ ਦੋਨੋਂ ਪਾਸੇ ਜਿਹੜੇ ਹੈਗੇ ਆ, ਪਰ ਉਹ ਨਹੀਂ ਹੋ ਸਕਿਆ। ਤੇ ਇਹ ਬੈਠਕ ਨੇ ਬਹੁਤ ਜ਼ਿਆਦਾ ਡਿਸਅਪੁਆਇੰਟ ਕੀਤਾ ਹੈ। ਡਿਸਅਪੁਆਇੰਟ ਸ਼ਬਦ ਇਸ ਲਈ ਕਿਉਂਕਿ ਇਹ ਬੈਠਕ ਬਹੁਤ ਘੱਟ ਸਮੇਂ ਦੇ ਲਈ ਹੋਈ। ਤਕਰੀਬਨ 1.5 ਘੰਟਾ ਇਹ ਬੈਠਕ ਚੱਲੀ ਹੈ। ਪਹਿਲੀ ਲੇਟ ਸ਼ੁਰੂ ਹੋਈ, ਅੱਜ ਕਿਸਾਨਾਂ ਨੇ ਖੜਾ ਵੀ ਨਹੀਂ ਖਾਧਾ। ਤੇ ਬੋਲਣ ਨੂੰ ਤੁਸੀਂ ਦੇਖੋ, ਜਦੋਂ ਰਾਉਂਡ ਦਾ ਟੇਬਲ ਜਦੋਂ ਗੱਲਬਾਤ ਹੋ ਰਹੀ ਸੀ ਤੇ ਬੋਲਣ ਨੂੰ ਦੋਹਾਂ ਪਾਰਟੀਆਂ ਦੇ ਕੋਲ ਕੁਝ ਨਹੀਂ ਸੀਗਾ। ਜਦੋਂ ਕਿਸਾਨਾਂ ਨੇ ਸਾਫ਼ ਤੌਰ ਦੇ ਉੱਪਰ ਕਹਿਤਾ ਕਿ ਅਸੀਂ ਸਾਨੂੰ ਯੈਸ ਜਾਂ ਨੋ ਚ ਚਾਹੁੰਦੇ ਹਾਂ, ਤੁਹਾਡਾ ਜਵਾਬ ਕਿ ਤੁਸੀਂ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰਿਪੀਲ ਕਰੋਗੇ, ਰੱਦ ਕਰੋਗੇ, ਤਾਂ ਸਰਕਾਰ ਦਾ ਇਹ ਕਹਿਣਾ ਸੀਗਾ ਇਹਨਾਂ ਤੋਂ ਵੱਖ ਜਿਹੜੀ ਤੁਸੀਂ ਕੋਈ ਗੱਲ ਹੈਗੀ ਸੋਧ ਦੀ ਉਹ ਗੱਲ ਕਰੋ। ਸੋ ਸਿੱਧੇ ਤੌਰ ਦੇ ਉੱਪਰ ਰੱਦ ਹੋਣ ਵਾਲਾ ਪਾਸਾ ਬਿਲਕੁਲ ਹੀ ਛੱਡ ਦਿਓ ਤੇ ਹੁਣ ਸੋਧ ਵਾਲੇ ਪਾਸੇ ਜੋ ਤੁਸੀਂ ਕੋਈ ਨਵਾਂ ਪ੍ਰਪੋਜ਼ਲ ਲੈ ਕੇ ਆਏ ਹੋ ਤਾਂ ਗੱਲ ਕਰ ਸਕਦੇ ਆ। ਜਿਹੜੇ ਕਿ ਕਿਸਾਨ ਜਥੇਬੰਦੀਆਂ ਨੇ ਕੋਈ ਪ੍ਰਪੋਜ਼ਲ ਨਹੀਂ ਦੇਣਾ ਸੀਗਾ, ਲਿਹਾਜ਼ਾ ਗੱਲਬਾਤ ਹੋਈ ਨਹੀਂ, ਨਾ ਹੀ ਅੱਗੇ ਵਧੀ। ਦੋਹਾਂ ਪਾਸੇ ਜਿਹੜੇ ਸੀਗੇ ਚੁੱਪ ਕਰਕੇ ਬੈਠ ਗਏ। ਕਿਸੇ ਨੂੰ ਕੋਈ ਜਿਹੜਾ ਹੈ ਸ਼ਬਦ ਨਹੀਂ ਸੁੱਝਿਆ। ਨਰਿੰਦਰ ਤੋਮਰ ਉੱਠ ਕੇ ਵੀ ਚਲੇ ਗਏ, ਘੰਟੇ ਬਾਅਦ ਆਏ, ਪਰ ਤਦ ਤੱਕ ਕੋਈ ਗੱਲਬਾਤ ਨਹੀਂ ਹੋਈ। ਕਿਸਾਨ ਜਥੇਬੰਦੀਆਂ ਆਪਸ ਵਿਚਾਰਾ ਕਰਦੀਆਂ ਰਹੀਆਂ। 5 ਵਜੇ ਦੇ ਲਾਗੇ ਜਿਹੜੀ ਇਹ ਬੈਠਕ ਖਤਮ ਹੋ ਗਈ ਤੇ ਬੇਸਿੱਟਾ ਰਹੀ ਹੈ। ਵਾਕਈ ਜੀ ਬੇਸਿੱਟਾ ਰਹੀ ਔਰ ਡਿਸਅਪੁਆਇੰਟਡ ਤੁਸੀਂ ਵਰਡ ਆ ਜਿਹੜਾ ਯੂਜ਼ ਕੀਤਾ ਔਰ ਵਾਕਈ ਡਿਸਅਪੁਆਇੰਟ ਕਰਨ ਵਾਲੀ ਗੱਲ ਆ ਕਿ ਮੀਟਿੰਗ ਰੱਖਣੀ ਆ ਔਰ ਮੀਟਿੰਗ ਦੇ ਵਿੱਚ ਗੱਲ ਕਰਨ ਨੂੰ ਕੋਈ ਮੁੱਦਾ ਹੀ ਨਾ ਹੋਵੇ, ਗੱਲ ਕਰਨ ਦੇ ਲਈ ਕੋਈ ਇਹਨਾਂ ਕੋਲ ਕੁਝ ਹੋਵੇ ਹੀ ਨਾ। ਸੋ ਕੀ ਆਪਾਂ ਇਹਨਾਂ ਤੋਂ ਉਮੀਦ ਲਾਵਾਂਗੇ? ਸੋ ਕੌਣ ਕੌਣ ਇਹਦੇ 'ਚ ਸ਼ਾਮਿਲ ਹੋਇਆ ਜੀ? ਨਰਿੰਦਰ ਤੋਮਰ ਤੇ ਪੀਯੂਸ਼ ਗੋਇਲ, ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਜਿਹੜਾ ਮੰਤਰੀ ਹੈ ਜਾਂ ਅਹੁਦੇਦਾਰ ਆ ਜਿਹੜਾ ਗਵਰਨਮੈਂਟ ਵੱਲੋਂ ਉਸਨੇ ਹਿੱਸਾ ਲਿਆ ਇਸ ਦੇ ਵਿੱਚ? ਨਰਿੰਦਰ ਤੋਮਰ ਖੇਤੀਬਾੜੀ ਮੰਤਰੀ, ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਸੋਮ ਪ੍ਰਕਾਸ਼ ਜਿਹੜੇ ਨੇ ਕੇਂਦਰੀ ਰਾਜ ਮੰਤਰੀ ਜਿਹੜੇ ਹੈਗੇ ਨੇ, ਉਹ ਜਿਹੜੇ ਆ ਤਿੰਨੋਂ ਮੰਤਰੀ ਸ਼ਾਮਲ ਹੋਏ। ਇਹਨਾਂ ਦੇ ਨਾਲ ਜਿਹੜੇ ਅਧਿਕਾਰੀ ਹੁੰਦੇ ਨੇ ਉਹ ਜਿਹੜੇ ਸਾਰੇ ਸ਼ਾਮਲ ਹੋਏ। ਪਰ ਵੱਡੀ ਗੱਲ ਇਹ ਸੀਗੀ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਸੀਗਾ ਕਿ ਸਰਕਾਰ ਇਹ ਮਹਿਜ਼ ਔਪਚਾਰਿਕਤਾ ਜਿਹਨੂੰ ਕਿ ਆਪਾਂ ਫਾਰਮੈਲਿਟੀ ਕਰਦੇ ਹਾਂ, ਸਿਰਫ ਇੱਕ ਰਸਮੀ ਤੌਰ ਦੇ ਉੱਪਰ ਗੱਲਬਾਤ ਦਾ ਸੱਦਾ ਦੇ ਕੇ ਗੱਲਬਾਤ ਲਈ ਸੱਦਦੀ ਹੈ, ਪਰ ਅੰਦਰ ਜਾ ਕੇ ਗੱਲ ਉਹੀ ਹੁੰਦੀ ਹੈ। ਅੰਦਰ ਜਾ ਕੇ ਗੱਲ ਕੀ ਹੁੰਦੀ ਹੈ ਕਿ ਤੁਸੀਂ ਦੱਸੋ ਕੋਈ ਹੋਰ ਗੱਲਬਾਤ ਹੈਗੀ ਹੈ, ਕੀ ਆਪਾਂ ਸੋਧ ਕਰ ਸਕਦੇ, ਦੱਸੋ ਤੁਹਾਨੂੰ ਇੱਥੇ ਕਲੌਜ਼ ਵਾਈਜ਼ ਕੀ ਦਿੱਕਤ ਹੈਗੀ ਹੈ, ਆਪਾਂ ਕਿੱਥੇ ਸੁਧਾਰ ਕਰ ਸਕਦੇ, ਤੁਸੀਂ ਉਹ ਦੱਸੋ। ਰਿਪੀਲ ਵਾਲੇ ਪਾਸੇ ਜਦੋਂ ਹੀ ਕਿਸਾਨ ਕਹਿੰਦੇ ਕਿ ਇਸ ਨੂੰ ਰੱਦ ਕਰਨਾ ਹੈਗਾ, ਰੱਦ ਕਰਨ ਵਾਲੇ ਪਾਸੇ ਜਿਹੜਾ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਹੈ ਬਿਲਕੁਲ ਹੀ ਪਾਸਾ ਵੱਟ ਲਿਆ ਜਾਂਦਾ। ਤੇ ਅੱਜ ਵੀ ਉਹੀ ਹੋਇਆ ਤੇ ਕੋਈ ਗੱਲਬਾਤ ਨਹੀਂ ਹੋਈ। ਲਿਹਾਜ਼ਾ
ਬੜੇ ਬੁਝੇ ਹੋਏ ਮਨਾਂ ਦੇ ਨਾਲ ਦੋਹਾਂ ਪਾਸਿਆਂ ਦੇ ਵੱਲੋਂ ਜਦੋਂ ਕੋਈ ਗੱਲਬਾਤ ਨਹੀਂ ਹੋਈ ਤਾਂ ਉੱਠ ਕੇ ਆਪਣੇ ਆਪਣੇ ਘਰਾਂ ਨੂੰ ਸਾਰੇ ਨਿਕਲ ਲਏ। ਸਾਡੇ ਕਿਸਾਨ ਤਾਂ ਜਿਹੜੇ ਘਰਾਂ ਨੂੰ ਨਹੀਂ ਨਿਕਲੇ ਕਿਉਂਕਿ ਬਾਰਡਰਾਂ ਤੇ ਉਹਨਾਂ ਨੇ ਜਿਹੜੇ ਮੋਰਚੇ ਲਾਏ ਹੋਏ ਨੇ, ਪਰ 15 ਤਰੀਕ ਜਿਹੜੀ ਹੈ ਉਹ ਮਿੱਥੀ ਗਈ ਹੈ। 15 ਤਰੀਕ ਹੁਣ ਅਗਲੀ ਵਾਰ ਬੈਠਕ ਹੋਏਗੀ, ਪਰ 15 ਤਰੀਕ ਨੂੰ ਜਾਣਾ ਹੈ ਕਿ ਨਹੀਂ ਜਾਣਾ ਤੇ ਜਾ ਕੇ ਕਰਨਾ ਕੀ ਹੈ। ਜਿਵੇਂ ਅੱਜ ਬੈਠ ਕੇ ਸੀਗੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਸਾਹਮਣੇ ਤੇ ਬੋਲਣ ਨੂੰ ਸ਼ਬਦ ਕੋਈ ਨਹੀਂ ਸੀਗਾ, ਤੇ ਅਗਰ ਇਹੀ 15 ਤਰੀਕ ਨੂੰ ਵੀ ਕਰਨਾ ਤਾਂ ਫਿਰ ਤਾਂ ਮੀਟਿੰਗ ਦਾ ਕੋਈ ਫਾਇਦਾ ਨਹੀਂ ਹੈਗਾ। ਪਰ ਇਸ ਵਿਚਾਲੇ 11 ਤਰੀਕ ਨੂੰ ਸੁਪਰੀਮ ਕੋਰਟ ਦੀ ਵੀ ਜਿਹੜੀ ਹੈ ਇੱਕ ਸੁਣਵਾਈ ਹੈਗੀ ਹੈ। ਕਿਸਾਨ ਜਥੇਬੰਦੀਆਂ ਕਮਨ ਜੀ ਇਸ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੀਆਂ, ਕਹਿਣ ਦਾ ਭਾਵ ਕਿਸਾਨ ਜਥੇਬੰਦੀਆਂ ਸੁਪਰੀਮ ਕੋਰਟ ਦੇ ਵਿੱਚ ਨਹੀਂ ਗਈਆਂ ਪਾਰਟੀ ਬਣ ਕੇ, ਕੋਈ ਪਟੀਸ਼ਨ ਚੱਲ ਰਹੀ ਹੈ, ਉਸ ਦੇ ਵਿੱਚ ਜਿਹੜੀ ਹੈ ਤਰੀਕ ਹੈ ਉਹ 11 ਤਰੀਕ ਦੀ ਹੈਗੀ। ਜੀ ਬਿਲਕੁਲ। ਔਰ ਦੇਖੋ ਤੁਸੀਂ ਇੱਕ ਅਹੁਦੇਦਾਰ ਨੇ ਜਿਹੜੇ ਸਰਕਾਰਾਂ ਚਲਾ ਰਹੇ ਨੇ, ਮੰਤਰੀ ਨੇ, ਸੋ ਉਹਨਾਂ ਦੇ ਕੋਲ ਕੋਈ ਗੱਲਬਾਤ ਕਰਨ ਲਈ ਗੱਲ ਹੀ ਨਾ ਹੋਵੇ, ਸੋ ਕੀ ਆਪਾਂ ਉਮੀਦ ਲਾਵਾਂਗੇ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਇਹ ਤੈਅ ਕਰਦੇ ਆ ਜੀ ਕਿ ਆਪਾਂ ਨੇ ਇਸ ਤਰੀਕ ਨੂੰ ਮੀਟਿੰਗ ਕਰਨੀ ਆ ਜਾਂ ਇਸ ਤਰੀਕ ਨੂੰ ਜਿਹੜੀ ਬੈਠਕ ਆ ਉਹ ਕਰਨੀ ਆ, ਉਹਦੇ ਉੱਪਰ ਗੱਲਬਾਤ ਕਰਨੀ ਆ, ਸੋ ਅਗਾਊਂ ਇਹਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਕਿ ਅਸੀਂ ਕਿਸ ਟੌਪਿਕ ਦੇ ਉੱਤੇ ਗੱਲਬਾਤ ਕਰਨੀ ਆ ਜਾਂ ਸਾਡਾ ਕੀ ਹੈ, ਜਾਂ ਆਪਸ ਦੇ ਵਿੱਚ ਜਿਹੜੇ ਮੰਤਰੀ ਨੇ ਉਹਨਾਂ ਨੇ ਆਪਣੇ ਜਿਹੜੇ ਚਾਹੇ ਮੋਦੀ ਸਾਹਿਬ ਦੀ ਗੱਲ ਕਰ ਲਈਏ ਜਾਂ ਅਮਿਤ ਸ਼ਾਹ ਦੀ ਗੱਲ ਕਰ ਲਈਏ ਕਿ ਉਹਨਾਂ ਦੇ ਨਾਲ ਕੋਈ ਗੱਲ ਜਾਂ ਡਿਸਕਸ਼ਨ ਉਹ ਕਰਕੇ ਉੱਥੇ ਨਹੀਂ ਪਹੁੰਚਦੇ, ਕਿਉਂਕਿ ਫਿਰ ਮੀਟਿੰਗ ਕਰਨ ਦਾ ਫਾਇਦਾ ਕੀ ਹੈ ਜੀ। ਉਸ ਦੇਖੋ ਕੁਛ ਨਾ ਕੁਛ ਸਟੈਪਸ ਤਾਂ ਅੱਗੇ ਜਾਣ ਨਾ, ਕੋਈ ਨਾ ਕੋਈ ਚੀਜ਼ ਤਾਂ ਅੱਗੇ ਨੂੰ ਤੁਰਦੀ ਹੋ ਨਹੀਂ। ਔਰ ਇੰਨੀਆਂ ਮੀਟਿੰਗਾਂ ਹੋ ਲਈਆਂ, ਜਿੱਥੋਂ ਸ਼ੁਰੂ ਹੋਈ ਸੀ ਮੀਟਿੰਗ ਉੱਥੇ ਦੀ ਉੱਥੇ ਉਸੇ ਤਰ੍ਹਾਂ ਦੇ ਨਾਲ ਖੜੀ ਹੈ, ਫਿਰ ਇਹ ਮੀਟਿੰਗਸ ਕਰਨ ਦਾ ਫਾਇਦਾ ਕੀ ਹੈ? ਕਿਉਂ ਬਾਰ-ਬਾਰ ਕਿਸਾਨਾਂ ਨੂੰ ਜਿਹੜਾ ਹੈਗਾ ਇਹ ਬੁਲਾਉਂਦੇ ਨੇ? ਸੋ ਇਹਦਾ ਮਤਲਬ ਤਾਂ ਇਹੀ ਹੈ ਕਿ ਇਟਸ ਅ ਵੇਸਟੇਜ ਆਫ ਟਾਈਮ ਐਂਡ ਲਿੰਗਰ ਔਨ ਦੀ ਜਿਹੜੀ ਕਰਨ ਦੀ ਕੋਸ਼ਿਸ਼ ਆ ਕਿਤੇ ਨਾ ਕਿਤੇ। ਔਰ ਦੇ ਟਰਾਈ ਟੂ ਫਾਈਂਡ ਸਮਥਿੰਗ ਕਿ ਕੁਛ ਇਹੋ ਜਿਹਾ ਹੋਵੇ ਕਿ ਜਿਹਦੇ ਨਾਲ ਇਹ ਮੂਵਮੈਂਟ ਆ ਇਹ ਟੁੱਟ ਜਾਵੇ ਜਾਂ ਕਿਸੇ ਤਰੀਕੇ ਦੇ ਨਾਲ ਵੀ ਇਹਨੂੰ ਜਿਹੜਾ ਖਤਮ ਆ ਉਹ ਕੀਤਾ ਜਾ ਸਕੇ। ਸੋ ਇਹੀ ਲੱਗਦਾ ਜੀ ਫਿਰ ਇਸ ਹਿਸਾਬ ਨਾਲ ਤਾਂ ਕਿ ਕੋਈ ਲੱਗਦਾ ਨਹੀਂ ਅਜੇ ਤੱਕ ਮੰਤਵ ਜਿਹੜਾ ਸਰਕਾਰ ਦਾ ਕਿ ਜੇ ਇਹ ਮੀਟਿੰਗ ਵੀ ਬੇਸਿੱਟਾ ਰਹੀ ਹੈ। ਔਰ ਵਾਕਈ ਬੜਾ ਮਨ ਪਰੇਸ਼ਾਨ ਹੁੰਦਾ ਜਦੋਂ ਆਪਾਂ ਦੇਖਦੇ ਹਾਂ ਕਿ ਮੀਟਿੰਗ ਹੋਈ ਆ, ਹਰ ਬੰਦੇ ਨੂੰ ਕਿੰਨੀਆਂ ਲੱਖਾਂ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਉਸ ਮੀਟਿੰਗ ਦੇ ਉੱਪਰ ਹੁੰਦੀਆਂ ਨੇ ਕਿ ਸ਼ਾਇਦ ਕੋਈ ਨਾ ਕੋਈ ਜਿਹੜਾ ਪੋਜ਼ਿਟਿਵ ਰਿਜ਼ਲਟ ਆ ਉਹ ਸਾਡੇ ਸਾਹਮਣੇ ਆਊਗਾ। ਪਰ ਜਦੋਂ ਮੀਟਿੰਗ ਖਤਮ ਹੁੰਦੀ ਆ ਤਾਂ ਵਾਪਸ ਆ ਕੇ ਫੇਰ ਉਹੀ ਗੱਲ ਕਿ ਨਹੀਂ ਜੀ ਕੋਈ ਨਤੀਜਾ ਨਹੀਂ ਨਿਕਲਿਆ। ਸੋ ਕੀ ਆਪਾਂ ਹੁਣ ਇਸ ਚੀਜ਼ ਤੋਂ ਅੰਦਾਜ਼ਾ ਜਿਹੜਾ ਲਾਵਾਂਗੇ? ਦੋਸਤੋ ਤੁਹਾਨੂੰ ਕੀ ਲੱਗਦਾ? ਅਗਰ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਲਿਓ ਕਿ ਜਿਹੜੀਆਂ ਬੇਸਿੱਟਾ ਇੰਨੀਆਂ ਮੀਟਿੰਗਾਂ ਹੋਈਆਂ ਨੇ ਇਹਦਾ ਫਿਊਚਰ ਤੁਹਾਨੂੰ ਮੂਵਮੈਂਟ ਦਾ ਕੀ ਲੱਗਦਾ? ਕੀ ਇਹ ਬਿਲਕੁਲ ਹੋਰ ਸਟਰੋਂਗ ਕਰਕੇ, ਦੇਖੋ ਉਹੀ ਗਵਰਨਮੈਂਟ ਚਾਹੁੰਦੀ ਹੈ ਕਿ ਸਟਰੋਂਗ ਹੋਵੇ, ਲੋਕ ਗਰਮੀ ਦੇ ਵਿੱਚ ਆਉਣ, ਕੋਈ ਨਾ ਕੋਈ ਗਲਤ ਸਟੈਪ ਲੈਣ ਔਰ ਗਲਤ ਸਟੈਪ ਦੇ ਨਾਲ ਜਿਹੜੀ ਇਹ ਮੂਵਮੈਂਟ ਆ ਇਹਨੂੰ ਖਤਮ ਕੀਤਾ ਜਾ ਸਕੇ। ਪਰ ਫਿਰ ਇਹਦਾ ਗੱਲ ਇਹ ਆ ਵੀ ਕਿੰਨਾ ਚਿਰ, ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਕਿ ਕਿੰਨਾ ਚਿਰ ਇਹ ਚੀਜ਼ਾਂ ਚੱਲਣਗੀਆਂ। 70 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਔਰ ਹੋਰ ਕਿੰਨੀਆਂ ਜਾਨਾਂ ਸਰਕਾਰਾਂ ਨੇ ਲੈਣੀਆਂ ਨੇ। ਕਮਨ ਜੀ ਇੱਕ ਹੋਰ ਪਾਰ ਜਿਹੜਾ ਦਿਖਾਈ ਦਿੱਤਾ, ਦੇਖੋ ਬੜਾ ਵੱਡਾ ਫੈਕਟਰ ਹੈ ਜਿਹੜਾ ਕਿ ਅਸੀਂ ਸਫਰ ਟੀਵੀ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਵਾਲੇ ਹਾਂ ਜੀ। ਇਸ ਮੀਟਿੰਗ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਆ ਉੱਭਰ ਕੇ ਸਾਹਮਣੇ ਆਈ। ਜਦੋਂ ਅੱਜ ਗੱਲਬਾਤ ਹੋ ਰਹੀ ਸੀ ਕਿਸਾਨ ਜਥੇਬੰਦੀਆਂ ਦੇ ਨਾਲ ਤੇ ਸਰਕਾਰ ਨੇ ਕਿਹਾ ਕਿ ਇਹ ਜਿਹੜੇ ਅਸੀਂ 3 ਕਾਨੂੰਨ ਬਣਾਏ ਆ ਇਹ ਅਸੀਂ ਪੂਰੇ ਮੁਲਕ ਦੇ ਲਈ ਬਣਾਏ ਆ। ਇਹ ਜਿਹੜੇ ਕਿਸਾਨ ਜਥੇਬੰਦੀਆਂ ਨੇ ਇਹ ਪੂਰੇ ਮੁਲਕ ਦੀ ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਨਹੀਂ ਕਰਦੀਆਂ, ਪਹਿਲੀ ਗੱਲ ਜੀ। ਦੂਜੀ ਗੱਲ, ਸਰਕਾਰ ਦਾ ਇਹ ਮੰਨਣਾ ਹੈ ਜੋ ਅੱਜ ਉਹਨਾਂ ਨੇ ਕਿਹਾ ਕਿ ਤੁਸੀਂ ਜਿੰਨੀ ਜਥੇਬੰਦੀਆਂ ਹੋ ਤੁਹਾਨੂੰ ਲੱਗਦਾ ਕਿ ਸਪੋਜ਼ ਇਹ ਠੀਕ ਨਹੀਂ ਹੈਗਾ, ਉਹ ਤੁਹਾਡਾ ਕੰਸਰਨ ਹੈਗਾ, ਪਰ ਮੁਲਕ ਜੋ ਕਿ ਬਹੁਤ ਵੱਡਾ ਭਾਰਤ ਹੈ, ਮੁਲਕ ਦੀ ਜ਼ਿਆਦਾਤਰ ਜਿਹੜੀ ਜਥੇਬੰਦੀਆਂ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਕਾਨੂੰਨ ਬਿਲਕੁਲ ਠੀਕ ਹੈਗੇ ਹੈ ਤੇ ਅਸੀਂ ਤਾਂ ਉਹਨਾਂ ਨੂੰ ਵੀ ਦੇਖਣਾ ਹੈ। ਤੁਹਾਡੀ ਮੰਗਾ ਆਪਣੀ ਥਾਂ ਤੇ, ਅਸੀਂ ਉਹਨਾਂ ਨੂੰ ਵੀ ਦੇਖਣਾ ਹੈ। ਅਸੀਂ ਪੂਰੇ ਮੁਲਕ ਦੇ ਲਈ ਕਾਨੂੰਨ ਬਣਾਇਆ, ਤੁਹਾਡੇ ਇਕੱਲਿਆਂ ਦੇ ਲਈ ਨਹੀਂ ਬਣਾਇਆ। ਸੋ ਦੇਖੋ ਇੱਥੇ ਤੀਜੀ ਧਿਰ ਨੂੰ ਵੀ ਜਿਹੜਾ ਹੈ ਇੰਟਰੋਡਿਊਸ ਕਰ ਦਿੱਤਾ ਗਿਆ। ਕਹਿਣ ਦਾ ਭਾਵ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿ ਔਨ ਦਾ ਐਕਸਪੈਕਟੈਂਸ ਹੈ, ਸਿਰਫ ਸਫਰ ਟੀਵੀ ਦਰਸ਼ਕਾਂ ਦੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਕਿ ਕੀ ਹੋ ਸਕਦਾ ਹੈ। ਵੀ ਕੈਨ ਐਂਟੀਸਿਪੇਟ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦਿਖਾਈ ਦੇ ਸਕਦਾ ਹੈ। ਇੱਕ ਮੂਵਮੈਂਟ ਅਸੀਂ ਦੇਖ ਰਹੇ ਹਾਂ ਕਿ ਇਹ 3 ਥਾਵਾਂ ਦੇ ਉੱਪਰ ਜਿਹੜੇ ਕਿਸਾਨ ਜਥੇਬੰਦੀਆਂ ਨੇ ਇਹਨਾਂ ਨੇ ਮੋਰਚੇ ਲਾਏ ਹੋਏ ਆ। ਨੋ ਡਾਊਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪ੍ਰੋ ਗਵਰਨਮੈਂਟ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਧਰਨਾ ਦਿੱਤਾ ਜਾਵੇ, ਪ੍ਰੋਟੈਸਟ ਮਾਰਚ ਕੱਢੇ ਜਾਣ, ਇਹ ਵੀ ਐਕਸਪੈਕਟਡ ਲਾਈਨਸ ਹੈ। ਭਾਵੇਂ ਉਹ ਮੱਧ ਪ੍ਰਦੇਸ਼ 'ਚ ਦਿਖਾਈ ਦੇਵੇ ਜਾਂ ਫਿਰ ਭਾਜਪਾ ਸ਼ਾਸਿਤ ਜਿਹੜੇ ਸੂਬੇ ਆ ਹਰਿਆਣੇ ਵਿੱਚ ਜਾਂ ਕਿਸੇ ਹੋਰ ਥਾਵਾਂ ਦੇ ਉੱਪਰ, ਉੱਤਰਾਖੰਡ ਵਗੈਰਾ,
ਇਹ ਵੀ ਚੀਜ਼ ਦਿਖਾਈ ਦੇ ਸਕਦੀ ਹੈ ਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਸੁਪਰੀਮ ਕੋਰਟ ਦਾ ਰੁਖ ਕੀਤਾ ਜਾ ਸਕਦਾ ਹੈ ਤਾਂ ਕਿ ਸੁਪਰੀਮ ਕੋਰਟ ਜਾ ਕੇ ਉਹ ਇਹ ਕਹਿਣ ਕਿ ਇਹ ਕਾਨੂੰਨ ਬਿਲਕੁਲ ਠੀਕ ਹੈ, ਕਿਸਾਨਾਂ ਦੇ ਹਿੱਤ ਵਿੱਚ ਹੈਗੇ ਆ। ਤਾਂ ਫਿਰ ਸੁਪਰੀਮ ਕੋਰਟ ਕੀ ਡਿਸੀਜਨ ਦੇਗੀ ਕਿ ਇੱਕ ਪਾਸੇ ਦਾ ਹਿੱਤ ਵਾਲੇ ਆ ਗਏ, ਦੂਜੇ ਪਾਸੇ ਉਹ ਕਹਿ ਰਹੇ ਸਾਡੇ ਹਿੱਤ 'ਚ ਨਹੀਂ ਹੈ, ਫਿਰ ਵਿਚਾਲਾ ਰਸਤਾ ਕੱਢਣ ਦੇ ਲਈ ਜਿਹੜਾ ਹੈ ਸੁਪਰੀਮ ਕੋਰਟ ਮਜਬੂਰ ਹੋ ਜਾਏਗਾ। ਫਿਰ ਕੁਝ ਅਜਿਹਾ ਫੈਸਲਾ ਆਏਗਾ ਜਿਸ ਕਿਤੇ ਨਾ ਕਿਤੇ ਕਿਹਾ ਜਾਏਗਾ ਫॉर द टाइम बीइंग किसान ਜਿਹੜੇ ਆ ਵਿਸ਼ਰਾਮ ਕਰਨ, ਆਰਾਮ ਕਰਨ, ਜਗ੍ਹਾ ਖਾਲੀ ਕਰਨ, ਮੋਰਚਾ ਹਟਾ ਦੇਣ, ਸਰਕਾਰ ਡਿਸਾਈਡ ਕਰੇਗੀ, ਗੱਲਬਾਤ ਤੁਸੀਂ ਤੁਰਾਂਦੇ ਰਹੋ। ਡੈਫੀਨਿਟਲੀ ਆਉਣੀ ਜਿਹੜੀ ਸਿਚੁਏਸ਼ਨ ਆਉਣੀ ਹੈ ਨਾ ਜੀ, ਉਹ ਇਹੀ ਕ੍ਰੀਏਟ ਹੋਣੀ ਹੈ ਜਿਸ ਹਿਸਾਬ ਦੇ ਨਾਲ ਸਾਰਾ ਕੰਮ ਹੋ ਰਿਹਾ। ਸੋ ਡੈਫੀਨਿਟਲੀ ਇਹ ਸਿਚੁਏਸ਼ਨ ਆ ਜਿਹੜੀ ਕਿਤੇ ਨਾ ਕਿਤੇ ਜਾ ਕੇ ਲੱਗਦਾ ਕਿ ਕ੍ਰੀਏਟ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਔਰ ਹੋ ਵੀ ਸਕਦੀ ਆ, ਕਿਉਂਕਿ ਅਗਰ ਬਾਕੀ ਜਿਹੜੀਆਂ ਸਟੇਟਾਂ ਦੇ ਕਿਸਾਨ ਨੇ, ਅਗਰ ਸਾਰਿਆਂ ਨੂੰ ਲੱਗਦਾ ਕਿ ਵੀ ਇਹ ਕਾਨੂੰਨ ਸਾਡੇ ਹੱਕ ਦੇ ਵਿੱਚ ਨਹੀਂ ਤਾਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਅਦਰਵਾਈਜ਼ ਜੇ ਅੱਗੇ ਨਹੀਂ ਆ ਰਹੇ ਇਟ ਮੀਨਸ ਕਿ ਕੁਛ ਨਾ ਕੁਛ ਹੈ ਜ਼ਰੂਰ, ਚਾਹੇ ਉਹ ਗਵਰਨਮੈਂਟ ਦੇ ਨਾਲ ਉਹਨਾਂ ਦੀ ਸੈਟਿੰਗ ਹੋਈ ਆ, ਚਾਹੇ ਉਹਨਾਂ ਨੂੰ ਚੰਗੇ ਲੱਗਦੇ ਨੇ ਕਾਨੂੰਨ, ਮਤਲਬ ਕੁਛ ਨਾ ਕੁਛ ਗੱਲਬਾਤ ਤਾਂ ਜ਼ਰੂਰ ਹੈਗੀ ਔਰ ਵਾਕਿਆ ਹੀ ਇਸ ਚੀਜ਼ ਦੇ ਉੱਤੇ ਆ ਕੇ, ਕਿਉਂਕਿ ਇੱਕ ਇਹ ਬਹੁਤ ਵੱਡਾ ਜਿਹੜਾ ਪੁਆਇੰਟ ਆ ਜਿਹੜਾ ਤੁਸੀਂ ਡਿਸਕਸ ਕੀਤਾ ਕਿ ਜਿਹੜੇ ਕਾਨੂੰਨ ਨੇ ਉਹ ਸਿਰਫ ਪੰਜਾਬ, ਹਰਿਆਣਾ, ਯੂਪੀ ਦੇ ਕਿਸਾਨਾਂ ਦੇ ਲਈ ਜਾਂ ਰਾਜਸਥਾਨ ਦੇ ਕਿਸਾਨਾਂ ਦੇ ਲਈ ਨਹੀਂ, ਬਹੁਤ ਸਟੇਟਾਂ ਨੇ, ਸੋ ਸਾਰਿਆਂ ਦੇ ਲਈ ਕਿਤੇ ਨਾ ਜਾ ਕੇ ਬਣਾਏ ਨੇ। ਸੋ ਇਸ ਚੀਜ਼ ਦਾ ਸਹਾਰਾ ਜਿਹੜਾ ਗਵਰਨਮੈਂਟ ਆ ਉਹ ਲੈਣ ਦੀ ਕੋਸ਼ਿਸ਼ ਕਰ ਰਹੀ ਆ ਔਰ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੀ ਹੁੰਦਾ। ਪਰ ਗੱਲ ਇਹ ਆ ਕਿ ਜਿਹੜੀਆਂ ਇੰਨੀਆਂ ਮੌਤਾਂ ਹੋਈਆਂ, ਇੰਨਾ ਜਾਨੀ ਮਾਲੀ ਨੁਕਸਾਨ ਹੋਇਆ, ਕਿੰਨਾ ਦੇਖੋ ਪੈਸਾ ਵੀ ਉੱਥੇ ਕਿੰਨਾ ਖਰਚ ਹੋ ਰਿਹਾ। ਅਗਰ ਬੈਠੇ ਆ ਕਿਸਾਨ ਤੋਂ ਐਟਲੀਸਟ ਮਨੀ ਤਾਂ ਲੱਗੀ ਰਹੀ ਹੈ, ਚਾਹੇ ਉਹ ਕਿਸੇ ਪਾਸਿਓਂ ਵੀ ਆ ਰਹੀ ਹੈ, ਕਿਸੇ ਤਰੀਕੇ ਨਾਲ ਵੀ ਹੈਲਪ ਕਰ ਰਹੇ ਆ, ਚਾਹੇ ਉਹ NGOs ਹੈਲਪ ਕਰ ਰਹੀਆਂ ਨੇ, ਚਾਹੇ ਕਿਸਾਨ ਆਪ ਉੱਥੋਂ ਪੈਸਾ ਇਕੱਠਾ ਕਰ ਰਹੇ ਨੇ, ਚਾਹੇ ਹੋਰ ਪਿੰਡਾਂ ਦੇ ਲੋਕ ਇਕੱਠਾ ਕਰ ਰਹੇ ਨੇ, ਪਰ ਐਟਲੀਸਟ ਨੁਕਸਾਨ ਤਾਂ ਪੰਜਾਬ ਦਾ ਹੀ ਹੋ ਰਿਹਾ, ਚਾਹੇ ਉਹ ਜਾਨ ਦੀ ਗੱਲ ਕਰ ਲਈਏ, ਚਾਹੇ ਆਪਾਂ ਮਾਲ ਦੀ ਗੱਲ ਕਰ ਲਈਏ। ਸੋ ਕਿੰਨਾ ਕਮਜ਼ੋਰ ਜੇ ਦੇਖਿਆ ਜਾਵੇ ਪੰਜਾਬ ਨੂੰ ਕਰਨ ਦੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਔਰ ਉਸ ਚੀਜ਼ ਦੇ ਉੱਤੇ ਉਹ ਲੱਗੇ ਹੋਏ ਨੇ ਔਰ ਚੱਲ ਵੀ ਰਹੇ ਨੇ ਜੀ ਉਸ ਦੇ ਉੱਤੇ, ਕਿਉਂਕਿ ਕਮਜ਼ੋਰ ਤਾਂ ਐਟ ਦੀ ਐਂਡ ਪੰਜਾਬ ਹੀ ਹੋ ਰਿਹਾ। ਤੁਸੀਂ ਦੇਖੋ ਕਿ ਅੱਜ ਜਦੋਂ ਸਵੇਰੇ ਬੈਠਕ ਹੋਣੀ ਸੀਗੀ, ਉਸ ਬੈਠਕ ਤੋਂ ਪਹਿਲਾਂ ਕਈ ਸਾਰੇ ਘਟਨਾਕ੍ਰਮ ਅੱਜ ਹੋਏ ਹੈਗੇ, ਉਹ ਵੀ ਆਪਾਂ ਡਿਸਕਸ ਕਰਦੇ ਹਾਂ ਕਿ ਕਈ ਸਾਰੇ ਜਿਹੜੀ ਡਿਵੈਲਪਮੈਂਟਸ ਹੈ, ਜਿਹੜੇ ਇਵੈਂਟਸ ਅਨਫੋਲਡ ਹੋਏ ਕਿ ਕੀ ਹੋਇਆ ਕਿਸ ਤਰੀਕੇ ਦੇ ਨਾਲ। ਬੈਠਕ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਉਂਦਾ ਹੈ ਅਤੇ ਉਹ ਕਹਿੰਦੇ ਨੇ ਕਿ ਦੇਖੋ ਕਾਨੂੰਨ ਤਾਂ ਰੱਦ ਨਹੀਂ ਹੋਣਗੇ, ਗੱਲਬਾਤ ਅਸੀਂ ਕਰਾਂਗੇ, ਜੋ ਬੈਸਟ ਹੋਏਗਾ ਕਿਸਾਨਾਂ ਦੇ ਹਿੱਤ ਦੇ ਵਿੱਚ ਉਹ ਅਸੀਂ ਕਰਾਂਗੇ। ਦੇਖੋ ਹੁਣ ਘੱਟ ਸ਼ਬਦਾਂ ਦੇ ਵਿੱਚ ਹੀ ਇਸ ਦੇ ਵਿੱਚ ਸਾਰਾ ਤੱਤ ਜਾਂ ਸਾਰ ਆਪਾਂ ਕਹਿ ਸਕਦੇ ਹਾਂ, ਇਹ ਇੱਕ ਲਾਈਨ ਦੇ ਵਿੱਚ ਹੀ ਹਰ ਚੀਜ਼ ਆ ਗਈ ਹੈ। ਇਸ ਨੂੰ ਸਮਝਣ ਦੀ ਲੋੜ ਹੈਗੀ, ਆਪਾਂ ਕਿਸ ਤਰੀਕੇ ਨਾਲ ਸਮਝੇ ਕਿ ਕਾਨੂੰਨ ਰੱਦ ਨਹੀਂ ਹੋਣਗੇ, ਗੱਲਬਾਤ ਕਰਦੇ ਰਵਾਂਗੇ ਤੇ ਬੈਸਟ ਪੋਸੀਬਲ ਵੇ ਲੱਭਣ ਦੀ ਕੋਸ਼ਿਸ਼ ਕਰਾਂਗੇ। ਯਾਨੀ ਸੋਧ ਵਾਲੇ ਪਾਸੇ ਜਾਣਾ ਹੈ ਤੇ ਤੁਸੀਂ ਕੁਝ ਹੋਰ ਪ੍ਰਪੋਜ਼ਲ ਲਿਆਓਗੇ ਤਾਂ ਠੀਕ ਹੈ। ਇਹ ਵੀ ਕਿਹਾ ਗਿਆ ਕਿ ਕਿਸਾਨ ਅਗਰ ਕੋਈ ਅਲੱਗ ਜਿਹੜਾ ਪ੍ਰਪੋਜ਼ਲ ਹੈ ਉਹ ਲਿਆਣਗੇ, ਅਸੀਂ ਉਹਦੇ ਉੱਪਰ ਜਿਹੜਾ ਵੈਲਕਮ ਕਰਦੇ ਉਹਨਾਂ ਦਾ, ਉਸਦੇ ਉੱਪਰ ਵਿਚਾਰਾ ਕਰਾਂਗੇ। ਹੁਣ ਕਿਸਾਨ ਕਿਹੜਾ ਪ੍ਰਪੋਜ਼ਲ ਲੈ ਕੇ ਆਣਗੇ? ਕਿਸਾਨਾਂ ਨੇ ਤਾਂ ਕੋਈ ਪ੍ਰਪੋਜ਼ਲ ਰੱਖਣਾ ਹੀ ਨਹੀਂ। ਉਹਨਾਂ ਨੇ ਤਾਂ ਦੋ ਟੁਕ ਸਟ੍ਰੇਟ ਫਾਰਵਰਡ ਕਲੀਅਰ ਕੱਟ ਬੋਲਿਆ ਹੋਇਆ ਕਿ ਸਾਨੂੰ ਇਹ ਖੇਤੀ ਕਾਨੂੰਨ ਜਿਹੜੇ ਹੈਗੇ ਆ ਮਾਫਕ ਨਹੀਂ ਹੈ, ਸਾਡੇ ਹਿੱਤ ਵਿੱਚ ਨਹੀਂ ਹੈ, ਲਿਹਾਜ਼ਾ ਰੱਦ ਕੀਤਾ ਜਾਏ। ਇਸ ਤੋਂ ਵੱਖਰਾ ਕੋਈ ਪ੍ਰਪੋਜ਼ਲ ਹੀ ਹੈ ਨਹੀਂ। ਤਾਂ ਫਿਰ ਤੁਸੀਂ ਆਸ ਕਰ ਰਹੇ ਹੋ ਕਿਸਾਨਾਂ ਤੋਂ ਕਿ ਥੋੜਾ ਜਿਹਾ ਉਹ ਪਿੱਛੇ ਹਟਣ ਜਾਂ ਉਹ ਥੋੜਾ ਜਿਹਾ ਅੱਗੇ ਵਧਣ, ਕੁਝ ਨਵਾਂ ਪ੍ਰਪੋਜ਼ਲ ਕੱਢ ਕੇ ਲਿਆਣ। ਹੁਣ ਨਵਾਂ ਪ੍ਰਪੋਜ਼ਲ ਜਿਹੜਾ ਹੈ ਵਿੱਚ ਵਿਚਾਲਾ ਰਾਹ ਜਿਹੜਾ ਹੈਗਾ ਉਹ ਕਿੱਥੋਂ ਆ ਜਾਏਗਾ? ਇੱਕ ਵੱਡਾ ਇਵੈਂਟ ਹੋਰ ਜਿਹੜਾ ਕਮਨ ਜੀ ਆਪਾਂ ਦਰਸ਼ਕਾਂ ਨਾਲ ਸਾਂਝਾ ਕਰ ਦਈਏ, ਫਿਰ ਉਸ ਤੋਂ ਬਾਅਦ ਆਪਾਂ ਚਰਚਾ ਸ਼ੁਰੂ ਕਰਦੇ ਹਾਂ ਜੀ। ਜਗਰਾਉਂ ਦੇ ਨੇੜੇ, ਮੋਗੇ ਦੇ ਨੇੜੇ ਗੁਰਦੁਆਰਾ ਨਾਨਕਸਰ ਕਲੇਰਾਂ ਹੈ, ਆਪਾਂ ਸਭ ਜਾਣਦੇ ਹਾਂ। ਬਿਲਕੁਲ। ਨਾਨਕਸਰ ਕਲੇਰਾਂ ਦੇ ਜਿਹੜੇ ਮੁਖੀ ਨੇ ਬਾਬਾ ਲੱਖਾ ਸਿੰਘ ਜੀ, ਉਹ ਇੱਕਦਮ ਹੀ ਜਿਹੜੇ ਪ੍ਰਗਟ ਹੋ ਗਏ, ਪਤਾ ਨਹੀਂ ਕਿੱਥੋਂ ਆਏ, ਡਾਇਰੈਕਟ ਜਾ ਕੇ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਦੇ ਕੋਲ ਬੈਠ ਗਏ। ਕਾਫੀ ਚਿਰ ਜਿਹੜਾ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਬਾਹਰ ਆ ਕੇ ਜਿਹੜਾ ਹੈ ਬਿਆਨ ਦਿੱਤਾ ਕਿ ਮੇਰੇ ਕੋਲੋਂ ਕਿਸਾਨਾਂ ਦਾ ਜਿਹੜਾ ਦੁੱਖ ਜਿਹੜਾ ਕਿ ਬਹੁਤ ਜ਼ਿਆਦਾ ਅਸਹਿ ਹੈ ਦੇਖਿਆ ਨਹੀਂ ਗਿਆ। ਬੱਚੇ, ਮਾਵਾਂ, ਭੈਣਾਂ ਸੜਕਾਂ ਤੇ ਰੋਲ ਰਹੇ ਨੇ, ਮੌਤਾਂ ਹੋ ਰਹੀਆਂ, ਲਿਹਾਜ਼ਾ ਮੈਂ ਸੋਚਿਆ ਕਿ ਕਿਸ ਤਰੀਕੇ ਨਾਲ ਮਦਦ ਕਰ ਸਕਦਾ ਤੇ ਸਿੱਧਾ ਮੈਂ ਖੇਤੀਬਾੜੀ ਮੰਤਰੀ ਨੂੰ ਅਪਰੋਚ ਕੀਤੀ, ਉਹਨਾਂ ਨਾਲ ਗੱਲਬਾਤ ਕੀਤੀ ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਕਿ ਮੈਂ ਮੀਡੀਏਟਰ ਦਾ ਜਿਹੜਾ ਹੈ ਕੰਮ ਕਰ ਸਕਦਾ ਹਾਂ ਕਿ ਦੋਹਾਂ ਪਾਸੇ ਜਿਹੜੇ ਹੈਗੇ ਆਪਸ 'ਚ ਮਿਲ ਕੇ ਜਿਹੜਾ ਹੈ ਕਿਤੇ ਨਾ ਕਿਤੇ ਹੱਲ ਵੱਲ ਵਧਣ। ਹੁਣ ਸਵਾਲ ਇਹ ਖੜਾ ਹੁੰਦਾ, ਬਾਬਾ ਜੀ ਨੂੰ ਕਿਹਾ ਕਿੰਨੇ ਸੀਗਾ ਪਹਿਲਾ, ਤੇ ਦੂਜਾ ਸਵਾਲ ਜੇ ਗੱਲਬਾਤ ਸਰਕਾਰ ਦਾ ਡਾਇਰੈਕਟ ਹੀ ਕਰ ਰਹੀ ਹੈ ਤਾਂ ਵਿਚੋਲਗੀ ਦਾ ਸਵਾਲ ਕਿੱਥੋਂ ਖੜਾ ਹੋ ਗਿਆ?
ਬਿਲਕੁਲ ਸਹੀ ਹੈ ਜੀ। ਇਹ ਵੀਡੀਓ ਪਿਕਚਰਸ ਨੇ ਜਿਹੜੀਆਂ ਉਹ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋਈਆਂ, ਬੜੀਆਂ ਆਈਆਂ। ਔਰ ਬਾਕੀ ਤੁਸੀਂ ਕਿਹਾ ਕਿ ਕਦੇ ਪਤਾ ਵੀ ਨਹੀਂ, ਅੱਜ ਤੱਕ ਸੁਣਿਆ ਵੀ ਨਹੀਂ ਨਾਮ, ਔਰ ਅੱਜ ਵਿਚੋਲਗਿਰੀ ਕਿੱਥੋਂ ਆ ਕੇ ਬੈਠ ਗਈ। ਜਦੋਂ ਨਾਲੇ ਵਿਚੋਲਿਆਂ ਦੀ ਲੋੜ ਕੀ ਆ, ਜਦੋਂ ਤੁਹਾਡੀ ਡਾਇਰੈਕਟਲੀ ਜਿਹੜੀ ਆ ਮੀਟਿੰਗ ਆ ਉਹ ਹੋ ਰਹੀ ਆ। ਇੰਨੀਆਂ ਮੀਟਿੰਗਾਂ ਤੁਹਾਡੀਆਂ ਹੋ ਗਈਆਂ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਜਿਨ੍ਹਾਂ ਨੇ ਫੈਸਲਾ ਲੈਣਾ, ਸੋ ਵਿਚੋਲਗਿਰੀ ਦੀ ਜ਼ਰੂਰਤ ਕੀ ਪੈ ਗਈ ਆ। ਔਰ ਪ੍ਰਗਟ, ਜਿਵੇਂ ਤੁਸੀਂ ਆ ਵਰਡ ਯੂਜ਼ ਕੀਤਾ ਕਿ ਕਿੱਥੋਂ ਆਗੇ ਵਿੱਚ ਜਿਹੜੇ ਬਾਬਾ ਲੱਖਾ ਸਿੰਘ ਹੈ, ਸਮਝ ਤੋਂ ਬਾਹਰ ਆ ਜੀ ਕਿਸ ਤਰੀਕੇ ਦੇ ਨਾਲ ਇਹ ਅੰਦਰ ਖਾਤੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਚੱਲ ਰਹੀਆਂ ਨੇ। ਕਿਵੇਂ ਇਸ ਤਰੀਕੇ ਜਿਹੜਾ ਹੈ ਮੂਵਮੈਂਟ ਆ ਉਹਨੂੰ ਮੈਨੀਪੂਲੇਟ ਕੀਤਾ ਜਾ ਰਿਹਾ, ਕਿਹਨਾਂ ਲੋਕਾਂ ਦੀ ਕਠਪੁਤਲੀ ਹੱਥਾਂ ਦੀ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਸੋ ਦੇਖੋ ਹੁਣ ਇਹਦੇ ਚ ਆਪਾਂ ਇਹੀ ਕਹਿ ਸਕਦੇ ਆ, ਇੱਕ ਧਾਰਮਿਕ ਜਿਹੜਾ ਆਗੂ ਆ ਜਾਂ ਧਾਰਮਿਕ ਜਿਹੜੇ ਸੰਤ ਆ ਆਪਾਂ ਲੱਗੇ ਹੋਏ ਆ, ਉਹਨਾਂ ਨੂੰ ਇਹ ਗੱਲਾਂ ਦੇ ਨਾਲ ਕੀ ਲੈਣਾ ਦੇਣਾ। ਪਹਿਲੀ ਗੱਲ ਤਾਂ ਕੋਈ ਮਤਲਬ ਨਹੀਂ ਬਣਦਾ ਹੈਗਾ ਕਿ ਉਹਨਾਂ ਨੂੰ ਵਿੱਚ ਲਿਆ ਕੇ ਵਾੜ ਕੇ ਤੇ ਵਿਚੋਲਗਿਰੀ ਵਾਲੀਆਂ ਗੱਲਾਂ, ਔਰ ਉਹ ਕਿਸ ਤਰੀਕੇ ਦੇ ਨਾਲ ਨਾਲੇ ਵਿਚੋਲਗਿਰੀ ਵਾਲੀ ਗੱਲ ਹੀ ਕੋਈ ਨਹੀਂ ਹੈਗੀ ਕਿ ਅਗਰ ਉਹ ਕਹਿੰਦੇ ਨੇ ਕਿ ਜੇ ਉਹਨਾਂ ਨੇ ਅਮੈਂਡਮੈਂਟ ਕਰਵਾਉਣੀ ਹੁੰਦੀ ਤਾਂ ਹੁਣ ਉਹ ਅਮੈਂਡਮੈਂਟਾਂ ਹੋ ਕੇ ਇਹ ਕੰਮ ਡਨ ਹੋਇਆ ਹੋਣਾ ਸੀਗਾ। ਪਰ ਮੇਨ ਤਾਂ ਜਿਹੜੀ ਗੱਲ ਅੜੀ ਹੋਈ ਆ ਉਹ ਇਸ ਗੱਲ ਦੇ ਉੱਤੇ ਆ ਕਿ ਕਾਨੂੰਨ ਰੱਦ ਕਰਾਉਣੇ ਨੇ, ਪਰ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ। ਔਰ ਜਿਉਂ ਦਾ ਤਿਉਂ ਜਿਹੜਾ ਘੜਿਆ ਘੜਾਇਆ ਜਵਾਬ ਆ ਉਹ ਹਰ ਵਾਰ ਉਸੇ ਤਰ੍ਹਾਂ ਦੇ ਨਾਲ ਦੇ ਦਿੰਦੇ ਨੇ। ਔਰ ਉਸ ਤੋਂ ਬਾਅਦ ਜਿਹੜੀ ਮੀਟਿੰਗ ਆ ਖਤਮ ਹੋ ਜਾਂਦੀ ਆ ਤੇ ਅਗੇਨ ਜਿਹੜੀ ਅਗਲੀ ਤਰੀਕ ਆ, ਜਿਵੇਂ ਕੋਰਟਾਂ ਦੇ ਵਿੱਚ ਤਰੀਕਾਂ ਪੈਂਦੀਆਂ ਨੇ ਕਿ ਤਰੀਕ ਤੇ ਤਰੀਕ, ਸੋ ਉਸੇ ਹਿਸਾਬ ਦੇ ਨਾਲ ਜਿਹੜਾ ਕੰਮ ਆ ਦੇਖੋ ਹੁਣ ਉਹ ਦੁਬਾਰਾ ਫੇਰ ਚੱਲਿਆ ਹੈ। ਔਰ ਲਿੰਗਰ ਔਨ ਜਿਸ ਹਿਸਾਬ ਦੇ ਨਾਲ ਕਰ ਰਹੇ ਨੇ, ਔਰ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਡਿਸਕਸ ਕੀਤਾ ਸੀਗਾ ਕਿ ਕਿਉਂ 15 ਦਿਨ, ਕਿਉਂ 10 ਦਿਨ ਜਾਂ ਹਫਤਾ। ਦੇਖੋ ਅੱਜ ਮੀਟਿੰਗ ਨਹੀਂ ਕੁਝ ਨਿਕਲਿਆ ਤਾਂ ਕੱਲ ਨੂੰ ਮੀਟਿੰਗ ਦੁਬਾਰਾ ਕਾਹਤੇ ਨਹੀਂ ਕਰਦੇ ਹੈਗੇ। ਉਹ ਹਫਤਾ, ਅਗਰ ਉਹ ਹਫਤਾ 10 ਦਿਨ ਵਿੱਚ ਪਾਉਂਦੇ ਆ ਤਾਂ ਹਫਤੇ 10 ਦਿਨ ਦੇ ਵਿੱਚ ਵਰਕਆਊਟ ਕੀ ਕਰਦੇ ਆ, ਕਿਸ ਚੀਜ਼ ਦੇ ਉੱਤੇ ਵਰਕ ਕਰਦੇ ਆ, ਕੀ ਇਹਨਾਂ ਦੀਆਂ ਉਸ ਜਿਹੜਾ ਹਫਤਾ ਮੀਟਿੰਗ ਦੇ ਵਿੱਚ ਪਾਇਆ ਉਹਦੇ ਵਿੱਚ ਮੰਤਰੀਆਂ ਦੀ ਕਿੰਨੀ ਕੁ ਆਪਸ ਦੇ ਵਿੱਚ ਮੀਟਿੰਗ ਹੁੰਦੀ ਆ, ਕਿੰਨਾ ਕਿਸ ਟੌਪਿਕ ਦੇ ਉੱਤੇ ਡਿਸਕਸ਼ਨ ਕੀਤੀ ਜਾਂਦੀ ਆ, ਕਿੰਨੀ ਕੁ ਮਾਹਰਾਂ ਦੀ ਸਲਾਹ ਲੈ ਕੇ ਇਸ ਚੀਜ਼ ਦੇ ਬਾਰੇ ਦੇਖਿਆ ਜਾਂਦਾ ਕਿ ਹਾਂਜੀ ਇਹਦਾ ਰਿਜ਼ਲਟ ਕੱਢਣਾ। ਕੁਝ ਵੀ ਨਹੀਂ ਕਰਦੇ। ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਜਾਂਦੇ ਨੇ ਹਫਤੇ 10 ਦਿਨ ਬਾਅਦ ਆ ਕੇ ਫਿਰ ਦੁਬਾਰਾ ਮੀਟਿੰਗ ਦੇ ਵਿੱਚ ਉਵੇਂ ਹੀ ਬੈਠ ਜਾਂਦੇ ਨੇ, ਉਹੀ ਘੜਿਆ ਜਵਾਬ ਦੇ ਦਿੰਦੇ ਨੇ ਔਰ ਮੀਟਿੰਗ ਸਮਾਪਤ। ਬਿਲਕੁਲ ਇਹੀ ਹੋ ਰਿਹਾ। ਤੁਸੀਂ ਦੇਖੋ ਨਾਲੇ ਕਮਲ ਜੀ ਸਵਾਲ ਇਹ ਖੜਾ ਹੁੰਦਾ ਕਿ ਬਾਬਾ ਲੱਖਾ ਸਿੰਘ ਜੀ ਆ ਗਏ, ਮੋਸਟ ਵੈਲਕਮ, ਤੁਸੀਂ ਆ ਗਏ, ਪਰ ਬਣਦਾ ਤਾਂ ਇਹ ਸੀ ਕਿ ਤੁਸੀਂ ਪੰਜਾਬ ਤੋਂ ਹੈਗੇ ਹੋ ਤੇ ਤੁਸੀਂ ਅਗਰ ਸਿੰਘੂ ਬਾਰਡਰ ਸਾਰੇ ਬਾਰਡਰਾਂ ਨੂੰ ਲੰਘ ਕੇ ਦਿੱਲੀ ਸਿੱਧਾ ਪਹੁੰਚੇ ਹੋ, ਪਹਿਲੇ ਕਿਸਾਨਾਂ ਨਾਲ ਤਾਂ ਗੱਲਬਾਤ ਕਰ ਲੈਂਦੇ। ਤੁਸੀਂ ਜਿਨ੍ਹਾਂ ਦੇ ਵਿਚਾਲੇ ਤੁਸੀਂ ਪੇਸ਼ਗੀ ਕਰ ਰਹੇ ਹੋ ਵਿਚੋਲਗੀ ਦੀ, ਪਹਿਲੇ ਉਹਨਾਂ ਨਾਲ ਗੱਲ ਕਰਕੇ ਤਾਂ ਜਾਓ, ਉਹਨਾਂ ਨਾਲ ਰਾਬਤਾ ਕਾਇਮ ਕਰਕੇ ਤਾਂ ਜਾਓ। ਕੀ ਉਹਨਾਂ ਨੇ ਕਿਹਾ ਤੁਹਾਨੂੰ? ਕਿ ਉਹਨਾਂ ਨੇ ਕਿਹਾ ਕਿ ਬਾਬਾ ਜੀ ਆਓ ਤੁਸੀਂ ਜਿਹੜਾ ਇੱਕ ਪੁੱਲ ਦਾ ਕੰਮ ਕਰੋ, ਇੱਕ ਬ੍ਰਿਜ ਦਾ ਕੰਮ ਕਰੋ? ਤੁਸੀਂ ਇੱਕਦਮ ਹੀ ਆ ਗਏ, ਤੁਸੀਂ ਕੋ ਕਹਿ ਰਹੇ ਹੋ ਕਿ ਜਿਹੜਾ ਹੈ ਕਿ ਵਿਚਾਲੇ ਮੈਂ ਇੱਕ ਪੁੱਲ ਦਾ ਕੰਮ ਕਰਨਾ। ਪੁੱਲ ਤਾਂ ਪਹਿਲੇ ਹੀ ਬਣਿਆ ਹੋਇਆ, ਜਾਂ ਤਾਂ ਡੈਡਲੌਕ ਜਿਹੜਾ ਕ੍ਰੀਏਟ ਹੋਇਆ ਹੁੰਦਾ, ਗੱਲਾਂ ਦੋਨੋਂ ਧਿਰਾਂ ਰੁੱਸ ਕੇ ਬੈਠੀਆਂ ਹੁੰਦੀਆਂ, ਗੱਲਾਂ ਹੋ ਹੀ ਨਹੀਂ ਰਹੀਆਂ, ਫਿਰ ਤਾਂ ਕਿਸੇ ਦੀ ਗੱਲ ਮੰਨਦੇ ਆਪਾਂ। ਦੂਜਾ, ਤੁਸੀਂ ਕੋਈ ਖੇਤੀ ਕਾਨੂੰਨਾਂ ਦੇ ਮਾਹਰ ਵੀ ਨਹੀਂ ਹੈਗੇ ਹੋ। ਬਿਲਕੁਲ ਤੁਸੀਂ ਸਮਝ ਰਹੇ ਹੋ, ਕਾਨੂੰਨ ਦੇ ਗਿਆਤਾ ਨਹੀਂ ਹੋ, ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਟੈਕਨੀਕਲ ਨਿਟੀਗ੍ਰਿਟੀਜ਼ ਨੂੰ ਤੁਸੀਂ ਵੇਖੋਗੇ, ਸਮਝਾਓਗੇ, ਸਮਝੋਗੇ? ਪਰ ਬਾਹਰ ਆ ਕੇ ਜਦੋਂ ਤੋਮਰ ਸਾਹਿਬ ਨਾਲ ਤੁਸੀਂ ਗੱਲਬਾਤ ਕੀਤੀ, ਕਿਤੇ ਨਾ ਕਿਤੇ ਉਹ ਜਿਹੜੀ ਗੱਲਬਾਤ ਸੀ, ਉਹਨਾਂ ਦਾ ਬੋਲਣ ਦਾ ਅੰਦਾਜ਼ ਸੀਗਾ, ਉਹ ਅਜਿਹਾ ਸੀਗਾ ਕਿ ਜਿਵੇਂ ਸੁਰਜੀਤ ਜਿਆਣੀ ਤੇ ਉਹ ਗਰੇਵਾਲ ਸਾਹਿਬ ਦਿੰਦੇ ਆ, ਥੋੜਾ ਰਿਜ਼ੈਂਬਲੈਂਸ ਹੋਈ ਸੀ ਕਿ ਸ਼ਾਇਦ ਸਰਕਾਰੀ ਭਾਸ਼ਾ ਹੀ ਹੈਗੀ ਹੈ, ਕਿ ਜਾਣਬੁੱਝ ਕੇ ਬਾਬਾ ਜੀ ਨੂੰ ਖੜਾ ਕੀਤਾ ਜਾ ਰਿਹਾ ਹੈਗਾ ਕਨਫਿਊਜ਼ਨ ਕ੍ਰੀਏਟ ਕਰਨ ਦੇ ਲਈ, ਕਿ ਇੱਥੇ ਥੋੜੀ ਜਿਹੀ ਕਨਫਿਊਜ਼ਨ ਕ੍ਰੀਏਟ ਹੋ ਜੇ, ਇੱਕ ਨਵਾਂ ਹੀ ਚੈਪਟਰ, ਨਵਾਂ ਹੀ ਰਾਹ ਤੁਰ ਪਵੇ, ਇਹ ਜਿਹੜੇ ਸਿੱਧੇ ਰਾਹ ਤੇ ਤੁਰੇ ਹੋਏ ਆ ਉਹ ਇੱਧਰ ਉੱਧਰ ਹੋ ਜਾਣ, ਭਟਕ ਜਾਣ। ਬੜੀ ਸਾਰੀ ਚੀਜ਼ਾਂ ਹੈਗੀਆਂ, ਬਹੁਤ ਸਾਰੀਆਂ ਪਾਵਰਾਂ ਲੱਗੀਆਂ ਹੋਈਆਂ ਇਸ ਦੇ ਵਿੱਚ। ਬਿਲਕੁਲ ਲੱਗੀਆਂ ਨੇ। ਔਰ ਤੁਸੀਂ ਗੱਲ ਕੀਤੀ ਹੈ, ਬਹੁਤ ਵੱਡਾ ਪੁਆਇੰਟ ਆ ਜੀ, ਇਹਦੇ ਬਾਰੇ ਸੋਚਣ ਦੀ ਜ਼ਰੂਰਤ ਆ ਕਿ ਜਿਹੜੇ ਇਹ ਲੱਖਾ ਸਿੰਘ ਨੇ, ਇਹਨਾਂ ਨੂੰ ਕਿਹੜੀ ਕਾਨੂੰਨਾਂ ਦੀ ਜਾਣਕਾਰੀ ਆ, ਕਿਹੜੀ ਇਹਨਾਂ ਨੇ ਉਹਦੇ ਬਾਰੇ ਪੜ੍ਹੀ ਹੋਈ ਆ ਕਿ ਪੁਲ ਦਾ ਕੰਮ, ਅਗਰ ਪੁਲ ਦਾ ਕੰਮ ਕਰਾਉਣਾ, ਬ੍ਰਿਜ ਦਾ ਕੋਈ ਕੰਮ ਕਰਾਉਣਾ ਤਾਂ ਕਿਸੇ ਟੈਕਨੀਕਲ ਬੰਦੇ ਤੋਂ ਕਰਵਾਇਆ ਜਾਵੇ ਜਿਹਨੂੰ ਇਸ ਬਿੱਲਾਂ ਬਾਰੇ ਪ੍ਰੋਪਰ ਨੌਲੇਜ ਹੋਵੇ, ਜੋ ਹਰ ਚੀਜ਼ ਨੂੰ ਟੈਕਨੀਕਲੀ ਗੱਲ ਕਰਕੇ ਤੇ ਉਸ ਚੀਜ਼ ਦਾ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਨ। ਜੇ ਅਗਰ ਪਾਉਣੀ ਆ, ਵਿਚੋਲੇ ਪਾਉਣੇ ਆ, ਤਾਂ ਵਿਚੋਲੇ ਹੋਰ ਬੜੇ ਪੈ ਸਕਦੇ ਨੇ, ਤਾਂ ਦਨ ਵਾਏ ਆ ਕਿ ਇਹ ਬਾਬਾ ਜੀ ਵਿੱਚ ਐਡ ਕੀਤੇ ਨੇ। ਸੋ ਵਾਕਈ ਇਸ ਚੀਜ਼ ਨੂੰ ਜਿਹੜੀ ਹੈਗੀ ਆ ਮੋੜ ਦੇਣ ਦੀ, ਇੱਕ ਵੱਖਰਾ ਮੋੜ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹ ਕਿਤੇ ਨਾ ਕਿਤੇ ਉਸ ਫਿਰਾਕ ਦੇ ਵਿੱਚ ਜਿਹੜਾ ਕੰਮ ਆ ਉਹ ਹੋ ਰਿਹਾ। ਸੋ ਇਸ ਚੀਜ਼ ਤੋਂ ਬਚਣ ਦੀ ਜ਼ਰੂਰਤ ਆ, ਦੇਖਣ ਦੀ ਜ਼ਰੂਰਤ ਆ ਕਿ ਹੁਣ ਅਸੀਂ ਕਿਸ ਨਾਲ। ਔਰ ਕਿਸਾਨ ਆਗੂਆਂ ਨੇ ਜਿਹੜੇ ਖੇਤੀਬਾੜੀ ਮੰਤਰੀਆਂ ਦੇ ਵਿੱਚ ਜਦੋਂ ਮੀਟਿੰਗ ਹੋ ਰਹੀ ਸੀਗੀ ਜੀ, ਮਾਹੌਲ ਕੁਝ ਗਰਮਾ ਗਰਮੀ ਦਾ ਵੀ ਇਸ ਵਾਰ ਦਿਖਾਈ ਦਿੱਤਾ। ਬਿਲਕੁਲ ਮਾਹੌਲ
ਥੋੜਾ ਜਿਹਾ ਗਰਮਾ ਗਿਆ। ਜਿਹੜੇ ਤਲਖੀ ਵਾਲਾ ਜਿਹੜਾ ਤੇਵਰ ਜਿਹੜੇ ਹੈਗੇ ਉਹ ਦੋਨਾਂ ਪਾਸਾਂ ਤੋਂ ਜਿਹੜੇ ਦਿਖਾਈ ਦਿੱਤੇ। ਨਰਿੰਦਰ ਤੋਮਰ, ਬਲਵੀਰ ਰਾਜੇਵਾਲ ਮਤਲਬ ਕਿ ਥੋੜੇ ਜਿਹੇ ਤਲਖ ਜੇ ਵੀ ਹੋ ਗਏ, ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਮਤਲਬ ਕਿ ਪਾਸਾ ਵੱਟ ਰਿਹਾ ਸੀਗਾ, ਗੱਲਾਂ ਤੇ ਉੱਧਰ ਘੁਮਾ ਰਿਹਾ ਸੀਗਾ ਕਿ ਤੁਸੀਂ ਹੋਰ ਪ੍ਰਪੋਜ਼ਲ ਦੇ ਉੱਪਰ ਗੱਲ ਕਰਦੇ ਆ, ਆਪਾਂ ਮਤਲਬ ਕਿ ਹੋਰ ਸੋਧਾਂ ਦੀ ਗੱਲ ਕਰਦੇ ਆ, ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਇੱਧਰ ਉੱਧਰ ਘੁਮਾਉਣ ਦੀਆਂ ਗੱਲਾਂ ਸੀਗੀਆਂ। ਤੇ ਡਾਇਰੈਕਟਲੀ ਜਿਹੜਾ ਕਿਸਾਨ ਆਗੂ ਨੇ ਬਲਵੀਰ ਰਾਜੇਵਾਲ ਕਾਫੀ ਸਮਝਦਾਰ ਮਤਲਬ ਕਿ ਸ਼ਖਸੀਅਤ ਨੇ, ਤੇ ਗੱਲਬਾਤ ਸਿੱਧੀ ਤੌਰ ਤੇ ਉਹਨਾਂ ਨੇ ਕੀਤੀ ਕਿ ਅਸੀਂ ਇੱਥੇ ਰੱਦ ਕਰਾਉਣ ਦੇ ਲਈ ਆਏ ਹਾਂ। ਪਹਿਲੀ ਗੱਲ, ਇਹ ਸਾਡੇ ਹੱਕ ਦੇ ਵਿੱਚ ਨਹੀਂ ਹੈਗੇ, ਇਸ ਦੇ ਨਾਲ ਸਾਡਾ ਨੁਕਸਾਨ ਹੈ, ਸਾਡੀ ਆਉਣ ਵਾਲੀ ਜਨਰੇਸ਼ਨ ਦਾ ਨੁਕਸਾਨ ਹੈ। ਇਸ ਦੇ ਨਾਲ ਮਤਲਬ ਕਿ ਅਸੀਂ ਦੇਖਦੇ ਹਾਂ ਕਿ ਪੂਰੀ ਕਿਸਾਨੀ ਦਾ ਨੁਕਸਾਨ ਹੈਗਾ, ਲਿਹਾਜ਼ਾ ਅਸੀਂ ਰੱਦ ਕਰਵਾਉਣ ਦੇ ਲਈ ਆਏ ਹਾਂ। ਤੇ ਉਸੇ ਕਾਰਨ ਜਿਹੜਾ ਹੈ ਅਸੀਂ ਇਸ ਟੇਬਲ ਦੇ ਉੱਪਰ ਜਿਹੜਾ ਹੈ ਉਸ ਹੈਸੀਅਤ ਨਾਲ ਬੈਠੇ ਹਾਂ ਤੇ ਗੱਲ ਵੀ ਤਾਂ ਹੀ ਕਰ ਰਹੇ ਹਾਂ ਕਿਉਂਕਿ 4 ਸੂਤਰੀ ਏਜੰਡਾ ਦਿੱਤਾ ਸੀ। ਪਹਿਲਾ ਏਜੰਡਾ ਇਹ ਸੀ ਰਿਪੀਲ ਕਰਨ ਦਾ, ਤੇ ਪਹਿਲੇ ਪੁਆਇੰਟ ਦੇ ਉੱਪਰ ਹੀ ਆਪਾਂ ਗੱਲ ਕਰ ਰਹੇ, ਤੁਸੀਂ ਉਸ ਦੇ ਉੱਪਰ ਗੱਲ ਕਰੋ ਜੀ। ਤੇ ਇਸ ਨੂੰ ਲੈ ਕੇ ਜਿਹੜੀ ਥੋੜੀ ਜਿਹੀ ਤਲਖੀ ਵੀ ਹੋ ਗਈ। ਉਸ ਤੋਂ ਬਾਅਦ ਫਿਰ ਨਰਿੰਦਰ ਤੋਮਰ ਜਿਹੜੇ ਨੇ ਉੱਠ ਕੇ ਵੀ ਚਲੇ ਗਏ, ਲੰਚ ਲੁੰਚ ਕਰੇ ਆਏ। ਉਸ ਤੋਂ ਬਾਅਦ ਫਿਰ ਨਵੀਂ ਡੇਟ ਵੀ ਲੈ ਆਉਂਦੇ ਆ, ਜੋ ਕਿਸਾਨ ਆਗੂ ਦੱਸ ਰਹੇ ਨੇ ਜਦੋਂ ਫੋਨ ਕਰਨ ਜਾਂਦੇ ਤੇ ਨਵੀਂ ਡੇਟ ਲੈ ਆਉਂਦੇ ਆ, ਕਾਮਾਂ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਕਿਉਂਕਿ ਕਿਤੇ ਨਾ ਕਿਤੇ ਉਹਦੇ ਇੱਕ ਮੈਸੇਂਜਰ ਦੀ ਗੱਲਬਾਤ ਹੀ ਉਹਨਾਂ ਦੀ ਭੂਮਿਕਾ ਹੈਗੀ। ਆਪਾਂ ਪਹਿਲੇ ਵੀ ਕਿਹਾ ਸੀਗਾ ਉਸ ਤੋਂ ਬਾਅਦ ਕਿ ਉਹਨਾਂ ਦੇ ਹੱਥ 'ਚ ਕੁਝ ਨਹੀਂ, ਇੱਕ ਮੈਸੇਂਜਰ ਦੀ ਭੂਮਿਕਾ ਨਿਭਾਉਂਦੇ ਨੇ ਉੱਥੇ। ਬਿਲਕੁਲ, ਉਹ ਤਾਂ ਜਿਹੜੀ ਗੱਲ ਉਧਰੋਂ ਜੇ ਫੋਨ ਹਰ ਵਾਰ ਉਹਨਾਂ ਦਾ ਮੀਟਿੰਗ ਦੇ ਵਿੱਚ ਇਹੀ ਆ ਕਿ ਉਹਨਾਂ ਨੇ ਜਾਣਾ, ਬਾਹਰ ਜਾ ਕੇ ਫੋਨ ਕਰਕੇ ਆਉਣਾ ਔਰ ਫੋਨ ਦੇ ਉੱਤੇ ਗੱਲਾਂ ਬਾਤਾਂ, ਜੋ ਡਿਸੀਜਨ ਉੱਪਰੋਂ ਮਿਲਦਾ ਕਿ ਆਹ ਡੇਟ ਦੇ ਦਿਓ ਜਾਂ ਇਦਾਂ ਕਹਿ ਦਿਓ, ਸੋ ਹੀ ਆ। ਅਸਲ ਦੇ ਵਿੱਚ ਉਹਨਾਂ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈਗਾ। ਸੋ ਇਸੇ ਕਰਕੇ ਬਾਰ-ਬਾਰ ਅਸੀਂ ਇਹ ਗੱਲ ਕਹਿੰਦੇ ਰਹੇ ਹਾਂ ਹੁਣ ਤੱਕ ਕਿ ਅਗਰ ਮੀਟਿੰਗ ਕਰਨੀ ਆ ਤਾਂ ਜਿਨ੍ਹਾਂ ਨੇ ਡਿਸੀਜਨ ਲੈਣਾ ਉਹ ਮੀਟਿੰਗ ਕਰਨ। ਇਹ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਹੈ ਔਰ ਮੀਟਿੰਗਾਂ ਜਿੱਦੀਆਂ ਹੁਣ ਤੱਕ ਬੇਸਿੱਟਾ ਰਹੀਆਂ ਨੇ, ਸੋ ਆਉਣ ਵਾਲੀਆਂ ਮੀਟਿੰਗਾਂ ਨੇ ਉਹ ਵੀ ਬੇਸਿੱਟਾ ਹੀ ਰਹਿਣਗੀਆਂ। ਜਿਸ ਹਿਸਾਬ ਦੇ ਨਾਲ ਇਹ ਦੋਨੇ ਜਿਹੜੇ ਮੰਤਰੀ ਨੇ, ਨਰਿੰਦਰ ਤੋਮਰ ਦੀ ਗੱਲ ਕਰ ਲਈਏ ਜਾਂ ਪੀਯੂਸ਼ ਗੋਇਲ ਦੀ ਗੱਲ ਕਰ ਲਈਏ, ਸੋ ਜਿਸ ਹਿਸਾਬ ਦੇ ਨਾਲ ਰੋਲ ਨਿਭਾ ਰਹੇ ਨੇ ਜਾਂ ਇਹਨਾਂ ਦੀਆਂ ਆਫਟਰ ਮੀਟਿੰਗ ਜਿਹੜੇ ਇਹਨਾਂ ਦੇ ਬਿਆਨ ਹੁੰਦੇ ਨੇ, ਸੋ ਉਹਨਾਂ ਤੋਂ ਆਪਾਂ ਅੰਦਾਜ਼ਾ ਜਿਹੜਾ ਕਿਤੇ ਨਾ ਕਿਤੇ ਲਾ ਸਕਦੇ ਹੈਗੇ ਆ। ਔਰ ਮਰਾਂਗੇ ਜਾਂ ਜਿੱਤਾਂਗੇ ਦਾ ਨਾਰਾ ਜਿਹੜਾ ਨਵਾਂ ਕ੍ਰੀਏਟ ਹੋ ਗਿਆ ਜੀ, ਔਰ ਕਾਫੀ ਵਾਇਰਲ ਵੀ ਹੋ ਰਿਹਾ, ਸੋਸ਼ਲ ਮੀਡੀਆ ਦੇ ਉੱਪਰ ਵੀ ਲੋਕ ਪਾ ਰਹੇ ਨੇ। ਇਹ ਕਮਲ ਜੀ ਜਦੋਂ ਅੱਜ ਬੈਠਕ ਚੱਲ ਰਹੀ ਸੀਗੀ ਉਸ ਵਿਚਾਲੇ ਅੰਦਰੋਂ ਜਦੋਂ ਖਬਰ ਆਈ ਕਿ ਕਿਤੇ ਨਾ ਕਿਤੇ ਤਲਖੀ ਵੱਧ ਗਈ ਹੈਗੀ ਹੈ ਅੰਦਰ, ਉਸ ਤੋਂ ਬਾਅਦ ਬਿਲਕੁਲ ਹੀ ਸन्नाटा, ਖਾਮੋਸ਼ੀ ਹੈ, ਕੋਈ ਗੱਲਬਾਤ ਹੀ ਨਹੀਂ ਹੋ ਰਹੀ। ਤਾਂ ਇਹ ਜਦੋਂ ਹੈ ਉੱਥੇ ਟੇਬਲ ਦੇ ਉੱਪਰ ਜਿਹੜਾ ਕਿਸਾਨ ਆਗੂਆਂ ਦੇ ਵੱਲੋਂ ਲਿਖਿਆ ਗਿਆ ਸੀਗਾ ਜਿੱਤਾਂਗੇ ਜਾਂ ਫਿਰ ਮਰਾਂਗੇ, ਮਤਲਬ ਕਹਿਣ ਦਾ ਭਾਵ ਹੈ ਜਿੱਤ ਕੇ ਹੀ ਜਾਵਾਂਗੇ ਜਾਂ ਫਿਰ ਨਹੀਂ ਜਾਵਾਂਗੇ। ਇਹ ਜਿਹੜਾ ਇੱਕ ਲਿਖਿਆ ਗਿਆ ਨਾਰਾ ਸੀਗਾ ਉਹਨਾਂ ਦੇ ਵੱਲੋਂ, ਉਸ ਦੀ ਜਿਹੜੀ ਪਿਕ ਅੰਦਰੋਂ ਵਾਇਰਲ ਹੋਈ ਹੈ। ਹਾਲਾਂਕਿ ਜਿਹੜੇ ਉਗਰਾਹਾਂ ਗਰੁੱਪ ਦੇ ਹੈੱਡ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਦੀ ਨੌਲੇਜ 'ਚ ਨਹੀਂ ਹੈਗਾ, ਕਿਸੇ ਕਿਸਾਨ ਆਗੂ ਨੇ ਲਿਖਿਆ ਹੋਣਾ। ਪਰ ਗੱਲ ਇਹੀ ਹੈ, ਇਹ ਮਤਲਬ ਕਿ ਸਿੰਬੋਲਿਕ ਹੈਗਾ, ਕਿਉਂਕਿ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਗੱਲ ਕਰ ਰਹੀਆਂ ਨੇ ਕਿ ਅਸੀਂ ਇੱਥੋਂ ਜਿਹੜੇ ਆਏ ਆ ਵਾਪਸ ਜਾਣ ਵਾਸਤੇ ਨਹੀਂ ਆਏ, ਅਸੀਂ ਵਾਪਸ ਜਾ ਕੇ ਆਪਣੇ ਘਰਦਿਆਂ ਨੂੰ ਕੀ ਮੂੰਹ ਦਿਖਾਵਾਂਗੇ, ਕੀ ਕਹਾਂਗੇ ਅਸੀਂ ਕੀ ਕਰਕੇ ਆਏ ਆ, ਕਿਹੜੀ ਜੰਗ ਜਿੱਤ ਕੇ ਆਏ ਆ, ਹਾਰ ਕੇ ਆਏ ਆ, ਢਹਿ ਕੇ ਆਏ ਆ, ਤੇ ਉਹ ਸਾਨੂੰ ਮਨਜ਼ੂਰ ਨਹੀਂ ਹੈ, ਨਾ ਹੀ ਪੰਜਾਬੀ ਜਿਹੜੇ ਹੈ ਉਸ ਨੂੰ ਮਨਜ਼ੂਰ ਕਰਦੇ ਨੇ। ਲਿਹਾਜ਼ਾ ਜਿੱਤਣ ਦੇ ਲਈ ਹੀ ਘਰੋਂ ਨਿਕਲਦੇ ਨੇ ਤੇ ਜਿੱਤ ਕੇ ਹੀ ਜਾਵਾਂਗੇ, ਇਸ ਦਾ ਮਕਸਦ ਸਿਰਫ ਇੰਨਾ ਹੀ ਹੈਗਾ। ਤੇ ਉਹ ਇੱਕ ਸਿੰਬੋਲਿਕ ਚੀਜ਼ ਸੀ ਜਿਹੜੀ ਉੱਥੇ ਲਿਖੀ ਗਈ ਸੀ ਉਹਨਾਂ ਦੇ ਵੱਲੋਂ ਕਿ ਤੇ ਸਿੱਧੇ ਤੌਰ ਤੇ ਬੜਾ ਸਪਸ਼ਟ ਤੌਰ ਦੇ ਉੱਪਰ ਸਿੱਧੇ ਤੌਰ ਤੇ ਪੁੱਛਿਆ ਗਿਆ ਸੀਗਾ ਕਿ ਤੁਸੀਂ ਦੱਸੋ ਕਿ ਇਹਨਾਂ ਨੂੰ ਰੱਦ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ, ਅਗਰ ਕਰ ਰਹੇ ਹੋ ਤਾਂ ਇਹਦੀ ਪ੍ਰਕਿਰਿਆ ਕੀ ਹੋਏਗੀ, ਕਿੰਨੇ ਟਾਈਮ ਫਰੇਮ ਦੇ ਵਿੱਚ ਰੱਦ ਹੋਏਗਾ, ਕਿਸ ਤਰੀਕੇ ਨਾਲ ਹੋਏਗਾ, ਕਿ ਪਾਰਲੀਮੈਂਟ ਦੇ ਵਿੱਚ ਤੁਸੀਂ ਲਿਆਓਗੇ, ਇੱਕ ਨੋਟੀਫਿਕੇਸ਼ਨ ਗੈਜਟ ਦਾ ਜਾਰੀ ਕਰੋਗੇ, ਇਹਨਾਂ ਚੀਜ਼ਾਂ ਦੇ ਉੱਪਰ ਗੱਲ ਕਰਨੀ ਹੈ ਤਾਂ ਕਰੋ। ਬਿਲਕੁਲ, ਪਰ ਉਸ ਚੀਜ਼ ਦੇ ਉੱਤੇ ਉਹਨਾਂ ਨੇ ਗੱਲ ਨਹੀਂ ਕੀਤੀ ਹੈਗੀ। ਔਰ ਅਗੇਨ ਜਿਹੜਾ ਤੋਮਰ ਸਾਹਿਬ ਦਾ ਬਿਆਨ ਆ ਉਹੀ ਹੈ ਕਿ ਕਾਨੂੰਨ ਆ ਜਿਹੜੇ ਰੱਦ ਨਹੀਂ ਹੋਣਗੇ। ਹੋਰ ਤਜਵੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਅਗਰ ਤੁਸੀਂ ਵਿਚਾਰ ਕਰਨੀ ਚਾਹੁੰਦੇ ਹੋ ਤਾਂ ਡੈਫੀਨੇਟਲੀ ਅਸੀਂ ਕਰਨ ਨੂੰ ਰੈਡੀ ਹਾਂ। ਬਿਲਕੁਲ ਕਿ ਅਸੀਂ ਰੱਦ ਨਹੀਂ ਕਰਾਂਗੇ, ਮਤਲਬ ਕਿ ਰੱਦ ਕਰਨ ਵਾਲੀ ਗੱਲ ਨਾ ਕਰੋ। ਯੂ ਰਿਪਰੈਜ਼ੈਂਟ ਅ ਪਾਰਟ ਆਫ ਸੋਸਾਇਟੀ, ਉਸ ਕਿਸਾਨੀ ਖਿੱਤੇ ਦੇ ਤੁਸੀਂ ਕੁਝ ਲੋਕ ਹੈਗੇ ਹੋ, ਕੁਝ ਸੰਸਥਾਵਾਂ ਹੈਗੀਆਂ, ਜਥੇਬੰਦੀਆਂ ਕਿ ਜਿਹੜੀਆਂ ਸਾਨੂੰ ਕਹਿ ਰਹੀਆਂ ਕਿ ਇਹ ਖਰਾਬ ਹੈਗੀਆਂ, ਬਟ ਮੈਜੋਰਟੀ ਬਾਕੀ ਮੁਲਕ ਦੇ ਵਿੱਚ ਜਿਹੜੀ ਜਥੇਬੰਦੀਆਂ ਉਹ ਤਾਂ ਕਹਿ ਰਹੀਆਂ ਸੀ ਇਹ ਕਾਨੂੰਨ ਬਿਲਕੁਲ ਠੀਕ ਹੈਗੇ। ਅਗਰ ਅਸੀਂ ਉਹਨਾਂ ਦੀ ਵੀ ਤਾਂ ਸੁਣਨੀ ਹੈ ਨਾ, ਤੁਹਾਡੀ ਗੱਲ ਮੰਨ ਲੈਣੇ ਚਲੋ ਨਹੀਂ ਠੀਕ ਹੈ ਤਾਂ ਉਹਨਾਂ ਦੀ ਵੀ ਤਾਂ ਸੁਣਨੀ ਹੈ। ਸਾਨੂੰ ਕੋਈ ਨਾ ਕੋਈ ਰੋਜ਼ ਹੀ ਆ ਕੇ ਮਿਲਦਾ, ਰਿਪਰੈਜ਼ੈਂਟੇਸ਼ਨ ਦਿੰਦਾ, ਕੋਈ ਨਾ ਕੋਈ ਡੈਲੀਗੇਸ਼ਨ ਦਿੱਲੀ 'ਚ ਆ ਰਿਹਾ। ਨਰਿੰਦਰ ਤੋਮਰ ਦੇ ਨਾਲ ਕੋਈ ਨਾ ਕੋਈ ਰੋਜ਼ ਇੱਕ ਡੈਲੀਗੇਸ਼ਨ ਜੇ ਆ ਜਾਂਦਾ, ਉਹਨਾਂ ਨਾਲ ਫੋਟੋਆਂ ਖਿਚਾ ਕੇ ਸਰਕਾਰ ਦੱਸਦੀ ਹੈ ਦੇਖੋ ਇਹ ਫਲਾਣੀ ਕਿਸਾਨ ਜਥੇਬੰਦੀ ਹੈਗੀ ਹੈ, ਮਹਾਰਾਸ਼ਟਰ ਤੋਂ ਆਈ ਹੈ, ਇਹ ਗੁਜਰਾਤ ਤੋਂ ਆਈ ਹੈ, ਇਹ ਜਿਹੜੀ ਹੈ ਮੱਧ ਪ੍ਰਦੇਸ਼ ਤੋਂ ਆਈ ਹੈ, ਇਹ ਸਾਰਿਆਂ ਨੇ ਕਿਹਾ ਹੈ ਹਰਿਆਣੇ ਤੋਂ ਆਈ ਹੈ ਕਿ ਕਾਨੂੰਨ ਬਹੁਤ ਵਧੀਆ, ਤੁਸੀਂ ਵਾਪਸ ਬਿਲਕੁਲ ਨਾ ਲਈਓ। ਹੁਣ ਉਹ ਜਿਹੜੀ ਜਥੇਬੰਦੀਆਂ ਦਾ ਵਜੂਦ ਕੀ ਹੈਗਾ, ਉਹ ਜਥੇਬੰਦੀਆਂ ਕਿ 15 ਬੰਦਿਆਂ ਦੀਆਂ ਨੇ, 20 ਬੰਦਿਆਂ ਦੀਆਂ ਨੇ, ਖੜੀ ਕੀਤੀਆਂ ਗਈਆਂ ਨੇ, ਰਜਿਸਟਰਡ ਹੈਗੀਆਂ ਕਿ ਨਹੀਂ ਹੈਗੀਆਂ, ਉਹ ਕਿੰਨਾ ਇੰਪੈਕਟ ਰੱਖਦੀਆਂ, ਉਹ ਆਣ ਨਾ। ਫਿਰ ਅਗਰ ਉਹ ਮੈਜੋਰਟੀ ਦੇ ਵਿੱਚ ਬਹੁਤ ਜ਼ਿਆਦਾ ਹੈਗੀਆਂ
ਤੇ ਸੜਕਾਂ ਤੇ ਉਹ ਵੀ ਫਿਰ ਉਤਰ ਲੈਣ, ਪਤਾ ਚੱਲ ਜਾਏਗਾ। ਬਿਲਕੁਲ ਉਤਰਨ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਪਾਰਟੀਆਂ ਕ੍ਰੀਏਟ ਵੀ ਕੀਤੀਆਂ ਜਾਂਦੀਆਂ ਨੇ, ਕਿਤੇ ਇਹ ਨਹੀਂ ਹੈਗਾ ਕਿ ਉਹ ਬਹੁਤ ਪੁਰਾਣੀਆਂ ਨੇ। ਇਹ ਸੰਸਥਾਵਾਂ ਦੇ ਦੇਖਣੇ ਪੈਂਦੇ ਨੇ। ਜਿਸ ਤਰ੍ਹਾਂ ਤੁਸੀਂ ਰਾਜੇਵਾਲ ਉਹਨਾਂ ਦੀ ਗੱਲ ਕੀਤੀ ਹੈ ਜਾਂ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਇਹਨਾਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਨੇ ਇਹ ਕਿਸਾਨ ਜਥੇਬੰਦੀਆਂ ਚਲਾਉਂਦੇ ਨੇ। ਸੋ ਉਹਨਾਂ ਦਾ ਬੈਕਗਰਾਉਂਡ ਚੈੱਕ ਕਰਕੇ ਪਤਾ ਲੱਗ ਜਾਂਦਾ ਕਿ ਕਿਹੜੀ ਜਿਹੜੀ ਇਹ ਜਥੇਬੰਦੀ ਹੈ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ ਔਰ ਇਹਨਾਂ ਦੀ ਕੀ ਕਾਰਗੁਜ਼ਾਰੀ ਹੁਣ ਤੱਕ ਰਹੀ ਆ। ਸੋ ਡੈਫੀਨੇਟਲੀ ਜਿਹੜੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਇਹ ਕਾਨੂੰਨ ਸਹੀ ਨੇ, ਸੋ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਸੜਕਾਂ ਦੇ ਉੱਤੇ ਆਉਣਾ ਚਾਹੀਦਾ ਜਾਂ ਓਪਨ ਡਿਸਕਸ਼ਨ ਦੇ ਵਿੱਚ ਆਉਣਾ ਚਾਹੀਦਾ। ਓਪਨ ਡਿਸਕਸ਼ਨ ਉਹ ਕਰ ਲੈਣ। ਅਗਰ ਜਿਹੜੇ ਰਾਜਾਂ ਦੇ ਜਿਹੜੇ ਕਹਿ ਰਹੇ ਨੇ ਕਿ ਇਹ ਕਿਸਾਨ ਨੇ, ਜਿਹੜੇ ਕਹਿੰਦੇ ਨੇ ਸਾਡੇ ਲਈ ਕਾਨੂੰਨ ਵਧੀਆ ਨੇ, ਤਾਂ ਜਿਹੜੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਸਾਡੇ ਲਈ ਕਾਨੂੰਨ ਵਧੀਆ ਨੇ, ਸੋ ਉਹਨਾਂ ਨੂੰ ਵੀ ਨਾਲ ਲੈ ਆਉਣ, ਉਸ ਬੈਠਕ ਦੇ ਵਿੱਚ ਬੈਠ ਕੇ ਉਹਨਾਂ ਦੇ ਨਾਲ ਵੀ ਓਪਨ ਡਿਸਕਸ਼ਨ ਕਰ ਲੈਣ। ਪਤਾ ਲੱਗ ਜਾਏਗਾ ਕਿ ਕਿਹਦੇ ਹੱਕ ਦੇ ਵਿੱਚ ਨੇ ਜਾਂ ਕਿਹਦੇ ਅਗੇਂਸਟ ਨੇ। ਅਗਰ ਉਹਨਾਂ ਦੇ ਬਿਲਕੁਲ ਹੱਕ ਦੇ ਵਿੱਚ ਨੇ ਤਾਂ ਡੈਫੀਨੇਟਲੀ ਜੇ ਬਹੁਤ ਹੀ ਵਧੀਆ ਕਾਨੂੰਨ ਹੁੰਦੇ ਤਾਂ ਹੁਣ ਕਾਨੂੰਨ ਹੁੰਦੇ ਤਾਂ ਲੋੜ ਹੀ ਨਹੀਂ ਸੀਗੀ ਉਹਨਾਂ ਨੂੰ। ਤਾਂ ਇਹਨਾਂ ਨੇ ਵੀ ਮੰਨ ਲੈਣਾ ਸੀਗਾ ਕਿ ਸਾਡੇ ਦੀ ਆਮਦਨੀ ਵਧਾਉਣ ਦੇ ਲਈ ਇਹ ਕਾਨੂੰਨ ਨੇ ਜਿਹੜੇ ਉਹ ਬਣਾਏ ਗਏ ਨੇ, ਸੋ ਅਸੀਂ ਇਸ ਚੀਜ਼ ਨੂੰ ਮੰਨ ਲੈਂਦੇ ਹਾਂ। ਅਗਰ ਉਹ ਨਹੀਂ ਮੰਨਦੇ, ਇਟ ਮੀਨਸ ਅਗਰ ਉਹ ਸਹੀ ਨਹੀਂ ਹੈਗੇ। ਪਰ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਇੱਕ ਪੋਲਿਟਿਕਸ ਦਾ ਹਿੱਸਾ ਨੇ, ਇਸ ਮੂਵਮੈਂਟ ਨੂੰ ਖਰਾਬ ਕਰਨ ਦਾ ਹਿੱਸਾ ਨੇ। ਇਸ ਮੂਵਮੈਂਟ ਨੂੰ ਇਹਨਾਂ ਨੇ ਤੋੜਨਾ, ਕਿਸੇ ਵੀ ਤਰੀਕੇ ਦੇ ਨਾਲ ਤੋੜਨ ਦੀ ਜਿਹੜੀਆਂ ਕੋਸ਼ਿਸ਼ਾਂ ਨੇ ਇਹ ਉਹ ਨੇ। ਐਗਜ਼ੈਕਟਲੀ ਕਮਲ ਜੀ, ਦੇਖੋ ਹੁਣ ਅਗਰ ਸਰਕਾਰ ਇਹ ਕਹਿੰਦੀ ਹੈ, ਜਿਹੜੀ ਅੱਜ ਗੱਲ ਹੋਈ ਹੈ ਕਿ ਸਾਡੇ ਕੋਲ ਤਾਂ ਮੁਲਕ ਦੀਆਂ ਬਾਕੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ, ਕਿਸਾਨੀ ਜਥੇਬੰਦੀਆਂ, ਉਹ ਵੀ ਹੈਗੀਆਂ ਸੀ, ਉਹਨਾਂ ਦੇ ਹਿੱਤਾਂ ਨੂੰ ਵੀ ਵਾਚਣਾ ਹੈਗਾ ਜੀ। ਹੁਣ ਅਗਰ ਸਰਕਾਰ ਇੰਨਾ ਦਮ ਭਰਦੀ ਹੈ, ਉਹਦੇ ਕੋਲ ਬਹੁਤ ਜ਼ਿਆਦਾ ਜਿਹੜੀ ਜਥੇਬੰਦੀਆਂ ਹੈਗੀਆਂ ਜੀ, ਆਪਣੇ ਕੋਲ ਬਿਨਾਂ ਬੁਲਾਏ ਤੁਸੀਂ ਓਪਨਲੀ ਪਬਲਿਕ ਸਪੇਸ ਦੇ ਵਿੱਚ ਤੁਸੀਂ ਜਿਹੜੀ ਕਿਸਾਨ ਜਥੇਬੰਦੀਆਂ ਇੱਧਰ ਸਾਡੇ ਪਾਸੇ ਜਿਹੜੇ ਸੰਘਰਸ਼ ਕਰ ਰਹੀਆਂ ਇਹਨਾਂ ਦੇ ਨਾਲ, ਤੇ ਉਹਨਾਂ ਦਾ ਇੱਕ ਆਪਸੀ ਤੁਸੀਂ ਡਿਬੇਟ ਯਾਨੀ ਚਰਚਾ ਕਰਵਾ ਦਿਓ। ਲੋਕ ਵੀ ਦੇਖ ਲੈਣਗੇ, ਸਾਡੇ ਆਗੂ ਇੱਧਰ ਵਾਲੇ ਜਿਹੜੇ ਹੈ ਉਹ ਆਪਣਾ ਹਿੱਤ ਰੱਖ ਦੇਣਗੇ, ਪੱਖ ਰੱਖ ਦੇਣਗੇ, ਉਹ ਆਪਣਾ ਰੱਖ ਲੈਣਗੇ। ਉਸ ਦੇ ਵਿੱਚ ਜਿਹੜਾ ਜੇਤੂ ਹੋਏਗਾ ਦੁਨੀਆ ਨੂੰ ਵੀ ਪਤਾ ਚੱਲ ਜਾਏਗਾ ਕਿ ਕੌਣ ਸਹੀ ਹੈ ਕੌਣ ਸਹੀ ਹੈ। ਬਿਲਕੁਲ ਬਿਲਕੁਲ ਦੁਨੀਆ ਦੇ ਸਾਹਮਣੇ ਹੀ ਗੱਲ ਕਰਨੀ, ਕਿਉਂਕਿ ਪਬਲਿਕਲੀ ਹੀ ਗੱਲ ਕਰਨੀ ਚਾਹੀਦੀ ਆ, ਕਿਉਂਕਿ ਪਬਲਿਕ ਦਾ ਮਸਲਾ, ਲੋਕਾਂ ਦਾ ਮਸਲਾ। ਸੋ ਲੋਕਾਂ ਦੇ ਸਾਹਮਣੇ ਹੀ ਇਹਦੇ ਬਾਰੇ ਜਿਹੜੀ ਡਿਸਕਸ਼ਨ ਆ, ਓਪਨ ਡਿਸਕਸ਼ਨ ਹੋਣੀ ਚਾਹੀਦੀ ਆ। ਸੋ ਜਿਆਣੀ ਸਾਹਿਬ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ, ਮੋਦੀ ਸਾਹਿਬ ਦੇ ਨਾਲ ਮਿਲੇ, ਸੋ ਅੱਜ ਵੀ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਆ ਜੀ। ਜਿਹੜੇ ਜਿਆਣੀ ਸਾਹਿਬ ਦੇ ਤੇਵਰ ਨੇ ਉਹ ਵੀ ਇੱਕਦਮ ਬਦਲੇ। ਪਹਿਲਾਂ ਬਹੁਤ ਗੱਲਾਂ ਬਾਤਾਂ ਇਹਨਾਂ ਨੇ ਵੀ ਸ਼ੁਰੂ ਦੇ ਵਿੱਚ ਕੀਤੀਆਂ ਕਿ ਜੀ ਬਹੁਤ ਕਿਸਾਨ ਹਤੈਸ਼ੀ ਅਸੀਂ ਹੈਗੇ ਆ, ਪਰ ਜਿਸ ਦਿਨ ਮੋਦੀ ਸਾਹਿਬ ਨਾਲ ਮੀਟਿੰਗ ਹੋਈ ਉਸ ਤੋਂ ਬਾਅਦ ਗੱਲਾਂ ਬਾਤਾਂ ਹੋਰ ਸੀ। ਪਰ ਹੁਣ ਜਦੋਂ ਅਮਿਤ ਸ਼ਾਹ ਦੇ ਨਾਲ ਮੀਟਿੰਗ ਕੀਤੀ ਆ, ਸੋ ਹੁਣ ਕੀ ਕਹਿੰਦੇ ਨੇ? ਅਮਿਤ ਸ਼ਾਹ ਦੇ ਨਾਲ ਜਦੋਂ ਬੈਠਕ ਕੀਤੀ ਹੈ ਉਸ ਤੋਂ ਬਾਅਦ ਜਾਨੀ ਸਾਹਿਬ ਆ ਕੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਰੂਲ ਆਫ ਲਾਅ ਨਹੀਂ ਰਿਹਾ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ 'ਚ ਬਹੁਤ ਮਾੜੀ ਹੈ, ਪੰਜਾਬ 'ਚ ਗੁੰਡਾਗਰਦੀ ਹੋ ਰਹੀ ਹੈ ਤੇ ਜਿਹੜੀ ਸੂਬਾ ਸਰਕਾਰ ਹੈਗੀ ਹੈ ਉਸ ਨੂੰ ਸ਼ਹਿ ਦੇ ਰਹੀ ਹੈ। ਸੂਬਾ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਜਿਹੜੀ ਹੈ ਵਿਚਰ ਰਹੀ ਹੈ, ਇਸ ਕਰਕੇ ਭਾਰਤੀ ਜਨਤਾ ਪਾਰਟੀ ਹੈ ਬਾਕੀਆਂ ਦੇ ਉੱਪਰ, ਉਹਨਾਂ ਦੇ ਆਗੂਆਂ ਦੇ ਉੱਪਰ ਅਟੈਕ ਹੋ ਰਹੇ ਨੇ। ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਅੰਦੋਲਨ ਚੱਲਦਾ ਪਿਆ ਹੈ, ਇਹ ਜਿਹੜਾ ਅੰਦੋਲਨ ਹੈ ਇਹ ਠੀਕ ਨਹੀਂ ਹੈਗਾ, ਸਹੀ ਤਰੀਕੇ ਦੇ ਨਾਲ ਇਸ ਨੂੰ ਲੀਡ ਨਹੀਂ ਕੀਤਾ ਜਾ ਰਿਹਾ। ਅਗਰ ਹੱਲ ਕਰਨਾ ਚਾਹੁੰਦੀ ਹੈ ਇਹ ਜਥੇਬੰਦੀਆਂ ਤਾਂ ਕਦੋਂ ਦਾ ਹੋ ਜਾਂਦਾ, 100% ਹੱਲ ਹੋ ਜਾਂਦਾ। ਬਟ ਇਹ ਜਾਣ ਬੂਝ ਕੇ ਅੜੀਆਂ ਹੋਈਆਂ ਨੇ ਜਥੇਬੰਦੀਆਂ, ਕਿਉਂਕਿ ਇਹਨਾਂ ਦਾ ਮਨੋਰਥ ਜਿਹੜਾ ਹੈਗਾ ਉਹ ਕੋਈ ਵੱਖਰਾ ਹੀ ਹੈਗਾ। ਇਹ ਕੁਝ ਹੋਰ ਸੋਚ ਕੇ ਬੈਠੀਆਂ ਨੇ, ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਸੜਕਾਂ ਤੇ ਲਿਆ ਕੇ ਇਹਨਾਂ ਨੇ ਬਿਠਾਤਾ। ਹੁਣ ਜਿਹੜੇ ਕਿਸਾਨਾਂ ਦੀ ਮੌਤ ਹੋ ਰਹੀ ਹੈ ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਜਥੇਬੰਦੀਆਂ ਨੂੰ ਹੀ ਲੈਣੀ ਪਏਗੀ, ਕਿਉਂਕਿ ਇਹੀ ਲੋਕ ਜ਼ਿੰਮੇਵਾਰ ਨੇ ਜਿਹੜੇ ਉਹਨਾਂ ਨੂੰ ਸੜਕਾਂ ਤੇ ਲਿਆ ਕੇ ਜਿਨ੍ਹਾਂ ਨੇ ਬਿਠਾ ਦਿੱਤਾ ਹੈ। ਜ਼ਿੰਮੇਵਾਰੀ ਇਹ ਉਹਨਾਂ ਦੇ ਸਿਰ ਦੇ ਉੱਤੇ ਪਾਓ, ਨਾ ਕਿ ਗਵਰਨਮੈਂਟ ਦੇ ਉੱਤੇ ਪਾਓ ਕਿ ਜਿਹੜਾ ਗਵਰਨਮੈਂਟ ਆ ਉਹ ਕੋਈ ਡਿਸੀਜਨ ਨਹੀਂ ਲੈ ਰਹੀ। ਇੰਨੀਆਂ ਮੌਤਾਂ ਨੇ ਉਹਨਾਂ ਦੇ ਉੱਤੇ, ਅੱਜ ਤੱਕ ਕਿਸੇ ਨੇ ਕੋਈ ਟਵੀਟ ਨਹੀਂ ਕੀਤਾ, ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਹੈਗਾ ਹੁਣ ਤੱਕ ਕਿ ਜੀ ਅਸੀਂ ਕਿਸ ਜਿਹੜੇ ਸਾਡੇ ਇੱਥੇ ਲੋਕ ਨੇ ਜਿਹੜੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਸੋ ਅਸੀਂ ਉਹਦੇ ਉੱਤੇ ਆਪਣਾ ਦੁੱਖ ਪ੍ਰਗਟ ਕਰਦੇ ਹਾਂ। ਸੋ ਉਹ ਹੀ ਨਹੀਂ, ਪਰ ਉਹਨਾਂ ਦੀਆਂ ਮੌਤਾਂ ਦਾ ਜਿਹੜਾ ਜ਼ਿੰਮੇਵਾਰ ਆ ਉਹ ਆਗੂਆਂ ਨੂੰ ਹੀ ਠਹਿਰਾਇਆ ਜਾ ਰਿਹਾ। ਸੋ ਇਹਦਾ ਮਤਲਬ ਤਾਂ ਇਹ ਆ ਇਹਨਾਂ ਦਾ ਕਹਿਣ ਦਾ ਕਿ ਕਿਤੇ ਨਾ ਜਾ ਕੇ ਇਹ ਕਰ ਲਓ ਤੁਸੀਂ ਕਿ ਮੰਨ ਲਓ ਬਸ ਜੋ ਅਸੀਂ ਬਣਾਤਾ ਤਾਂ ਉਸ ਚੀਜ਼ ਨੂੰ ਤੁਸੀਂ ਚੁੱਪ ਕਰਕੇ ਜੋ ਤੁਹਾਨੂੰ ਥਾਲੀ ਦੇ ਵਿੱਚ ਅਸੀਂ ਪਰੋਸ ਕੇ ਦੇਤਾ ਤਾਂ ਤੁਸੀਂ ਰੱਖ ਲਓ, ਤੁਹਾਨੂੰ ਕੁਝ ਬੋਲਣ ਦੀ ਲੋੜ ਨਹੀਂ, ਤੁਹਾਡਾ ਕੋਈ ਬਣਦਾ ਨਹੀਂ ਹੈਗਾ ਕਿ ਜੇ ਕਾਨੂੰਨ ਸਾਡੇ ਹੱਕ ਦੇ ਵਿੱਚ ਨਹੀਂ ਤਾਂ ਤੁਸੀਂ ਬੋਲੋ ਕੁਝ ਨਾ। ਕਿ ਜੋ ਹੁਣ ਤੱਕ ਡਿਕਟੇਟਰਸ਼ਿਪ ਵਾਲੀਆਂ ਗੱਲਾਂ ਚੱਲਦੀਆਂ ਆਈਆਂ ਨੇ ਕਿ ਜੋ ਅਸੀਂ ਕਹਿਤਾ ਉਹ ਅਸੀਂ ਸਹੀ ਕਰਤਾ, ਸੋ ਉਸ ਚੀਜ਼ ਨੂੰ ਮਨਾਉਣ ਦੇ ਲਈ
ਜਿਹੜਾ ਹੈਗਾ ਜੀ ਉਹਦੇ ਤੇ ਜਿਹੜਾ ਕਹਿ ਰਹੇ ਨੇ ਇਹ ਆਪਣੇ ਜਿਹੜੇ ਹੈਗੇ ਨੇ ਜਿਆਣੀ ਸਾਹਿਬ। ਸੋ ਕੀ ਆਪਾਂ ਨੂੰ ਲਾ ਐਂਡ ਆਰਡਰ ਦੀ ਤੁਸੀਂ ਜਿਹੜੀ ਗੱਲ ਆ ਉਹ ਕੀਤੀ ਆ ਕਿ ਵਾਕਈ ਤੁਸੀਂ ਉੱਥੇ ਬੈਠੇ ਹੋ ਜੀ ਪੰਜਾਬ ਦੇ ਵਿੱਚ, ਸੋ ਕੀ ਵਾਕਈ ਜਿਹੜੇ ਹਾਲਾਤ ਨੇ ਉਹ ਇਸ ਲੈਵਲ ਤੱਕ ਖਰਾਬ ਹੋਏ ਨੇ ਕਿ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣ? ਬਿਲਕੁਲ ਵੀ ਨਹੀਂ। ਬਿਲਕੁਲ, ਕਿਉਂਕਿ ਦੇਖੋ ਪੰਜਾਬ 'ਚ ਹੀ ਵਿਚਰ ਰਹੇ ਹੈ ਤੇ ਰੋਜ਼ਾਨਾ ਦੀ ਐਕਟੀਵਿਟੀਜ਼ ਜਿਵੇਂ ਪਹਿਲੇ ਚੱਲਦੀਆਂ ਸੀਗੀਆਂ ਉਸੇ ਤਰੀਕੇ ਦੇ ਨਾਲ ਅਮਨ ਅਮਾਨ ਦੇ ਨਾਲ ਚੱਲ ਰਹੀਆਂ, ਸਿਵਾਏ ਇੰਨਾ ਜਿਹੜਾ ਕਿ ਫਰਕ ਆਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਜਿਹੜਾ ਪਬਲਿਕਲੀ ਬਾਈਕਾਟ ਹੋਣਾ ਸ਼ੁਰੂ ਹੋ ਗਿਆ, ਸਿਰਫ ਉਸ ਪਾਰਟ ਨੂੰ ਛੱਡ ਕੇ ਪੰਜਾਬ ਜਿਵੇਂ ਪਹਿਲੇ ਵਿਚਰ ਰਿਹਾ ਸੀਗਾ ਉਵੇਂ ਹੁਣ ਵਿਚਰ ਰਿਹਾ, ਕੋਈ ਡਿਫਰੈਂਸ ਨਹੀਂ ਹੈ। ਕੋਈ ਡਿਫਰੈਂਸ ਨਹੀਂ ਹੈ, ਪਰ ਫਿਰ ਇਹ ਬੜਾ ਇਹਨਾਂ ਨੇ ਜ਼ੋਰ ਲਾਇਆ ਹੋਇਆ ਕਈ ਦਿਨਾਂ ਦਾ ਚੱਲ ਰਿਹਾ ਕਿ ਰਾਸ਼ਟਰਪਤੀ ਰਾਜ ਵਾਲੀ ਸਥਿਤੀ ਹੈ ਜਿਹੜੀ ਆਈ ਪਈ ਆ, ਸਿਰਫ ਇੱਕ ਸੂਟ ਕਰਦਾ ਨਾ ਕਮਨ ਜੀ, ਉਹਨਾਂ ਨੂੰ ਸੂਟ ਕਰਦਾ। ਬਿਲਕੁਲ, ਕਿਉਂਕਿ ਇੱਕ ਟਾਵਰ ਤੋੜਨ ਪਿੱਛੇ ਜਾਂ ਭਾਜਪਾ ਦੇ ਸਿਰਫ ਆਗੂਆਂ ਦੇ ਉੱਤੇ ਜੇ ਹੁਣ ਤੁਸੀਂ ਕੋਈ ਗਲਤ ਕੰਮ ਕਰੋਗੇ ਤਾਂ ਡੈਫੀਨਿਟਲੀ ਲੋਕ ਤੁਹਾਡੇ ਪਿੱਛੇ ਪੈਣਗੇ। ਦੇਖੋ ਬਾਕੀ ਪਾਰਟੀਆਂ ਨੇ, ਹੁਣ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ, ਜਿੱਥੇ ਵੀ ਅਕਾਲੀ ਦਲ ਵਾਲੇ ਜਾਂਦੇ ਨੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਜਾ ਕੇ। ਸੋ ਅਗਰ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਤਾਂ ਤੁਹਾਡਾ ਵਿਰੋਧ ਕਿਉਂ ਨਹੀਂ ਹੋਊਗਾ ਅਗਰ ਤੁਸੀਂ ਕੋਈ ਗਲਤ ਕੰਮ ਕਰੋਗੇ? ਮੇਰੇ ਨਾਲ ਲਾਈਨ ਹੈਗੀ ਹੈ ਜੀ, ਇੱਕ ਆਪਾਂ ਉਹ ਵੀ ਔਨ 에ਅਰ ਕਰ ਲਈਏ ਤੇ ਆਪਣੇ ਨਾਲ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ, ਮੈਂ ਸੰਧੂ। ਹਾਂਜੀ ਸੰਧੂ ਸਾਹਿਬ, ਕੀ ਹਾਲ ਚਾਲ ਨੇ? ਠੀਕ ਹੋ ਜੀ? ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ ਨੂੰ ਵੀ ਜੀ। ਵਾਲੀਆ ਸਾਹਿਬ ਦੀ ਗੁੱਡ ਈਵਨਿੰਗ ਹੈ ਤੇ ਸਾਡੀ ਗੁੱਡ ਮਾਰਨਿੰਗ ਹੈ। ਬਿਲਕੁਲ ਜੀ। ਅੱਛਾ, ਮੈਂ ਨਾ ਤੁਹਾਡੇ ਨਾਲ ਆਪਣੇ ਕੁਝ ਵਿਚਾਰ ਸਾਂਝੇ ਕਰਨੇ ਚਾਹੁੰਦਾ। ਜੀ ਬਿਲਕੁਲ, ਗੋ ਹੈਡ ਪਲੀਜ਼। ਸ਼ਾਇਦ ਮੈਨੂੰ ਥੋੜਾ ਸਮਾਂ ਵੀ ਲੱਗ ਜੇ ਜੀ, ਦੋ ਤਿੰਨ ਡਿਫਰੈਂਟ ਪੁਆਇੰਟਸ ਤੇ ਡਿਸਕਸ਼ਨ ਕਰਾਂਗਾ ਜੀ। ਇੱਕ ਤਾਂ ਹੈ ਕਿ ਵੀ ਉਹ ਜਿਹੜੇ ਕੋਈ ਲੱਖਾ ਸਿੰਘ ਨੇ, ਮੈਂ ਉਹਨਾਂ ਨੂੰ ਨਾ ਬਾਬਾ ਕਹਿਣਾ ਨਾ ਮੈਂ ਸੰਤ ਕਹਿਣਾ, ਕਿਉਂਕਿ ਸਾਡੀ ਸਿੱਖ ਰਿਲੀਜਨ ਦੇ ਵਿੱਚ ਨਾ ਕੋਈ ਬਾਬਾ ਹੈ ਤੇ ਨਾ ਕੋਈ ਸੰਤ ਹੈ ਜੀ। ਸਾਡੇ ਗੁਰੂ ਸਾਹਿਬ ਦੇ ਦੌਰਾਨ ਸਿਰਫ ਇੱਕ ਦੋ ਬੰਦਿਆਂ ਨੂੰ ਬਾਬੇ ਦਾ ਰੁਤਬਾ ਦਿੱਤਾ ਗਿਆ ਸੀ, ਜਿਨ੍ਹਾਂ ਦੇ ਇੱਕ ਬਾਬਾ ਬੁੱਢਾ ਜੀ ਬਿਲਕੁਲ ਜੀ ਬਾਬੇ ਦਾ ਰੁਤਬਾ। ਆਪ ਦਾ ਰੁਤਬਾ ਤਾਂ ਗੁਰੂ ਸਾਹਿਬ ਦੀ ਹਿਸਟਰੀ ਦੇ ਵਿੱਚ ਬਿਲਕੁਲ ਹੀ ਕਿਸੇ ਨੂੰ ਨਹੀਂ ਦਿੱਤਾ ਜੀ। ਸਿਰਫ ਰੱਬ ਨੂੰ ਹੀ ਸੰਤ ਦਾ ਰੁਤਬਾ ਸੀ। ਬਿਲਕੁਲ ਜੀ। ਹੁਣ ਪੁਆਇੰਟ ਆਉਂਦਾ ਹੈ ਕਿ ਵੀ ਉਹਨਾਂ ਦੀ ਕ੍ਰੈਡੀਬਿਲਿਟੀ ਕੀ? ਲੱਖਾ ਸਿੰਘ ਦੀ ਕੀ ਕ੍ਰੈਡੀਬਿਲਿਟੀ? ਮੈਂ ਤਾਂ ਨਾਮ ਹੀ ਪਹਿਲੀ ਵਾਰ ਸੁਣਿਆ ਜੀ। ਬਿਲਕੁਲ ਜੀ। ਹੁਣ ਇਹ ਦੇਖੋ ਵੀ ਉਹਨਾਂ ਦੀ ਹਿਸਟੋਰੀਕਲੀ ਕੀ ਕੰਟਰੀਬਿਊਸ਼ਨ ਹੈ ਸਾਡੇ ਕਿਸਾਨ ਸਮਾਜ ਦੇ, ਕਿਸਾਨ ਦੇ ਇੱਕ ਜਿਹੜਾ ਕਿੱਤਾ ਕਿਸਾਨੀ ਦਾ, ਉਹਦੇ ਵਿੱਚ ਅੱਜ ਤੱਕ ਉਹਨਾਂ ਨੇ ਕੀ ਕਿੰਨੇ ਕਦੋਂ ਕੰਟਰੀਬਿਊਟ ਕੀਤਾ, ਕੀ ਉਹ ਹਿਸਟੋਰੀਕਲੀ ਅਸੀਂ ਉਹਨਾਂ ਨੂੰ ਫਿਗਰ ਆਊਟ ਕਰ ਸਕਦੇ? ਬਿਲਕੁਲ, ਕੀ ਹਿਸਟਰੀ ਹੈ ਉਹਨਾਂ ਦੀ ਇਸ ਦੇ ਵਿੱਚ? ਜਿਹੜੀ ਕਿ ਮੈਂ ਅੱਜ ਤੱਕ ਨਾ ਉਹਨਾਂ ਦਾ ਮੈਂ ਨਾ ਹੀ ਪਹਿਲੀ ਵਾਰੀ ਸੁਣਿਆ। ਬਿਲਕੁਲ। ਨੰਬਰ 2, ਉਹਨਾਂ ਦੀ ਫੋਲੋਅਰਸ਼ਿਪ ਕਿੰਨੀ? ਸਿੱਖ ਜਿਹੜੇ ਸਿੱਖ ਕਮਿਊਨਿਟੀ ਦੇ ਉਹਨਾਂ ਨੂੰ ਤੁਸੀਂ ਸੰਤ ਕਹੇ, ਇਹਨਾਂ ਨੇ ਕਹਿ ਕੇ ਬਾਬਾ ਕਹਿ ਕੇ ਉਹਨਾਂ ਨੇ ਇੰਟਰੋਡਿਊਸ ਕਰ ਰਹੇ ਨੇ ਆ, ਜਿਵੇਂ ਵਾਲੀਆ ਸਾਹਿਬ ਨੇ ਕਿਹਾ ਵੀ ਪ੍ਰਗਟ ਹੋਏ ਨੇ ਜੀ ਤੇ ਉਸ ਮਤਲਬ ਸਿੱਖਾਂ ਦੇ ਬਾਬਾ ਜੀ ਕਹਿ ਕੇ ਪ੍ਰਗਟ ਕਰਵਾਏ ਗਏ ਨੇ। ਬਿਲਕੁਲ, ਇਹ ਪੈਰਾਸ਼ੂਟ ਰਾਹੀਂ ਤਾਂ ਕਿਸੇ ਨਾ ਕਿਸੇ ਨੇ ਉਤਾਰਨਾ ਹੁੰਦਾ ਹੀ ਹੈ ਜੀ, ਸੋ ਪੈਰਾਸ਼ੂਟ ਰਾਹੀਂ ਉਤਰ ਆਏ ਨੇ। ਤੇ ਉਹਨਾਂ ਦੀ 60% ਪੋਪੂਲੇਸ਼ਨ ਸਿੱਖਾਂ ਦੀ ਪੰਜਾਬ 'ਚ ਹੈ ਜੀ। 60% ਦੇ ਵਿੱਚੋਂ ਕਿੰਨੇ ਪਰਸੈਂਟ ਉਹਨਾਂ ਨੂੰ ਫੋਲੋ ਕਰਦੇ ਨੇ? ਬਿਲਕੁਲ, ਮੈਨੂੰ ਲੱਗਦਾ 2-3% ਜੀ ਰਿਪਰੈਜ਼ੈਂਟ ਕਰਨ ਆ ਰਹੇ ਨੇ। ਬਿਲਕੁਲ, ਕਿਉਂਕਿ ਸਾਡੇ ਜਿਹੜੇ ਮੁੱਦੇ ਬਹੁਤ ਕਲੀਅਰ ਨੇ ਜੀ, ਅਨਕਨਸਟੀਟਿਊਸ਼ਨਲੀ ਲਾਅ ਪਾਸ ਕੀਤੇ ਗਏ ਨੇ ਤੇ ਉਹ ਲਾਅ ਅਸੀਂ ਰਿਪੀਲ ਕਰਾਉਣੇ ਨੇ। ਅਸੀਂ ਸਾਡਾ ਘੱਟ ਅਸੀਂ ਕੁਛ ਕਰਨ ਨੂੰ ਤਿਆਰ ਨਹੀਂ ਤਾਂ ਫਿਰ ਨੈਗੋਸ਼ੀਏਸ਼ਨ ਕਰ ਜੀ ਸਾਡੇ ਕੋਲ ਪ੍ਰੋਡਕਸ਼ਨ ਹੋ। ਸੋ ਏਦਾਂ ਦੇ ਬੰਦਿਆਂ ਨੂੰ ਤਾਂ ਆਪਾਂ ਨੂੰ ਕੰਪਲੀਟਲੀ ਉਹਨਾਂ ਦੀ ਕ੍ਰੈਡੀਬਿਲਿਟੀ ਦੇ ਬੇਸ ਤੇ ਉਹਨਾਂ ਨੂੰ ਰਿਜੈਕਟ ਕਰ ਦੇਣਾ ਚਾਹੀਦਾ। ਉਹ ਮੈਟਰ ਨਹੀਂ ਕਰਦੇ ਤੇ ਉਹਨਾਂ ਨੂੰ ਸਾਨੂੰ ਵੇਟ ਵੀ ਨਹੀਂ ਦੇਣਾ ਚਾਹੀਦਾ, ਕੋਈ ਪੋਜੀਸ਼ਨ ਨਹੀਂ ਦੇਣਾ ਚਾਹੀਦਾ। ਬਿਲਕੁਲ, ਲੋਕਾਂ ਵੱਲੋਂ ਤਾਂ ਜੀ ਆਲਰੇਡੀ ਰਿਜੈਕਟਡ ਹੀ ਨੇ, ਚਾਹੇ ਉਹ ਠੀਕ ਆ ਗਵਰਨਮੈਂਟ ਆਪਣੇ ਵੱਲੋਂ ਜ਼ਰੂਰ ਕਰਦੀ ਹੋਊਗੀ, ਪਰ ਜੇ ਆਪਾਂ ਦੇਖਿਆ ਜਾਵੇ ਤਾਂ ਲੋਕਾਂ ਵੱਲੋਂ ਤਾਂ ਆਲਰੇਡੀ ਰਿਜੈਕਟ ਹੋ ਚੁੱਕੇ ਨੇ। ਅਗਰ ਤੁਸੀਂ ਕੱਲ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਦੇਖੋ ਤਾਂ ਉਹ ਲੋਕ ਆਲਰੇਡੀ ਉਹਨਾਂ ਨੂੰ ਰਿਜੈਕਟ ਕਰ ਚੁੱਕੇ ਨੇ ਕਿ ਵੀ ਇਹ ਵਿਚੋਲਿਆਂ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ, ਇਹਨਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ। ਤੇ ਉਹ ਬਹੁਤ ਹੀ ਵਧੀਆ ਹੋ ਗਿਆ ਜੀ। ਬਿਲਕੁਲ। ਹੁਣ ਰਹੀ ਗੱਲ ਅੱਜ ਦੀ, ਮੈਨੂੰ ਬੜੀ ਅਫਸੋਸ ਹੋਇਆ, ਦੁੱਖ ਲੱਗਿਆ ਕਿ ਵੀ ਹਲੇ ਵੀ ਸਾਡੇ ਜਿਹੜੀਆਂ ਮੀਟਿੰਗਸ ਨੇ ਇਹ ਸਿੱਟਾਂ ਨਿਕਲ ਰਹੀਆਂ ਨੇ। ਬਿਲਕੁਲ,
ਜਦੋਂ ਕਿ ਸਾਡੇ ਵੱਲੋਂ ਇੱਕ ਕਲੀਅਰ ਮੈਸੇਜ ਹੈ ਗਵਰਨਮੈਂਟ ਨੂੰ ਕਿ ਬਈ ਅਸੀਂ ਇਹਨਾਂ ਲਾਜ਼ ਦੀ ਰਿਪੀਲ ਹੋਣ ਤੋਂ ਘੱਟ ਅਸੀਂ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ। ਜੀ ਜੀ। ਉਹ ਸਾਡਾ ਟਾਈਮ ਕਿਉਂ ਵੇਸਟ ਕਰ ਰਹੇ ਨੇ, ਕਿਉਂ ਤੇ ਤਾਰੀਖ ਪਰ ਤਾਰੀਖ ਵਾਲਾ ਕੰਮ ਚੱਲ ਰਿਹਾ ਹੈ। ਟਰੂ ਇਹ ਹੈ ਜੀ ਵੀ ਇਹਨਾਂ ਨੇ ਸਿਖਾਉਣਾ ਚਾਹੁੰਦੇ ਨੇ। ਬਿਲਕੁਲ ਬਿਲਕੁਲ ਦੇਖੋ ਕਿੰਨਾ ਸਖਤ ਹੈ। ਬਿਲਕੁਲ ਬਿਲਕੁਲ। ਹੁਣ ਜਿਹੜਾ ਸਾਡੇ ਲਈ ਕਰਨ ਵਾਲਾ ਕੰਮ ਕੀ ਹੈ, ਜਾਂ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੀ ਕਰਨਾ ਹੈ ਜੀ। ਇੱਕ ਤਾਂ ਮੇਰਾ ਜਿਹੜਾ ਖੈਰ ਮੈਂ ਗਲਤ ਹੋ ਸਕਦਾ, ਆਪਣੇ ਤੁਹਾਡਾ ਵੀ ਤੇ ਵਾਲੀਆ ਸਾਹਿਬ ਦਾ ਵੀ ਐਕਸਪੀਰੀਅੰਸ ਬਹੁਤ ਜ਼ਿਆਦਾ ਜੀ। ਇੱਕ ਤਾਂ ਸਿੱਧਾ ਇਹਨਾਂ ਤੋਂ ਹੁਣ ਰੈਜ਼ਿਗਨੇਸ਼ਨ ਹੀ ਮੰਗ ਲੈਣਾ ਚਾਹੀਦਾ ਕਿ ਤੁਸੀਂ ਜਿਹੜੀ ਗਵਰਨਮੈਂਟ ਹੈ ਦੇ ਮਸਟ ਰਿਜ਼ਾਈਨ, ਰੀ-ਇਲੈਕਸ਼ਨ, ਪ੍ਰੂਵ ਫਾਈਟ ਦਾ ਇਲੈਕਸ਼ਨ ਔਨ ਦਿਸ ਥ੍ਰੀ ਲਾਜ਼ ਜੀ। ਕਿ ਇਹ ਲਾਅ ਨੇ ਇਹਨਾਂ ਦੇ ਬੇਸ ਤੇ ਇਲੈਕਸ਼ਨ ਲੜਾਂਗੇ ਮੈਦਾਨ ਚ। ਜੀ 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 ਜੀ। ਸਾਬਤ ਕਰੋ ਕਿ ਤੁਹਾਡੀ ਕ੍ਰੈਡੀਬਿਲਿਟੀ ਤੁਹਾਡੀ ਇਹਨਾਂ ਲਾਜ਼ ਨੂੰ ਲੈ ਕੇ ਪਬਲਿਕ ਦੇ ਵਿੱਚ ਤੁਹਾਡੀ ਕ੍ਰੈਡੀਬਿਲਿਟੀ ਹੈ, ਪਬਲਿਕ ਐਕਚੁਅਲੀ ਤੁਹਾਨੂੰ ਪਸੰਦ ਕਰਦੀ ਹੈ। ਬਿਲਕੁਲ। ਨੰਬਰ 2, ਜਿਹੜੀਆਂ ਅੱਗੇ ਤੋਂ ਅਸੀਂ ਈਵੀਐਮ ਤੇ ਕੋਈ ਜਿਹੜੀਆਂ ਵੋਟਾਂ ਨਹੀਂ ਪੈਣ ਦੇਣੀਆਂ, ਪੇਪਰ ਬੈਲਟ ਤੇ ਪੇਪਰ ਈਵੀਐਮ ਨਹੀਂ ਯੂਜ਼ ਕਰਨੀ। ਜੀ ਜੀ ਬਿਲਕੁਲ ਬਿਲਕੁਲ। ਹਾਂ, ਈਵੀਐਮ ਨਹੀਂ ਅਸੀਂ ਯੂਜ਼ ਕਰਨ ਦੇਣੀ ਜੀ। ਨੰਬਰ 3, ਜੇ ਤੁਸੀਂ ਨੈਕਸਟ ਮੀਟਿੰਗ ਜਿਹੜੀਆਂ ਵੀ ਕਰਨੀਆਂ ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਐਂਡ ਜਿਹੜਾ ਮੇਨ ਸਟ੍ਰੀਮ ਮੀਡੀਆ ਉਹਦੇ ਤੇ ਲਾਈਵ ਟੈਲੀਕਾਸਟ ਹੋਣੀ ਬਹੁਤ ਇੰਪੋਰਟੈਂਟ। ਜ਼ਰੂਰ ਇੰਪੋਰਟੈਂਟ। ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਦੇ। ਜੀ 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 ਜੀ। ਲਾਈਵ ਟੈਲੀਕਾਸਟ ਕਰੋ, ਲੋਕਾਂ ਨੂੰ ਪਤਾ ਤਾਂ ਲੱਗੇ ਵੀ ਉੱਥੇ ਗੱਲ ਕੀ ਹੁੰਦੀ ਹੈ। ਬਿਲਕੁਲ ਤੁਸੀਂ ਕੀ ਗੱਲ ਕਰ ਰਹੇ ਹੋ। ਬਿਲਕੁਲ ਬਿਲਕੁਲ। ਇਹ ਬਹੁਤ ਇੰਪੋਰਟੈਂਟ ਹੈ। ਬਿਲਕੁਲ। ਇੱਕ ਪੁਆਇੰਟ ਜਿਹੜਾ ਮੇਰਾ ਨੈਕਸਟ ਹੈ ਉਹ ਹੈ ਵੀ ਜਿਹੜੀ ਦਿੱਲੀ ਦੇ ਆਲੇ ਦੁਆਲੇ ਕਿਸਾਨਾਂ ਦੀ ਘੇਰਾਬੰਦੀ ਹੈ ਉਹਨੂੰ ਹੁਣ ਟਾਈਟ ਕਰ ਦੇਣਾ ਚਾਹੀਦਾ। ਉਹਨੂੰ ਟਾਈਟ ਕਰ ਦੇਣਾ ਚਾਹੀਦਾ। ਬੇਸ਼ੱਕ ਉਹਨੂੰ 2-2 ਮੀਲ 4-4 ਮੀਲ ਉਹਨੂੰ ਕਹਿਣਾ ਵੀ ਅਸੀਂ ਅੰਦਰ ਨੂੰ ਆਉਣਾ, ਕਿਉਂਕਿ ਬਾਹਰ ਨੂੰ ਐਕਸਪੈਂਡ ਕਰ ਰਹੇ ਹਾਂ, ਅਸੀਂ ਅੰਦਰ ਨੂੰ ਆਉਣਾ ਸ਼ੁਰੂ ਕਰਨਾ ਜੀ। ਤੇ ਅਸੀਂ ਇਵੈਂਚੁਅਲੀ ਟੋਟੀ ਪਾਰਲੀਮੈਂਟ ਬਿਲਡਿੰਗ ਤੱਕ ਕਰਾਓ ਜੀ। ਕਰਦੇ ਆ ਜੀ ਵਾਲੀਆ ਸਾਹਿਬ ਦੇ ਨਾਲ ਗੱਲਬਾਤ। ਥੈਂਕ ਯੂ ਫॉर योर ਕਾਲ ਸੰਧੂ ਸਾਹਿਬ, ਬਹੁਤ ਸ਼ੁਕਰੀਆ। ਥੈਂਕ ਯੂ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ। ਗੌਰਵ ਜੀ 4 ਪੁਆਇੰਟ ਕਰੇ। ਪਹਿਲੀ ਗੱਲ ਤਾਂ ਇਹਨਾਂ ਦਾ ਸੀਗਾ ਕਿ ਰਿਜ਼ਾਈਨ। ਸੋ ਆਪਾਂ ਨੂੰ ਲੱਗਦਾ ਕਿ ਇਹ ਰੈਜ਼ਿਗਨੇਸ਼ਨ ਦੇਣਗੇ। ਜੇ ਇਹਨਾਂ ਨੇ ਰੈਜ਼ਿਗਨੇਸ਼ਨ ਦੇਣੇ ਹੁੰਦੇ, ਇਹਨਾਂ ਤੋਂ ਰੈਜ਼ਿਗਨੇਸ਼ਨ ਮੰਗਦੇ। ਆਮ ਪਬਲਿਕ ਦੇ ਕਹੇ ਤੇ ਇਹਨਾਂ ਲੋਕਾਂ ਨੇ ਰੈਜ਼ਿਗਨੇਸ਼ਨ ਕਿੱਥੇ ਦੇਣੇ ਨੇ, ਜਦੋਂ ਤਾਂ ਇਹ ਜੇ ਅਗਰ ਇਹਨਾਂ ਦੀ ਆਪੋਜੀਸ਼ਨ ਵੀ ਕਹਿੰਦੀ ਆ ਤਾਂ ਇਹਨਾਂ ਨੂੰ ਰਿਜ਼ਾਈਨ ਕਰਨਾ ਕਿ ਆ ਜਾਓ ਤੁਸੀਂ ਇਲੈਕਸ਼ਨ ਜਿਹੜੀਆਂ ਕਰ ਦਿਓ, ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿਓ। ਇਜ਼ ਇਟ ਪੋਸੀਬਲ? ਨਹੀਂ, ਬਿਲਕੁਲ ਪੋਸੀਬਲ ਨਹੀਂ ਹੈ ਜੀ, ਕਿਉਂਕਿ ਭਾਰਤੀ ਜਨਤਾ ਪਾਰਟੀ ਅੱਜ ਦੇ ਵੇਲੇ ਇੰਨਾ ਵੱਡਾ ਸੁਪਨਾ ਜਿਹੜਾ ਸੰਜੋ ਕੇ ਬੈਠੀ ਹੋਈ ਹੈ ਕਿ ਹੁਣ ਆਉਣ ਦੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਅਦਰ ਦੈਨ ਭਾਰਤੀ ਜਨਤਾ ਪਾਰਟੀ ਕੋਈ ਵੀ ਜਿਹੜੀ ਪਾਰਟੀ ਹੈ ਕੇਂਦਰ ਦੇ ਵਿੱਚ ਜਿਹੜੀ ਹੈ ਹਕੂਮਤ 'ਚ ਆਏਗੀ ਹੀ ਨਹੀਂ। ਉਹਨਾਂ ਨੂੰ ਜੋ ਲੱਗਦਾ ਹੈ ਕਿ ਉਹਨਾਂ ਨੇ ਪੂਰੀ ਤਰ੍ਹਾਂ ਮਤਲਬ ਕਿ ਅਜਿਹਾ ਸਿਸਟਮ ਬਣਾ ਲਿਆ, ਬਾਕੀ ਪਾਰਟੀਆਂ ਦੂਰ ਦੂਰ ਤੱਕ ਦਿਖਾਈ ਨਹੀਂ ਦਿੰਦੀਆਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀ ਹੀ ਬਣਨਗੀਆਂ। ਕਿ ਦੇਖੋ ਪਿਛਲੀ ਚੋਣਾਂ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਵੀ ਸੁਖਬੀਰ ਬਾਦਲ ਕਹਿੰਦੇ ਸੀ ਕਿ ਅਗਲੇ 25 ਸਾਲ ਤੱਕ ਤਾਂ ਅਕਾਲੀ ਦਲ ਭਾਜਪਾ ਦੀ ਹੀ ਸਰਕਾਰ ਰਹਿਣੀ ਹੈ ਜੀ। ਔਰ ਦੂਜੀ ਪਤਾ ਤਾਂ ਉਸ ਤੋਂ ਅਗਲੀ ਵਾਰੀ ਜਿਹੜੀ ਇਹ ਚੇਂਜ ਹੋ ਗਈ ਜੀ। ਦੂਜੀ ਗੱਲ ਆ ਈਵੀਐਮ ਦੀ। ਈਵੀਐਮ ਦਾ ਹੁਣ ਤੱਕ ਬਹੁਤ ਰੌਲਾ ਪਿਆ, ਹਰੇਕ ਵਾਰ ਹੀ ਰੌਲਾ ਪੈਂਦਾ ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਨੇ ਕਿ ਈਵੀਐਮ ਨੂੰ ਬੰਦ ਕਰੋ ਜੀ, ਬੈਲਟ ਪੇਪਰ ਦੇ ਉੱਪਰ ਜਿਹੜੀਆਂ VOTING ਆ ਉਹ ਹੋਵੇ। ਸੋ ਇਹਦਾ ਸਿਸਟਮ ਥੋੜਾ ਜਿਹਾ ਸਮਝਾਇਓ ਕਿ ਕੀ ਹੈ, ਕਿਉਂ ਅਗੇਨ ਜਿਹੜੀਆਂ ਈਵੀਐਮ ਮਸ਼ੀਨਸ ਨੇ ਉਹ ਯੂਜ਼ ਕਰਦੇ ਨੇ। ਕੀ ਜਦੋਂ ਆਪੋਜੀਸ਼ਨ ਪਾਰਟੀ ਇਲੈਕਸ਼ਨ ਕਮਿਸ਼ਨ ਕੋਲੇ ਜਾ ਕੇ ਕਹਿੰਦੀ ਆ ਜਾਂ ਰਿਪੋਰਟ ਕਰਦੀ ਆ ਜਾਂ ਸ਼ਿਕਾਇਤ ਕਰਦੀ ਆ, ਕੀ ਇਲੈਕਸ਼ਨ ਕਮਿਸ਼ਨ ਉਹ ਈਵੀਐਮ ਬੰਦ ਕਰਕੇ ਬੈਲਟ ਪੇਪਰਸ ਦੇ ਉੱਤੇ ਇਲੈਕਸ਼ਨਸ ਨਹੀਂ ਕਰਵਾ ਸਕਦਾ? ਕੀ ਰੀਜ਼ਨ ਆ ਕਿ ਦੁਬਾਰਾ ਤੋਂ ਦੁਬਾਰਾ ਫਿਰ ਈਵੀਐਮ ਯੂਜ਼? ਬਿਲਕੁਲ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਹੈਗਾ ਉਹ ਬਿਲਕੁਲ ਈਵੀਐਮ ਨੂੰ ਬੰਦ ਕਰਕੇ ਬੈਲਟ ਪੇਪਰ ਤੇ ਜਿਹੜਾ ਹੈ ਇਲੈਕਸ਼ਨ ਕਰਵਾ ਸਕਦਾ ਜੀ। ਪਰ ਇਸ ਦੇ ਵਿੱਚ 2 ਚੀਜ਼ਾਂ ਬੜੀਆਂ ਇੰਪੋਰਟੈਂਟ ਹੈਗੀਆਂ। ਪਹਿਲੀ ਤਾਂ ਇਹ ਹੈ ਕਿ ਜਿਹੜੀ ਮੁਲਕ ਦੀ ਸਰਕਾਰ ਹੈਗੀ ਹੈ ਕਿ ਉਹ ਉਸ ਦੇ ਉੱਪਰ ਰਾਜ਼ੀ ਹੈ। ਪਹਿਲੀ ਗੱਲ ਜਿਹੜੀ ਕਿ ਐਬਸੋਲੂਟ ਮੈਜੋਰਟੀ ਦੇ ਵਿੱਚ ਬੈਠੀ ਹੋਈ, ਕਿਉਂਕਿ ਉਸ ਦੇ ਇਸ਼ਾਰਿਆਂ ਦੇ ਉੱਪਰ ਹੀ ਹੋਏਗਾ। ਕਹਿਣ ਨੂੰ ਹੁੰਦਾ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਕਿ ਸਟੈਚੂਟਰੀ ਬਾਡੀ ਹੈਗੀ ਹੈ, ਆਪਣੇ ਆਪ 'ਚ ਇੰਡੀਪੈਂਡੈਂਟ ਬਾਡੀ ਹੈ ਜੋ ਡਿਸੀਜਨ ਖੁਦ ਲੈਂਦੀ ਹੈ। ਸਭ ਨੂੰ ਪਤਾ ਕਿ ਇੰਡੀਪੈਂਡੈਂਟ ਅਜਿਹੀ ਗੱਲਬਾਤ ਹੁੰਦੀ ਨਹੀਂ ਹੈ। ਆਪੇ ਜਿੰਨੇ ਵੀ ਜਾਣਦੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿਹੜੇ ਕਮਿਸ਼ਨਰ ਨੇ ਜਾਂ ਕੋਈ ਵੀ, ਉਹ ਸਰਕਾਰ ਹੀ ਲਗਾਉਂਦੀ ਹੈ ਤੇ ਉਹਨਾਂ ਦੇ ਅਕੋਰਡਿੰਗ ਹੀ ਸਿਸਟਮ ਚੱਲਦਾ ਹੈ। ਦੂਜੇ ਪਾਸੇ ਜਿਹੜੀ ਆਪੋਜੀਸ਼ਨ ਪਾਰਟੀਆਂ ਹੈਗੀਆਂ ਉਹ ਸਾਰੀਆਂ ਯੂਨਾਈਟਿਡਲੀ ਸਾਰਾ ਆਪੋਜੀਸ਼ਨ ਜਾਵੇ ਤਾਂ ਇੱਕ ਰਿਪਰੈਜ਼ੈਂਟੇਸ਼ਨ ਦੇਵੇ, ਦੇਸ਼ ਦੇ ਵਿੱਚ ਇੱਕ ਮਤ ਬਣੇ, ਪੂਰੇ ਦੇਸ਼ ਦੇ ਵਿੱਚ ਇੱਕ ਆਵਾਜ਼ ਬਣ ਜਾਏ ਕਿ ਇਸ ਵਾਰ ਜਿਹੜੀ ਇਲੈਕਸ਼ਨ ਹੋਣਗੀਆਂ ਉਹ ਈਵੀਐਮ ਦੇ ਰਾਹੀਂ ਨਹੀਂ ਬਲਕਿ ਬੈਲਟ ਪੇਪਰ ਦੇ ਰਾਹੀਂ ਹੋਣਗੀਆਂ। ਅਗਰ ਇਹ ਪੂਰੀ ਇੱਕ ਲਹਿਰ ਬਣ ਜਾਏ, ਲੋਕਾਂ ਦੇ ਵਿਚਾਲੇ ਸਾਰੀ ਪਾਰਟੀਆਂ ਯੂਨਾਈਟਿਡਲੀ ਇਹ ਚੀਜ਼ ਨੂੰ ਪਿਚਨ ਕਰਨ ਤਾਂ ਜਾ ਕੇ ਪੋਸੀਬਲ ਹੋਏਗਾ। ਪਰ ਉਸ ਦੇ ਵਿੱਚ ਵੀ ਰੋੜਾ ਇਹ ਹੈਗਾ
ਕਿ ਇਹ ਚੀਜ਼ ਜਿਹੜੀ ਮੁਲਕ ਦੀ ਹੁਕਮਰਾਨ ਪਾਰਟੀ ਹੁੰਦੀ ਹੈ ਉਹ ਕਦੀ ਨਹੀਂ ਚਾਹੇਗੀ, ਕਿਉਂਕਿ ਜਿਹੜੀ ਚੀਜ਼ ਉਹਨੂੰ ਸੂਟ ਕਰਦੀ ਹੈ, ਉਸਨੂੰ ਮਾਫਕ ਆ ਰਹੀ ਹੈ, ਉਹ ਕਿਉਂ ਚਾਹੇਗੀ ਕਿ ਦੂਜੇ ਸਿਸਟਮ ਤੇ ਜਾਇਆ ਜਾਏ। ਬਿਲਕੁਲ 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 ਸਹੀ ਹੈ ਜੀ। ਕਿਉਂਕਿ ਇਹ ਹੈ ਕਿ ਵੀ ਆਮ ਲੋਕ ਜਿਹੜੇ ਗੱਲ ਕੀਤੀ ਹੈ ਕਿ ਆਮ ਲੋਕ ਜਿੰਨਾ ਮਰਜ਼ੀ ਚਾਹੇ ਉਹ ਰੈਜ਼ਿਗਨੇਸ਼ਨ ਦੀ ਮੰਗ ਕਰ ਲੈਣ, ਚਾਹੇ ਉਹ ਈਵੀਐਮ ਮਸ਼ੀਨਾਂ ਬੰਦ ਕਰਾਉਣ ਦਾ ਰੌਲਾ ਪਾ ਲੈਣ, ਪਰ ਇਹ ਲੋਕ ਉਹਨੂੰ ਬੰਦ ਨਹੀਂ ਹੋਣ ਦੇਣਗੇ, ਕਿਉਂਕਿ ਮੈਜੋਰਿਟੀ ਦੇ ਵਿੱਚ ਇਹ ਲੋਕ ਉੱਥੇ ਬੈਠੇ ਨੇ। ਸੋ ਇਸ ਵਜ੍ਹਾ ਕਰਕੇ ਇਹਨਾਂ ਚੀਜ਼ਾਂ ਨੂੰ ਇੰਨੀ ਈਜ਼ੀਲੀ ਜਿਹੜਾ ਹੈਗਾ ਨਹੀਂ ਕੀਤਾ ਜਾ ਸਕਦਾ। ਹਾਂ, ਡੈਫੀਨੇਟਲੀ ਸਮੇਂ ਦੀ ਮੰਗ ਹੈਗੀ ਆ ਕਿ ਅਗਰ ਇਹ ਚੀਜ਼ਾਂ ਚੇਂਜ ਹੁੰਦੀਆਂ ਨੇ ਇਹਨਾਂ ਦੇ ਉੱਤੇ ਅਸਰ ਪਊਗਾ ਅਗਰ ਵੋਟਾਂ, ਪਰ ਇਹਨਾਂ ਨੇ ਇਹ ਕੰਮ ਨਹੀਂ ਕਰਨੇ। ਅਗਰ ਰੈਜ਼ਿਗਨੇਸ਼ਨ ਦੇਣੇ ਆ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ, ਤੇ ਅਗਰ ਇਹ ਤਾਂ ਜਿਹੜੇ ਆ 3 ਬਿੱਲ ਨੇ ਇਹਨਾਂ ਦੇ ਉੱਤੇ ਕੋਈ ਫੈਸਲਾ ਜਿਹੜਾ ਉਹ ਨਹੀਂ ਲੈ ਸਕੇ। ਹੁਣ ਗੱਲ ਕਰਦੇ ਆ ਕਿਸਾਨਾਂ ਦੀ। ਉਹਨਾਂ ਨੇ ਕਿਹਾ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹ ਥੋੜਾ ਜਿਹਾ ਸਟਰੋਂਗ ਕਰਨਾ ਪਏਗਾ। ਸੋ ਇਹਦੇ ਬਾਰੇ ਕੋਈ ਲੇਟੈਸਟ ਅਪਡੇਟ ਹੋਈ ਆ ਕਿ ਹੋਰ ਇਹਨੂੰ ਸਟਰੋਂਗ ਕਰਨ ਦੀ ਗੱਲ ਕਿਸਾਨ ਆਗੂਆਂ ਵੱਲੋਂ, ਕਿਉਂਕਿ ਹਜੇ ਤਾਂ ਰੀਸੈਂਟਲੀ ਖਤਮ ਹੋਈ ਹੈ, ਮੈਨੂੰ ਲੱਗਦਾ ਕੋਈ ਖਾਸ ਬਿਆਨ ਨਹੀਂ ਆਏ ਹੋਣੇ, ਪਰ ਫਿਰ ਵੀ ਅਗਰ ਕੋਈ ਅਪਡੇਟ ਹੈ ਕਿ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਬਾਰੇ ਕੁਝ ਸੋਚਿਆ? ਸੰਘਰਸ਼ ਨੂੰ ਤਿੱਖਾ ਕੀਤੇ ਬਿਨਾਂ ਕਿਸਾਨਾਂ ਦੇ ਕੋਲੋਂ, ਇਸ ਸੰਘਰਸ਼ ਦੇ ਕੋਲੋਂ ਕੋਈ ਵੀ ਹੋਰ ਆਪਸ਼ਨ ਨਹੀਂ ਹੈ। देयर इज नो अदर ऑप्शन लेफ्ट विद द फार्मर्स। कहने का भाव ये है कि लगातार आप इस चीज़ के उपर स्ट्रैस कर रहे हैं कि जो तुम एक टेबल के उपर चर्चा लिए बैठते हो तो दोनों पार्टियां बराबर का दम जड़ा रखनी चाहिए। हुण गलबात तो हो रही है, हुण सरकार का अपर हैंड हैगा। सरकार नूं लगता है कि असीं एब्सोल्यूट मेजोरिटी दे विच, बाकी मुल्क तो असीं आवाज़ आई नहीं या आण नहीं दित्ती या उठी नहीं या दबाती, वटएवर यू कैन से। ਤੇ ਇਹ ਅਗਰ ਥੋੜਾ ਜਿਹਾ ਪਾਸਾ ਇੱਕ ਦੋ ਸਟੇਟਾਂ ਦਾ, ਉਹ ਵੀ 1.5 ਸਟੇਟ ਜਿਹਨੂੰ ਕਿ ਉਹ ਪੰਜਾਬ ਅਤੇ ਥੋੜਾ ਜਿਹਾ ਹਰਿਆਣਾ ਮੰਨਦੇ ਆ, ਤੇ ਅਗਰ ਉਹ ਥੋੜਾ ਜਿਹਾ ਸ਼ੋਰ ਪਾ ਵੀ ਰਹੇ ਤਾਂ ਪਾ ਲੈਣ ਦੋ, ਕੋਈ ਨਹੀਂ, ਬੈਠੇ ਰਹਿਣ ਦੋ। ਆਪਣੇ ਬਾਕੀ ਮੁਲਕ ਵਾਸੀਆਂ ਨੂੰ ਦਿਖਾਈ ਚੱਲੋ ਕਿ ਦੇਖੋ ਅਸੀਂ ਗੱਲਬਾਤ ਕਰ ਰਹੇ ਹਾਂ। ਜਦ ਤੱਕ ਗੱਲਬਾਤ ਚਲਾਉਂਦੇ ਰਹਾਂਗੇ ਹੌਲੀ ਹੌਲੀ ਥੱਕ ਜਾਣਗੇ, ਡਿਸਪਿਊਟ ਇਹਨਾਂ 'ਚ ਆਪਸ 'ਚ ਹੋ ਜਾਣਗੇ, ਆਪਸ 'ਚ ਖੈਬੜਬਾਜ਼ੀ ਹੋ ਜਾਏਗੀ, ਆਪਣੇ ਘਰਾਂ ਨੂੰ ਤੁਰ ਜਾਣਗੇ, ਸਾਨੂੰ ਵੀ ਮੌਕਾ ਮਿਲ ਜਾਏਗਾ ਇਹਨਾਂ ਨੂੰ ਹਟਾਉਣ ਦਾ। ਇਹ ਨਹੀਂ ਹੋਏਗਾ, ਸੁਪਰੀਮ ਕੋਰਟ ਆਰਡਰ ਦੇ ਦੇਗੀ ਤਾਂ ਹਟਾ ਲਾਂਗੇ। ਬੜੇ ਸਾਰੇ ਤਰੀਕੇ ਹੈਗੇ ਆ ਇਸ ਚੀਜ਼ ਨੂੰ ਹਟਾਉਣ ਦੇ। ਤਾਂ ਸਰਕਾਰ ਇਸ ਟਾਈਮ ਬਿਲਕੁਲ ਪੇਸ਼ੈਂਟਲੀ ਕੂਲ ਹੋ ਕੇ ਇਸ ਚੀਜ਼ ਨੂੰ ਜਿਹੜਾ ਵਾਚ ਰਹੀ ਹੈ। ਪਰ ਕਿਸਾਨਾਂ ਨੂੰ ਜੇ ਸੰਘਰਸ਼, ਕਿਉਂਕਿ ਪਹਿਲੇ ਦਿਨ ਤੋਂ ਕਮਨ ਜੀ ਆਪਾਂ ਕਿਹਾ ਸੀਗਾ ਕਿ ਜਦੋਂ ਕਿਸਾਨ ਜਥੇਬੰਦੀਆਂ ਨੇ, ਹੁਣ ਤੱਕ ਬਹੁਤ ਵਧੀਆ ਪ੍ਰੋਟੈਸਟ ਜਾ ਰਿਹਾ, ਕੋਈ ਗਲਤੀ ਨਹੀਂ ਹੋਈ, ਬਹੁਤ ਵਧੀਆ, ਇਸ ਨੂੰ ਆਪਾਂ ਮੰਨ ਸਕਦੇ ਹਾਂ ਕਿ ਪੀਸਫੁਲ ਹੈਗਾ, ਸੁਪਰੀਮ ਕੋਰਟ ਨੇ ਵੀ ਮੰਨਿਆ। ਪਰ ਦੂਜੇ ਪਾਸੇ ਜਿਹੜੀ ਇੱਕ ਕਿਤੇ ਨਾ ਕਿਤੇ ਚੂਕ ਜਿਹੜੀ ਦਿਖਾਈ ਦਿੰਦੀ ਹੈ, ਜਿਹੜੀ ਆਪਾਂ ਪਹਿਲੇ ਦਿਨ ਤੋਂ ਸਟ੍ਰੈਸ ਕਰ ਰਹੇ ਹਾਂ ਕਿ ਜਦੋਂ ਪੰਜਾਬ ਦੇ ਵਿੱਚ ਡਿਸੀਜਨ ਲਿੱਤਾ ਗਿਆ ਸੀਗਾ ਕਿਸਾਨ ਭਵਨ ਦੇ ਵਿੱਚ ਕਿ ਦਿੱਲੀ ਕੂਚ ਕਰਾਂਗੇ, ਤਾਂ ਦਿੱਲੀ ਕੂਚ ਹੋਇਆ ਨਹੀਂ। ਤੁਸੀਂ ਮੰਨੋ ਗੱਲ ਨੂੰ, ਉਹ ਬਾਰਡਰ ਤੇ ਹੀ ਖਤਮ ਹੋ ਗਿਆ। ਦਿੱਲੀ ਵੱਲ ਵੱਧੇ ਜ਼ਰੂਰ ਸੀਗੇ। ਅਗਰ ਇਹ ਕੂਚ ਪੂਰਾ ਦਿੱਲੀ ਹੁੰਦਾ, ਉਸੇ ਟਾਈਮ ਗਰਮਜੋਸ਼ੀ ਦੇ ਵਿੱਚ ਦਿੱਲੀ 'ਚ ਬੈਠੇ ਹੁੰਦੇ ਤੇ ਕਿਸਾਨ ਜਿੱਤ ਕੇ ਆਪਣੇ ਘਰਾਂ 'ਚ ਵੀ ਬੈਠੇ ਹੁੰਦੇ, ਘਰਾਂ 'ਚ ਬੈਠੇ ਹੁੰਦੇ। ਔਰ ਉਸ ਚੀਜ਼ ਨੂੰ ਜਿਹੜਾ ਹੈਗਾ ਡਿਸਪਿਊਟ ਦੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਕਿਉਂਕਿ ਨਾ ਸਾਰੇ ਜਣਿਆਂ ਨੂੰ ਕਿਤੇ ਨਾ ਕਿਤੇ ਜਾ ਕੇ ਫਰਕ ਨਜ਼ਰ ਹਜੇ ਵੀ ਆ ਰਿਹਾ ਕਿ ਹਰ ਵਰਗ ਨੂੰ, ਹਰ ਜਣੇ ਨੂੰ ਨਾਲ ਲੈ ਕੇ ਨਹੀਂ ਚੱਲਿਆ ਜਾਂਦਾ। ਹੁਣ ਆਪਾਂ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਕੁਝ ਲੋਕ ਐਸੇ ਹੈਗੇ ਨੇ ਕਿ ਜਿਹੜੇ ਗਰਮ ਖਿਆਲੀ ਹੈਗੇ ਨੇ ਔਰ ਉਹ ਕਹਿੰਦੇ ਆ ਕਿ ਅਸੀਂ ਇਹ ਕਰਦੇ ਆ, ਔਰ ਉਹਨਾਂ ਨੇ ਕੀਤਾ ਵੀ। ਮੈਨੂੰ ਲੱਗਦਾ ਕਈ ਜਿਹੜੇ ਰਸਤੇ ਸੀਗੇ ਉਹਨਾਂ ਨੇ ਬਲੌਕ ਵੀ ਕੀਤੇ, ਲੱਖਾ ਸਿਧਾਣਾ ਐਂਡ ਉਹਦੀ ਜਿਹੜੇ ਨਾਲ ਯੂਥ ਸੀਗਾ। ਪਰ ਉਸ ਚੀਜ਼ ਨੂੰ ਵੀ ਕੰਡੈਮ ਕੀਤਾ ਇਹਨਾਂ ਨੇ, ਕਿਹਾ ਕਿ ਵੀ ਨਹੀਂ, ਗਲਤ ਕੀਤਾ, ਔਰ ਉਹਨੂੰ ਸਟੇਜ ਤੋਂ ਵੀ ਸਾਈਡ ਦੇ ਉੱਤੇ ਕਰਤਾ। 8-8 ਦਿਨ ਉਹਨੂੰ ਬੋਲਣ ਨੂੰ ਨਹੀਂ ਦਿੱਤਾ। ਔਰ ਹੋਰ ਲੋਕ ਜਿਹੜੇ ਕਿੱਥੋਂ ਚੱਲ ਕੇ ਗਏ ਨੇ, ਸਾਰਿਆਂ ਨੂੰ ਸਮਾਂ ਮਿਲਦਾ ਤਾਂ ਡੈਫੀਨੇਟਲੀ ਉਸ ਚੀਜ਼ ਦਾ ਗੁੱਸਾ ਜਿਹੜਾ ਉਹ ਵੀ ਨਜ਼ਰ ਆਉਂਦਾ। ਔਰ ਦੀਪ ਸਿੱਧੂ ਦੀ ਗੱਲ ਕਰ ਲਈਏ, ਸੋ ਦੀਪ ਸਿੱਧੂ ਦੀ ਗੱਲ ਚੱਲੀ ਆ ਤਾਂ ਦੀਪ ਸਿੱਧੂ ਨੇ ਵੀ ਜਿਹੜੀ ਇੱਕ ਚਿੱਠੀ ਆ, ਖੁੱਲੀ ਚਿੱਠੀ ਆ, ਉਹ ਕਿਸਾਨ ਜਥੇਬੰਦੀਆਂ ਨੂੰ ਲਿਖੀ ਆ। ਸੋ ਕੀ ਕਹਿ ਰਹੇ ਨੇ ਉਹਦੇ ਵਿੱਚ? ਦੀਪ ਸਿੱਧੂ ਤੇ ਲੱਖਾ ਸਿਧਾਣਾ, ਜਿਵੇਂ ਤੁਸੀਂ ਦੋਨਾਂ ਦੀ ਗੱਲ ਕੀਤੀ, ਦੋਨੋਂ ਚੰਗੇ ਵਕਤਾ ਹੈਗੇ, ਵਧੀਆ ਬੋਲਦੇ ਨੇ। ਪਰ ਇਹ ਜਿਹੜੀ ਖੁੱਲੀ ਚਿੱਠੀ ਜਿਹੜੀ ਦੀਪ ਸਿੱਧੂ ਨੇ ਲਿਖੀ ਹੈਗੀ ਹੈ, ਉਸ ਦੇ ਵਿੱਚ ਦੀਪ ਸਿੱਧੂ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਆਪਾਂ ਬੜੇ ਇਤਿਹਾਸਕ ਮੋੜ ਦੇ ਉੱਪਰ ਆ ਗਏ ਹਾਂ, ਜਦੋਂ ਇੱਕ ਵੱਡੇ ਪੈਮਾਨੇ ਦੇ ਉੱਪਰ ਇਹ ਸੰਘਰਸ਼ ਜਿਹੜਾ ਹੋਰ ਵੱਡਾ ਹੋ ਚੁੱਕਾ ਹੈ। ਇਹ ਇਤਿਹਾਸ ਜਿਹੜਾ ਹੁਣ ਤੱਕ ਰਚ ਦਿੱਤਾ ਹੈ ਆਪਾਂ, ਤੇ ਇਸ ਨੂੰ ਬੜੇ ਕੌਸ਼ੀਅਸਲੀ, ਕੇਅਰਫੁਲੀ ਆਪਾਂ ਨੂੰ ਹੁਣ ਅੱਗੇ ਲੈ ਜਾਣ ਦੀ ਲੋੜ ਹੈ। ਜਿੱਤਾਂ ਉਦੋਂ ਹੀ ਹੁੰਦੀਆਂ ਜਦੋਂ ਸਾਰੇ ਇਕੱਠੇ ਰਲ ਕੇ ਹਮਲਾ ਬੋਲਦੇ ਨੇ, ਇਕੱਠੇ ਹੋ ਕੇ ਜਿਹੜਾ ਹੈ ਸੰਘਰਸ਼ ਕਰਦੇ ਨੇ। ਸੋ ਸਾਰਿਆਂ ਨੂੰ ਯੂਨਾਈਟਿਡ ਰਹਿਣ ਦੀ ਲੋੜ ਹੈਗੀ, ਤਾਂ ਹੀ ਜਾ ਕੇ ਇਹ ਜਿਹੜਾ ਟੀਚਾ ਹੈਗਾ ਉਸ ਨੂੰ ਆਪਾਂ ਪਾ ਸਕਦੇ ਹਾਂ। ਜੀ ਬਿਲਕੁਲ। ਔਰ ਇਹ ਸਿਆਣੀ ਗੱਲ ਆ ਜੀ, ਕਿਉਂਕਿ ਰਲ ਕੇ ਤਾਂ ਦੇਖੋ
ਰਲ ਕੇ ਦਾ ਜਾਣਾ ਹੀ ਪੈਣਾ, ਬਿਨਾਂ ਰਲੇ ਤਾਂ ਕੁਝ ਨਾ ਹੁਣ ਤੱਕ ਕੋਈ ਮੁਹਿੰਮ ਜਿੱਤੀ ਜਾ ਸਕੀ ਆ ਤੇ ਨਾ ਜਿੱਤ ਹੋਣੀ ਆ ਵਿਦਆਊਟ ਯੂਨਾਈਟ ਹੋਏ। ਸੋ ਯੂਨਾਈਟ ਹੋ ਕੇ ਚੱਲਣਾ ਚਾਹੀਦਾ, ਔਰ ਇਸੇ ਕਰਕੇ ਗੁਜ਼ਾਰਿਸ਼ ਕਰਦੇ ਰਹੇ ਆ ਕਿ ਚਲੋ ਵੈਸੇ ਤਾਂ ਹੁਣ ਤੱਕ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਈ, ਸਾਰਾ ਕੁਝ ਸਮੂਥਲੀ ਚੱਲ ਰਿਹਾ, ਸਹੀ ਤਰੀਕੇ ਦੇ ਨਾਲ ਚੱਲ ਰਿਹਾ, ਹਿੰਸਾ ਤੋਂ ਰਹਿਤ ਚੱਲ ਰਿਹਾ। ਪਰ ਜਿਹੜੇ ਪਹਿਲੇ ਦਿਨ ਤੋਂ ਸੰਘਰਸ਼ ਦੇ ਨਾਲ ਜੁੜੇ ਨੇ, ਚਾਹੇ ਆਪਾਂ ਜੇ ਹੁਣ ਦੀਪ ਸਿੱਧੂ ਤੇ ਲੱਖੇ ਸਿਧਾਣਾ ਦੀ ਗੱਲ ਕਰ ਰਹੇ ਹਾਂ, ਸੋ ਉਹਨਾਂ ਨੂੰ ਵੀ ਨਾਲ ਲੈ ਕੇ ਜ਼ਰੂਰ ਚੱਲਣਾ ਚਾਹੀਦਾ। ਕਿਉਂਕਿ ਦੇਖੋ ਗਿਲੇ ਸ਼ਿਕਵੇ ਜਾਂ ਵਿਚਾਰਾਂ ਦਾ ਜਿਹੜਾ ਮਤਭੇਦ ਆ ਉਹ ਹਰ ਬੰਦੇ ਦਾ ਕਿਸੇ ਦੇ ਨਾਲ ਹੋ ਸਕਦਾ ਮੇਰੇ ਵਿਚਾਰ ਤੇ ਤੁਹਾਡੇ ਵਿਚਾਰ ਨੇ ਜਿਹੜੇ ਆਪਸ ਦੇ ਵਿੱਚ ਨਾ ਮਿਲਦੇ ਹੋਣ, ਪਰ ਜਦੋਂ ਆਪਾਂ ਬੈਠ ਕੇ ਕੋਈ ਗੱਲ ਕਰਾਂਗੇ ਤਾਂ ਉਹਦਾ ਜਿਹੜਾ ਰਿਜ਼ਲਟ ਆ, ਜਿਹੜਾ ਉਹਦਾ ਸੋਲੂਸ਼ਨ ਆ, ਉਹ ਨਿਕਲ ਸਕਦਾ। ਸੋ ਇਹੀ ਇਹਨਾਂ ਨੂੰ ਕੱਢਣਾ ਚਾਹੀਦਾ, ਨਾ ਕਿ ਇਗਨੋਰ ਕਰਨਾ ਚਾਹੀਦਾ ਕਿ ਜੀ ਉਹਨਾਂ ਨੂੰ ਸਟੇਜਾਂ ਦੇ ਉੱਤੇ ਨਹੀਂ ਅਸੀਂ ਬੋਲਣ ਦੇਣਾ, ਅਸੀਂ ਉਹਨਾਂ ਦੇ ਨਾਲ ਗੱਲ ਨਹੀਂ ਕਰਨੀ, ਔਰ ਇਹੋ ਜਿਹੀਆਂ ਗੱਲਾਂ ਸਟੇਜ ਤੋਂ ਅਨਾਉਂਸ ਕਰਨੀਆਂ। ਉਹ ਸਭ ਤੋਂ ਵੱਡਾ ਜਿਹੜਾ ਜੀ ਗਲਤ ਸਟੈਪ ਆ ਕਿ ਸਟੇਜ ਦੇ ਉੱਤੇ ਜਾ ਕੇ ਕਹਿਣਾ ਕਿ ਜੀ ਅਸੀਂ ਇਹਨਾਂ ਨੂੰ ਟਾਈਮ ਨਹੀਂ ਦੇਣਾ। ਜਾਂ ਲੱਖੇ ਸਿਧਾਣੇ ਦਾ ਵੀ ਇੱਕ ਆਇਆ ਸੀ, ਉਹਨਾਂ ਨੇ ਉੱਥੇ ਸਟੇਜ ਦੇ ਉੱਪਰ ਹੀ ਬੋਲਿਆ ਕਿ ਜੀ ਮੈਨੂੰ ਇੰਨੇ ਦਿਨ ਤੋਂ ਟਾਈਮ ਨਹੀਂ ਦਿੱਤਾ। ਸੋ ਜਿਹੜੀਆਂ ਇਹ ਗੱਲਾਂ ਨੇ ਨਾ, ਇਹ ਨਿਕਲ ਕੇ ਜਦੋਂ ਬਾਹਰ ਜਾਂਦੀਆਂ ਨੇ, ਇਹ ਵੀਡੀਓ ਜਦੋਂ ਵਾਇਰਲ ਹੁੰਦੀਆਂ ਨੇ, ਸੋ ਉਹ ਮੂਵਮੈਂਟ ਦੇ ਉੱਤੇ ਅਫੈਕਟ ਕਰਦੀਆਂ ਨੇ। ਸੋ ਇਹ ਚੀਜ਼ਾਂ ਦਾ ਵੀ ਨਾਲ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਹੋ ਸਕਦਾ ਦੇਖੋ ਜੇ ਹੁਣ ਕਿਸਾਨ ਜਥੇਬੰਦੀਆਂ ਦੀਆਂ ਇੰਨੀਆਂ ਮੀਟਿੰਗਾਂ ਹੋ ਗਈਆਂ, ਕੋਈ ਰਿਜ਼ਲਟ ਨਹੀਂ ਨਿਕਲਿਆ, ਤਾਂ ਉਸ ਚੀਜ਼ ਨੂੰ ਥੋੜਾ ਜਿਹਾ ਡਾਈਵਰਟ ਕਰਕੇ ਜਾਂ ਥੋੜਾ ਜਿਹਾ ਚੇਂਜ ਕਰਕੇ ਜਾਂ ਉਹਦੇ ਵਿੱਚ ਕੁਝ ਹੋਰ ਐਡ ਆਨ ਕਰਕੇ ਸੋ ਉਸ ਚੀਜ਼ ਨੂੰ ਦੇਖਣਾ ਚਾਹੀਦਾ ਕਿ ਇਹਦਾ ਰਿਜ਼ਲਟ ਆ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਪੋਜ਼ਿਟਿਵ ਆ ਉਹ ਆ ਸਕਦਾ। ਕਈ ਵਾਰ ਜਿਹੜੀਆਂ ਰਵਾਇਤੀ ਕੰਮ ਚੱਲਦੇ ਨੇ ਉਹ ਕਈ ਵਾਰ ਨਹੀਂ ਠੀਕ ਆਉਂਦੇ ਹੈਗੇ, ਸੋ ਉਹ ਇਸ ਚੀਜ਼ ਨੂੰ ਅਗਰ ਮੋਲਡ ਕਰਕੇ ਲੈਂਦੇ ਆ ਤਾਂ ਬੈਟਰ ਹੋ ਸਕਦਾ। ਸੋ ਦੀਪ ਸਿੱਧੂ ਨੇ ਅਗਰ ਕੀਤੀ ਹੈ ਗੱਲ ਤਾਂ ਨਾਲ ਲੈ ਕੇ ਚੱਲਣ ਦੇ ਵਿੱਚ ਕੋਈ ਹਰਜ਼ ਨਹੀਂ, ਔਰ ਉਹਨਾਂ ਦੀਆਂ ਗੱਲਾਂ ਦੇ ਉੱਤੇ ਜਿਹੜਾ ਵਿਚਾਰ ਆ ਉਹ ਕਰ ਲੈਣਾ ਚਾਹੀਦਾ। ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਗੱਲ ਜਿਹੜੀ ਹੁੰਦੀ ਆ ਕਿ ਜੀ ਵੈਸੇ ਜੋ ਕੈਪਟਨ ਸਾਹਿਬ ਵੱਲੋਂ ਜਾਂ ਕਾਂਗਰਸ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਵੱਲੋਂ ਬਿਆਨ ਆਉਂਦੇ ਨੇ, ਕੁਝ ਅਹੁਦੇਦਾਰ ਦਿੱਲੀ ਦੇ ਵਿੱਚ ਵੀ ਜੰਤਰ ਮੰਤਰ ਦੇ ਉੱਪਰ ਬੈਠੇ ਨੇ, ਸੋ ਕਹਿੰਦੇ ਨੇ ਕਿ ਅਸੀਂ ਕਿਸਾਨ ਹਿਤੈਸ਼ੀ ਹੈਗੇ ਆ, ਸੋ ਗੱਲਾਂ ਬਾਤਾਂ ਦੇ ਵਿੱਚ ਕਰਦੇ ਨੇ। ਪਰ ਹੁਣ ਮੋਹਾਲੀ ਦੇ ਵਿੱਚ ਜਿਹੜੇ ਟੈਂਟ ਨੇ ਪੰਜਾਬ ਪੁਲਿਸ ਨੇ ਪਟਵਾਏ ਨੇ, ਜਿਹੜੀ ਮਦਦ ਜਾਂਦੀ ਸੀਗੀ ਕਿਸਾਨਾਂ ਨੂੰ, ਸੋ ਉਹ ਕਾਹਦਾ ਹੁਣ ਪੰਜਾਬ ਪੁਲਿਸ ਮੈਨੂੰ ਲੱਗਦਾ ਆਈ ਥਿੰਕ ਪੰਜਾਬ ਗਵਰਨਮੈਂਟ ਦੇ ਅੰਡਰ ਹੀ ਆਉਂਦੀ ਹੈ। ਬਿਲਕੁਲ ਉਹਨਾਂ ਦੀ ਅੰਡਰ ਆਉਂਦੀ ਹੈ। ਹੁਣ ਇੱਥੇ ਦੋ ਚੀਜ਼ਾਂ ਨੇ, ਦੇਖੋ ਮੋਹਾਲੀ ਦੇ ਵਿੱਚ ਇੱਕ ਮੰਜੀ ਟੈਂਟ ਲੱਗਿਆ ਹੋਇਆ ਸੀਗਾ, ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਉੱਥੇ ਬੈਠੇ ਸੀਗੇ। ਜੋ ਵੀ ਲੋਕ ਜਿਹੜੇ ਨੇ ਆਪਣੇ ਮੋਹਾਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਕੁਝ ਭੇਜਣਾ ਚਾਹੁੰਦੇ ਨੇ, ਆਪਣੇ ਵੱਲੋਂ ਮਦਦ ਕਰਨਾ ਚਾਹੁੰਦੇ ਆ, ਉਹ ਜਿਹੜੇ ਹੈ ਉਹਨਾਂ ਨੂੰ ਭੇਜ ਸਕਦੇ ਆ, ਉੱਥੇ ਜਾ ਕੇ ਡਿਲੀਵਰ ਕਰ ਸਕਦੇ ਆ। ਇਸ ਨਾਤੇ ਜਗ੍ਹਾ ਤੇ ਹੁਣ ਟੈਂਟ ਕਈ ਨੇ ਲਗਾਏ ਹੋਏ ਆ, ਯਾਨੀ ਕੈਂਪਸ ਲਗਾਏ ਹੋਏ ਆ। ਤੇ ਉਸ ਤੋਂ ਖਬਰ ਇਹ ਆ ਰਹੀ ਹੈ ਕਿ ਉਸ ਨੂੰ ਜਿਹੜਾ ਹੈਗਾ ਪਟਵਾ ਦਿੱਤਾ ਗਿਆ, ਉਸ ਤੋਂ ਹਟਵਾ ਦਿੱਤਾ ਗਿਆ, ਜਦਕਿ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਮਾਰਕੀਟ ਕਮੇਟੀ ਦੇ ਨਾਲ ਉਹਨਾਂ ਸਾਰਿਆਂ ਦੇ ਨਾਲ ਪੁੱਛ ਕੇ ਤਾਂ ਜਾ ਕੇ ਟੈਂਟ ਲਗਾਏ ਸੀਗੇ। ਹੁਣ ਚੀਜ਼ਾਂ ਦੋ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਇੱਕ ਤਾਂ ਇਹ ਹੈ ਕਿ ਜਿਹੜਾ ਕਿ ਪੁਲਿਸ ਜਾਂ ਸਰਕਾਰ ਹੀ ਦੱਸ ਸਕਦੀ ਹੈ ਕਿ ਕਿਉਂ ਹਟਵਾਏ, ਦੂਜੇ ਪਾਸੇ ਇੱਕ ਪਾਰਟ ਇਹ ਵੀ ਹੈਗਾ ਜਿਹੜਾ ਕਿ ਤੁਸੀਂ ਵੀ ਹਮੇਸ਼ਾ ਸਟ੍ਰੈਸ ਕਰਦੇ ਹੋ ਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਤੇ ਵੀ ਡਾਇਰੈਕਟਲੀ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਕਿਹੜੀ ਫੰਡਿੰਗ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਉੱਥੇ ਪਹੁੰਚੇਗੀ ਜਾਂ ਨਹੀਂ ਪਹੁੰਚੇਗੀ। ਦੇਖੋ ਇਹ ਵੀ ਬੜੀ ਵੱਡੀ ਗੱਲ ਹੈ, ਤੁਸੀਂ ਬਾਹਰੋਂ ਜਿਹੜੀ ਫੰਡਿੰਗ ਭੇਜਦੇ ਹੋ ਉਹ ਕਿੰਨੀ ਔਖੀ ਹੈਗੀ ਹੈ। ਸਪੋਜ਼ ਜਿਹੜੇ ਇੱਥੇ ਮੋਹਾਲੀ 'ਚ ਬੈਠੇ ਨੇ ਜਾਂ ਫਿਰ ਪਟਿਆਲੇ ਬੈਠੇ ਨੇ, ਲੁਧਿਆਣੇ ਬੈਠੇ ਆ, ਇਹ ਤਾਂ ਸਿੰਗੂ ਬੋਰਡ ਨੂੰ ਡਾਇਰੈਕਟ ਭੇਜ ਹੀ ਸਕਦੇ ਆ, ਬਹੁਤ ਜ਼ਿਆਦਾ ਦੂਰ ਨਹੀਂ ਹੈਗਾ, 250-300 ਕਿਲੋਮੀਟਰ। ਇਹ ਵਿਸ਼ਵਾਸ ਵਾਲੀ ਗੱਲ ਵੀ ਹੈ, ਦੋਨੋਂ ਪਾਰਟ ਹੈ ਦੇਖੋ ਖਬਰ ਦੇ ਵਿੱਚ। ਜੀ ਬਿਲਕੁਲ ਔਰ ਇਹਦਾ ਥੋੜਾ ਜਿਹਾ ਹੁਣ ਦੇਖੋ ਪਹਿਲਾਂ ਵੀ ਗੱਲ ਹੋਈ ਸੀਗੀ, ਡੀਸੀਆਂ ਨੂੰ ਹੁਕਮ ਦਿੱਤੇ ਕਿ ਤੁਸੀਂ ਟੈਂਟ ਨੇ ਮਾਨਸਾ ਜ਼ਿਲ੍ਹੇ ਦੇ ਸੀ ਸ਼ਾਇਦ, ਜੇ ਮੈਂ ਨਹੀਂ ਰੋਂਗ ਹੈਗਾ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਟੈਂਟ ਨਹੀਂ ਦੇਣੇ। ਸੋ ਇਹ ਤਾਂ ਹੁਣ ਜਿਹੜੀਆਂ ਪੰਜਾਬ ਗਵਰਨਮੈਂਟ ਦੇ ਅੰਡਰ ਆਉਂਦੀਆਂ ਨੇ ਤਾਂ ਉਹਨਾਂ ਨੂੰ ਅਗਰ ਇਸ ਟਾਈਪ ਦੀਆਂ ਹਦਾਇਤਾਂ ਜਾਂ ਜਿਵੇਂ ਟਾਵਰਾਂ ਦੀ ਗੱਲ ਹੋਈ, ਚਲੋ ਉਹ ਆਪਾਂ ਕਿਤੇ ਨਾ ਕਿਤੇ ਜਾ ਕੇ ਮੰਨ ਸਕਦੇ ਹਾਂ ਕਿ ਅਗਰ ਕੋਈ ਹਿੰਸਾ ਦਾ ਰਾਹ ਅਪਣਾਉਂਦਾ ਤਾਂ ਉੱਥੇ ਜਾ ਕੇ ਉਹਨੂੰ ਰੋਕਣਾ ਚਲੋ ਗਵਰਨਮੈਂਟ ਦਾ ਫਰਜ਼ ਹੈਗਾ, ਕਿਉਂਕਿ ਆਲਰੇਡੀ ਇਹ ਕਿਆਸ ਰਾਈਆਂ ਜਾਂ ਇਹ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਪੰਜਾਬ ਦੇ ਵਿੱਚ ਲਾਗੂ ਆ ਉਹ ਕੀਤਾ ਜਾਵੇ। ਪਰ ਜਿਸ ਹਿਸਾਬ ਦੇ ਨਾਲ ਪੰਜਾਬ ਗਵਰਨਮੈਂਟ ਨੂੰ ਮੈਨੂੰ ਲੱਗਦਾ ਕਿ ਉਹਨਾਂ ਦਾ ਹੈਲਪ ਕਰਨੀ ਚਾਹੀਦੀ ਹੈ, ਸੋ ਉਸ ਤਰੀਕੇ ਦੇ ਨਾਲ ਨਹੀਂ ਹੋ ਰਹੀ। ਔਰ ਮਨਪ੍ਰੀਤ ਬਾਦਲ ਹੋਣੀ ਬਹੁਤ ਦੇਰ ਤੋਂ ਚੁੱਪ ਬੈਠੇ ਨੇ, ਕਦੇ ਵੀ ਸੁਣਨ ਨੂੰ ਕੁਝ ਨਹੀਂ ਸੀ ਮਿਲਿਆ। ਸੋ ਹੁਣ ਮਨਪ੍ਰੀਤ ਬਾਦਲ ਵੀ ਬੋਲੇ ਜਾ ਕੇ, ਉਹਨਾਂ ਦਾ ਜਿਹੜਾ ਬਿਆਨ ਆ ਉਹ ਵੀ ਆਇਆ। ਸੋ ਕੀ ਕਹਿ ਰਹੇ ਨੇ ਮਨਪ੍ਰੀਤ ਬਾਦਲ ਅੱਜ ਗੁਰਦਾਸਪੁਰ ਗਏ ਹੋਏ ਸੀਗੇ, ਕਿਸੇ ਇਵੈਂਟ ਦੇ ਵਿੱਚ ਉਹਨਾਂ ਨੇ ਹਿੱਸਾ ਲੈਣਾ ਸੀਗਾ। ਉੱਥੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਕੇਂਦਰ ਸਰਕਾਰ ਨੂੰ ਇਮੀਡੀਏਟਲੀ ਇਹ ਜਿਹੜੇ ਕਾਨੂੰਨ ਹੈ
ਜਿਹੜੇ ਹੈ ਰੱਦ ਕਰਨੇ ਚਾਹੀਦੇ। ਅਗਰ ਪੂਰੀ ਤਰ੍ਹਾਂ ਰੱਦ ਨਹੀਂ ਕਰਦੇ ਤਾਂ ਐਟਲੀਸਟ 6 ਮਹੀਨੇ ਲਈ ਇਸ ਨੂੰ ਰੱਦ ਕਰ ਦਿੱਤਾ ਜਾਏ ਤਾਂ ਕਿ ਉਸ ਦੇ ਉੱਪਰ ਵਿਚਾਰਾਂ ਹੋਣ, ਕਿ ਰੱਦ ਕਰਕੇ ਹੀ ਵਿਚਾਰਾਂ ਹੋਣੀਆਂ ਜ਼ਿਆਦਾ ਬੈਟਰ ਹੈ। ਬਿਨਾਂ ਰੱਦ ਕੀਤੇ ਜਿਹੜੇ ਵਿਚਾਰਾਂ ਹੋਣੀਆਂ ਉਸ ਨੂੰ ਹੋਰ 6 ਮਹੀਨੇ ਲੱਗ ਸਕਦੇ ਆ। ਲਿਹਾਜ਼ਾ ਜਿਸ ਤਰੀਕੇ ਦਾ ਮੌਸਮ ਹੈ, ਕੈਜੂਅਲਟੀ ਯਾਨੀ ਕਿ ਜਿਹੜੀ ਲੋਕਾਂ ਦੀ ਮੌਤ ਹੋ ਰਹੀ ਹੈ, ਉਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਫੌਰੀ ਤੌਰ ਤੇ ਰੱਦ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਿਹੜਾ ਆਰੰਭਣਾ ਚਾਹੀਦਾ। ਦੇਖੋ ਉਹੀ ਚੀਜ਼ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਅਗਰ ਤੁਸੀਂ ਇਸ ਨੂੰ ਫॉर ਦਾ ਟਾਈਮ ਬੀਇੰਗ ਸਸਪੈਂਡ ਕਰ ਦਿੰਦੇ ਹੋ ਤੇ ਇਹ ਲਿਖ ਕੇ ਦੇ ਦਿੰਦੇ ਹੋ ਕਿ ਇਹ ਕਾਨੂੰਨ ਉਦੋਂ ਤੱਕ ਲਾਗੂ ਨਹੀਂ ਹੋਣਗੇ ਜਦ ਤੱਕ ਸਰਕਾਰ ਜਥੇਬੰਦੀਆਂ ਦੇ ਵਿਚਾਲੇ ਸਹਿਮਤੀ ਨਹੀਂ ਹੋਏਗੀ ਜਾਂ ਪਾਰਲੀਮੈਂਟ ਦੇ ਵਿੱਚ ਪ੍ਰੋਪਰ ਡਿਸਕਸ਼ਨ ਹੋਣ ਤੋਂ ਬਾਅਦ A to Z ਜਿਹੜਾ ਹੈ ਇਹਦਾ ਨਤੀਜਾ ਜਿਹੜਾ ਨਿਕਲੇਗਾ ਤੇ ਜਿਸ ਦੇ ਉੱਪਰ ਕੰਸੈਂਟ ਜਿਹੜਾ ਹੋਏਗਾ ਉਹ ਜਥੇਬੰਦੀਆਂ ਦਾ ਹੋਏਗਾ ਤੇ ਕਿਸਾਨ ਜਥੇਬੰਦੀਆਂ ਵੀ ਇਸ ਦੇ ਉੱਪਰ ਐਗਰੀ ਕਰ ਸਕਦੀਆਂ। ਪਰ ਇਹ ਪ੍ਰਪੋਜ਼ਲ ਜਿਹੜੇ ਨੇ ਹੁਣ ਜਿਹੜੀ ਸਰਕਾਰ ਕਿਸਾਨਾਂ ਤੋਂ ਭਾਲਦੀ ਹੈ ਉਹ ਸਰਕਾਰ ਨੂੰ ਦੇਣੇ ਚਾਹੀਦੇ ਆ। ਹੁਣ ਜਿਹੜਾ ਇੱਕ ਆਮ ਚੀਜ਼ ਜਿਹੜੀ ਤੁਰ ਰਹੀ ਹੈ ਕਿ ਇਹ ਜਿਹੜੇ ਅਧਿਕਾਰ ਹੈਗਾ ਕਾਨੂੰਨ ਲਾਗੂ ਕਰਨ ਦਾ ਜਾਂ ਨਹੀਂ ਕਰਨ ਦਾ ਇਹ ਸੂਬਾ ਸਰਕਾਰਾਂ ਨੂੰ ਮਿਲ ਜੇ ਤੇ ਸੂਬਾ ਸਰਕਾਰਾਂ ਖੁਦ ਦੇਖਣਗੀਆਂ ਕਿ ਕਿਸਾਨ ਜਥੇਬੰਦੀਆਂ ਅਗਰ ਸੂਬੇ ਦੀਆਂ ਹੈਗੀਆਂ ਤਾਂ ਉਹ ਦੇਖਣਗੀਆਂ ਆਪਣੀ ਸਰਕਾਰ ਨੂੰ, ਘੇਰਣਗੀਆਂ ਉਹਨਾਂ ਨੇ ਕਰਨਾ ਜਾਂ ਨਹੀਂ ਕਰਨਾ। ਉਹ ਅਗਰ ਲਾਗੂ ਕਰਕੇ ਸਰਕਾਰ ਨੂੰ ਫਾਇਦਾ ਹੁੰਦਾ ਤਾਂ ਸਰਕਾਰ ਕਰੇਗੀ, ਨਹੀਂ ਹੁੰਦਾ ਤਾਂ ਨਹੀਂ ਕਰੇਗੀ। ਸੋ ਜਿਹੜੀ ਗੇਂਦ ਹੈ ਆਪਣੀ ਸੂਬਾ ਸਰਕਾਰਾਂ ਦੇ ਪਾਲੇ 'ਚ ਵੀ ਪਾ ਸਕਦੀ ਹੈ। ਸੋ ਆਪਸ਼ਨਸ ਬਹੁਤ ਨੇ ਪਰ ਆਪਸ਼ਨਸ ਨੂੰ ਐਕਸਪਲੋਰ ਕਰਨਾ ਕੇਂਦਰ ਸਰਕਾਰ ਦੇ ਸਾਹਮਣੇ ਹੈ। ਜਦੋਂ ਵੀ ਬੈਠਕ ਹੋਵੇ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਕਿ ਸਪੋਜ਼ ਅਸੀਂ ਇਹਨੂੰ ਇਹ ਕਰਦੇ ਹਾਂ, ਇਸ ਨੂੰ B ਕਰਦੇ ਹਾਂ, C ਕਰਦੇ ਹਾਂ, ਤੁਸੀਂ ਦੱਸੋ ਤੁਹਾਨੂੰ ਕਿਹੜਾ ਮਾਫਕ ਆਉਂਦਾ ਤੇ ਫਿਰ ਕਿਸਾਨ ਵੀ ਦੇਖਣਗੇ ਕਿ ਇਸ ਮੌਕੇ ਨੀਡ ਆਫ ਦਾ ਆਰ ਕੀ ਹੈ ਕਿ ਇਸ ਸਮੇਂ ਦੀ ਲੋੜ ਦੇ ਮੁਤਾਬਕ ਸਾਨੂੰ A B C D ਦੇ ਵਿੱਚੋਂ ਇਹ ਲਈ ਆਪਸ਼ਨ ਠੀਕ ਲੱਗ ਰਹੀ ਹੈ, ਇਹਦੇ ਉੱਪਰ ਵਰਕਆਊਟ ਕੀਤਾ ਜਾ ਸਕਦਾ। ਆਪਸ਼ਨ ਦਿੱਤੀ ਨਹੀਂ, ਸੋਧ ਕਰ ਲੈਂਦੇ ਆ। ਮਤਲਬ ਹੁਣ ਸੋਧ ਕਿਵੇਂ ਕਰੋਗੇ ਤੁਸੀਂ? ਬਿਨਾਂ ਰੱਦ ਕੀਤੇ ਸੋਧ ਕਰੋਗੇ ਤਾਂ ਫਿਰ ਉਹਨਾਂ ਨੂੰ ਮਨਜ਼ੂਰ ਨਹੀਂ ਹੈ। ਡੈਫੀਨਿਟਲੀ ਦੇਖੋ ਉਹ ਇਹਦਾ ਜੇ ਆਪਾਂ ਕਹੀਏ ਕਿ ਸਬਸਟੀਚਿਊਟ ਤਾਂ ਸਾਰੇ ਹੀ ਹੈਗੇ ਨੇ। ਜਿਵੇਂ 6 ਮਹੀਨੇ ਦੇ ਰੱਦ ਕਰਨ ਦੀ ਗੱਲ ਕੀਤੀ ਹੈ, ਬਿਲਕੁਲ ਠੀਕ ਹੈ ਕਿ ਉਸ ਦਿਨ ਦੇ ਲਈ ਸਸਪੈਂਡ ਕਰ ਦਿਓ, ਸੋ ਧਰਨਾ ਵੀ ਚੱਕਿਆ ਜਾਊਗਾ ਔਰ ਬਾਕੀ ਉਸ ਦੇ ਉੱਤੇ ਓਪਨ ਡਿਸਕਸ਼ਨਸ ਜਾਂ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਆ, ਜਿਹੜੀ ਕਿਸਾਨ ਆਗੂਆਂ ਦੇ ਨਾਲ ਬੈਠ ਕੇ ਗੱਲ ਆ, ਸੋ ਉਹ ਕਰਕੇ ਉਸ ਦਾ ਰਿਜ਼ਲਟ ਆ ਜਿਹੜਾ ਕਿਤੇ ਨਾ ਜਾ ਕੇ ਕੱਢਿਆ ਜਾ ਸਕਦਾ। ਜਾਂ ਜਿਹੜੀ ਹੈਗੀ ਆ ਸੂਬਾ ਸਰਕਾਰਾਂ ਨੇ ਉਹਨਾਂ ਦੇ ਜਿਹੜਾ ਅੰਡਰ ਕਰ ਦੇਣ ਕਿ ਅਗਰ ਜੋ ਫੈਸਲਾ ਲੈਣਾ ਸਟੇਟ ਗਵਰਨਮੈਂਟ ਕਰੂਗੀ, ਅਗਰ ਕੋਈ ਸਟੇਟ ਇਹਨੂੰ ਲਾਗੂ ਕਰਨਾ ਚਾਹੁੰਦੀ ਆ ਤਾਂ ਕਰੂਗੀ, ਅਗਰ ਕੋਈ ਸਟੇਟ ਨਹੀਂ ਕਰਨਾ ਚਾਹੁੰਦੀ। ਸੋ ਇਹ 3-4 ਆਪਸ਼ਨਾਂ ਨੇ ਜਿਹੜੀਆਂ ਜਾ ਕੇ ਨਿਕਲ ਸਕਦੀਆਂ ਨੇ, ਜਿਹਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਕਿਸਾਨ ਠੰਡਾਂ ਦੇ ਵਿੱਚ ਬੈਠੇ ਨੇ ਉਸ ਚੀਜ਼ ਦਾ ਵੀ ਹੱਲ ਆ ਜਿਹੜਾ ਹੋ ਸਕਦਾ। ਪਰ ਅਗਰ ਹੱਲ ਕੱਢਣਾ ਹੋਵੇ ਤਾਂ, ਪਰ ਜਦੋਂ ਹੱਲ ਹੀ ਨਹੀਂ ਕੱਢਣ ਦੀ ਕੋਸ਼ਿਸ਼ ਕਰਨੀ, ਇੱਕੋ ਹੀ ਗੱਲ ਦੇ ਉੱਤੇ ਅਸੀਂ ਅੜੇ ਹੋਏ ਆ ਕਿ ਮੀਟਿੰਗ ਹੋ ਜਾਣੀ ਆ ਔਰ ਮੀਟਿੰਗ ਦੇ ਵਿੱਚ ਆ ਕੇ ਅਸੀਂ ਉਹੀ ਗੱਲ ਕਹਿਣੀ ਆ ਕਿ ਅਸੀਂ ਜਿਹੜੇ ਕਾਨੂੰਨ ਨੇ ਉਹ ਰੱਦ ਨਹੀਂ ਕਰਨੇ ਔਰ ਕਿਸਾਨ ਆਗੂਆਂ ਵੱਲੋਂ ਸੇਮ ਜਵਾਬ ਹੁੰਦਾ ਕਿ ਅਸੀਂ ਕਾਨੂੰਨ ਰੱਦ ਕਰਵਾਉਣੇ ਨੇ। ਸੋ ਇਸ ਚੀਜ਼ ਦਾ ਰਿਜ਼ਲਟ ਕਿਵੇਂ ਨਿਕਲੂਗਾ ਇਹ ਬਹੁਤ ਵੱਡਾ ਜਿਹੜਾ ਕੁਐਸਚਨ ਆ ਉਹ ਹੋ ਰਿਹਾ, ਕਿਉਂਕਿ ਆ ਜਿਹੜੀ ਮੀਟਿੰਗ ਸੀਗੀ ਇਹਦੇ ਵਿੱਚ ਬਹੁਤ ਜ਼ਿਆਦਾ ਆਸ ਸੀਗੀ ਕਿ ਡੈਫੀਨਿਟਲੀ ਕੋਈ ਨਾ ਕੋਈ ਜਿਹੜਾ ਰਿਜ਼ਲਟ ਆ ਉਹ ਨਿਕਲੂਗਾ, ਕਿਉਂਕਿ 26 ਜਨਵਰੀ ਵੀ ਆ ਰਹੀ ਆ ਔਰ ਜਿਹੜਾ ਟਰੈਕਟਰ ਮਾਰਚ ਹੋਇਆ 7 ਤਰੀਕ ਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਹੋਇਆ। ਤਸਵੀਰਾਂ ਵੀ ਸਭ ਦੇ ਸਾਹਮਣੇ ਪਹੁੰਚ ਗਈਆਂ ਕਿ ਆਉਣ ਵਾਲੀ ਜਿਹੜੀ ਸਥਿਤੀ ਹੈ ਇਸ ਤੋਂ ਜ਼ਿਆਦਾ ਖਰਾਬ ਹੋ ਸਕਦੀ ਆ, ਇਸ ਤੋਂ ਜ਼ਿਆਦਾ ਜਿਹੜਾ ਇਹ ਮੂਵਮੈਂਟ ਆ ਇਹ ਸਟਰੋਂਗ ਹੋ ਸਕਦੀ ਆ। ਸੋ ਉਹਦੇ ਨਾਲ ਪਰੇਸ਼ਾਨੀ ਦਾ ਸਾਹਮਣਾ ਦੇਖੋ ਸਾਰਿਆਂ ਨੂੰ ਇਹ ਕਰਨਾ ਪੈਣਾ, ਚਾਹੇ ਉਹ ਕਿਸਾਨ ਬੈਠੇ ਆ, ਕਿਸਾਨ ਤਾਂ ਪਹਿਲਾਂ ਹੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ, ਫਿਰ ਦਿੱਲੀ ਦੇ ਲੋਕ ਨੇ ਉਹਨਾਂ ਨੂੰ ਵੀ ਕਰਨੀਆਂ ਪੈਣਗੀਆਂ। ਗਵਰਨਮੈਂਟ ਦੇ ਸਾਹਮਣੇ ਵੀ ਕਾਫੀ ਹੋਰ ਗੱਲਾਂ ਨੇ ਉਹ ਸਾਹਮਣੇ ਖੜੀਆਂ ਹੋਣਗੀਆਂ। ਸੋ ਕਿਉਂ ਨਹੀਂ ਇਸ ਚੀਜ਼ ਦਾ ਨਿਬੇੜਾ ਜਿਹੜਾ ਉਹ ਕੀਤਾ ਜਾਂਦਾ, ਚਾਹੇ ਉਹਦਾ ਟੈਂਪਰੇਰੀ ਹੱਲ ਹੀ ਕੀਤਾ ਜਾਵੇ। ਪਰਮਾਨੈਂਟ ਅਗਰ ਹੱਲ ਤੁਸੀਂ ਨਹੀਂ ਕਰਨਾ, ਡੈਫੀਨਿਟਲੀ ਅਗਰ ਪਰਮਾਨੈਂਟ ਹੱਲ ਕਰਨ ਨੂੰ ਹਜੇ ਤੁਹਾਨੂੰ ਸਮਾਂ ਚਾਹੀਦਾ ਤੇ ਇਹਨਾਂ ਨੂੰ ਹਜੇ ਸਸਪੈਂਡ ਕਰ ਦਿਓ। ਤੁਸੀਂ ਹੁਣ ਸਸਪੈਂਡ ਕਰੋਗੇ ਤਾਂ ਕਿਸਾਨ ਆਪਣੇ ਘਰਾਂ ਨੂੰ ਮੁੜਨਗੇ ਔਰ ਉਸ ਤੋਂ ਬਾਅਦ ਜਿਹੜੇ ਉੱਤੇ ਵਿਚਾਰਾਂ ਨੇ ਜਿਹੜੀਆਂ ਹੋ ਜਾਣਗੀਆਂ, ਪਰ ਰਿਜ਼ਲਟ ਨਾ ਕੱਢਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਚੱਲ ਰਹੀਆਂ ਨੇ। ਸੋ ਆਪਾਂ ਜੀ ਨਾਲੇ ਇੱਕ ਕਮਲ ਜੀ ਤੁਸੀਂ ਇਹ ਚੀਜ਼ ਦੇਖੋ ਕਿ ਅਗਰ ਸਪੋਜ਼ ਸਰਕਾਰ ਇਹ ਸੋਚਦੀ ਹੈ, ਉਸਦੇ ਕੋਲ ਸੱਤਾ ਹੈ, ਉਸ ਕੋਲ ਪਾਵਰ ਹੈ, ਉਸਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ, ਚਲੋ ਫੌਜ ਦੀ ਗੱਲ ਨਹੀਂ ਕਰ ਰਹੇ ਅਸੀਂ, ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਫੋਰਸ ਹੈ, ਪੁਲਿਸ ਹੈ, ਕਿਸਾਨਾਂ ਨੂੰ ਰੋਕ ਲਏਗੀ, ਦਿੱਲੀ ਨਹੀਂ ਆਣ ਦੇਗੀ। ਸਪੋਜ਼ ਆਪਾਂ ਇੱਕ ਅਜ਼ੰਪਸ਼ਨ ਲੈ ਕੇ ਚੱਲਦੇ ਹਾਂ ਕਿ ਅਗਰ ਇਹ ਸੋਚ ਕੇ ਰੱਖਿਆ ਹੋਇਆ ਤੇ ਤੁਸੀਂ ਇਹ ਸੋਚੋ ਕਿ ਜਿਹੜੇ ਕਿਸਾਨ ਜਾਣਗੇ, ਸਪੋਜ਼ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਅਸੀਂ ਦਿੱਲੀ 'ਚ ਕਿਸਾਨ ਪਰੇਡ ਕਰਨੀ ਹੈਗੀ ਹੈ, ਠੀਕ ਹੈ,
ਹੁਣ ਇਹਨਾਂ ਨੇ ਸੁਰੱਖਿਆ ਦਾ ਹਵਾਲਾ ਦਿੰਦਿਆਂ ਹੋਇਆਂ ਉਹ ਕਰਨ ਨਹੀਂ ਦੇਣੀ, ਇਹ ਵੀ ਸਭ ਨੂੰ ਪਤਾ। ਦਿੱਲੀ ਐਂਟਰ ਕਰਨ ਨਹੀਂ ਦੇਣਗੇ, ਇਹ ਕਹਿ ਰਹੇ ਕਿ ਅਸੀਂ ਕਰਨਾ ਹੀ ਕਰਨਾ ਹੈ। ਹੁਣ ਇਸ ਵਿਚਾਲੇ ਕੀ ਹੋਏਗਾ? ਇੱਕ ਹਿੰਸਕ ਝੜਪ ਹੋਣ ਦੀ ਸੰਭਾਵਨਾ ਹੈਗੀ, ਕੀ ਹੋਏਗੀ? ਤੇ ਉਸ ਵਿਚਾਲੇ ਨੁਕਸਾਨ ਕਿਸ ਦਾ? ਨੁਕਸਾਨ ਕਿਸ ਦਾ ਹੈ ਕਿ ਇੱਕ ਤਾਂ ਸਾਡੇ ਕਿਸਾਨਾਂ ਦਾ, ਕਿਸਾਨ ਕੌਣ ਨੇ? ਸਾਡੇ ਆਮ ਲੋਕ ਨੇ, ਆਮ ਆਪਣੇ। ਦੂਜੇ ਪਾਸੇ ਸਪੋਜ਼ ਉਹ ਪੈਰਾਮਿਲਟਰੀ ਫੋਰਸ ਹੈ ਜਾਂ ਪੁਲਿਸ ਹੈ, ਹੋਰ ਫੋਰਸਿਸ ਨੇ, ਉਹ ਵੀ ਤਾਂ ਸਾਡੇ ਜਵਾਨ, ਸਾਡੇ ਕਿਸਾਨਾਂ ਦੇ ਪੁੱਤ ਨੇ, ਸਾਡੇ ਆਪਣੇ ਨੇ। ਦੇਖਿਆ ਜਾਏ ਤਾਂ ਨੁਕਸਾਨ ਤਾਂ ਸਾਡੇ ਲੋਕਾਂ ਦਾ ਹੀ ਹੋ ਰਿਹਾ। ਜਿਹੜੇ ਲੋਕਾਂ ਨੇ ਫਰਮਾਨ ਜਾਰੀ ਕੀਤਾ ਉਹ ਤਾਂ ਆਪਣੀ ਕੋਠੀਆਂ ਦੇ ਵਿੱਚ ਬੈਠੇ ਹੋਣਗੇ, ਪਰ ਸੜਕਾਂ ਦੇ ਉੱਪਰ ਆਮ ਲੋਕਾਂ ਦਾ ਹੀ ਨੁਕਸਾਨ ਹੈ। ਜੀ ਜੀ, ਉਹਨਾਂ ਨੇ ਤਾਂ ਬਾਹਰ ਨਿਕਲਣਾ ਨਹੀਂ ਹੈਗਾ, ਉਹ ਤਾਂ ਇਹੀ ਹੈ ਕਿ ਉਹਨਾਂ ਨੇ ਤਾਂ ਸਿਰਫ ਆਰਡਰ ਹੀ ਚਲਾਉਣੇ ਨੇ। ਹੁਣ ਇਹੀ ਤਾਂ ਤਰਾਸਦੀ ਹੈ ਜੀ ਇਸ ਮੁਲਕ ਦੀ, ਕਿਉਂ ਇਹ ਮੁਲਕ ਜਿਹੜਾ ਤਰੱਕੀ ਨਹੀਂ ਕਰ ਸਕਿਆ, ਕਿਉਂ ਇਹਦੇ ਲੋਕ ਨੇ ਜਿਹੜੇ ਇਹਦੇ ਸਿਸਟਮ ਤੋਂ ਦੁਖੀ ਨੇ, ਕਿਉਂਕਿ ਆਹੀ ਰੀਜ਼ਨ ਆ ਕਿ ਆਪਣੇ ਲੋਕਾਂ ਨੂੰ ਆਪਣਿਆਂ ਦੇ ਨਾਲ ਲੜਾ ਕੇ, ਸੋ ਆਪ ਆਰਾਮ ਦੇ ਨਾਲ ਬੈਠ ਕੇ ਕੁਰਸੀਆਂ ਦੇ ਉੱਤੇ ਜਿਹੜੇ ਇਹਨਾਂ ਲੋਕਾਂ ਨੇ ਪੋਲਿਟਿਕਸ ਆ ਉਹ ਕਰਨੀ ਆ। ਪਰ ਇਹ ਆਮ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਨੁਕਸਾਨ ਆ ਹੁਣ ਤੱਕ ਹੋਇਆ, ਔਰ ਅੱਗੇ ਵੀ ਉਹਨਾਂ ਦਾ ਨੁਕਸਾਨ ਆ ਜਿਹੜਾ ਇਹ ਹੁੰਦਾ ਰਹਿਣਾ। ਸੋ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ। ਸੋ ਵਾਈਂਡ ਅਪ ਵੀ ਆਪਾਂ ਨਾ ਕਰਨ ਦਾ ਸਮਾਂ ਆ ਗਿਆ ਜੀ। ਸੋ ਲਾਸਟ ਦੇ ਵਿੱਚ ਕਿਸਾਨੀ ਨੂੰ ਲੈ ਕੇ ਪਹਿਲਾਂ ਤਾਂ ਇਹਨੂੰ ਆਪਾਂ ਵਾਈਂਡ ਅਪ ਕਰੀਏ ਕਿ ਕੀ ਇਹਦਾ ਆਉਣ ਵਾਲਾ ਜਿਹੜਾ ਫਿਊਚਰ ਆ ਜੀ ਉਹ ਹੋਏਗਾ। ਉਸ ਤੋਂ ਬਾਅਦ ਅਗਰ ਕੋਈ ਹੋਰ ਨਿਊਜ਼ ਅਪਡੇਟ ਆਪਾਂ ਕਰਨੀ ਹੈ ਤਾਂ ਕਰਕੇ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ ਅੱਜ ਦਾ ਪ੍ਰੋਗਰਾਮ। ਕਮਲ ਜੀ, ਸਿੱਧੇ ਤੌਰ ਤੇ ਬੜੀ ਸਪਸ਼ਟ ਗੱਲ ਹੈਗੀ ਹੈ। ਦੇਖੋ, ਅੱਜ ਰਾਹੁਲ ਗਾਂਧੀ ਨੇ ਵੀਡੀਓ ਜਾਰੀ ਕਰਕੇ ਕੇਂਦਰ ਸਰਕਾਰ ਤੇ ਲਾਂਘਤਾਂ ਪਾਈਆਂ ਤੇ ਕਿਹਾ ਹੈ ਕਿ ਕਿਸਾਨ ਜਿਹੜੇ ਸੜਕਾਂ ਤੇ ਬੈਠੇ, ਕੇਂਦਰ ਸਰਕਾਰ ਨੂੰ ਸੁਹਿਰਦ ਹੋ ਕੇ ਸੋਚਣਾ ਚਾਹੀਦਾ। ਇਸ ਤੋਂ ਪਹਿਲੇ ਸੋਨੀਆ ਗਾਂਧੀ ਨੇ ਕਿਹਾ। ਸੁਖਬੀਰ ਬਾਦਲ ਥੋੜੀ ਦੇਰ ਪਹਿਲੇ ਪ੍ਰੈਸ ਕਾਨਫਰੰਸ ਕਰਦੇ ਆ, ਉਹਨਾਂ ਨੇ ਕਿਹਾ ਕੈਪਟਨ ਸਾਹਿਬ ਜਿਹੜੇ ਨੇ ਉਹ ਜਿਹੜੇ ਹੈ ਕੇਂਦਰ ਦੇ ਇਸ਼ਾਰਿਆਂ ਦੇ ਉੱਪਰ ਕੰਮ ਕਰ ਰਹੇ ਆ। ਪੰਜਾਬ ਦੇ SSPs ਨੇ, IGs ਨੇ, ਉਹ ਵੀ ਜਦੋਂ ਬੈਠਕ ਹੁੰਦੀ ਹੈ ਉਸ ਦੇ ਹਿੱਸਾ ਲੈ ਰਹੇ ਹੁੰਦੇ। ਆਖਿਰ ਕਿਉਂ, ਕਿਸ ਤਰੀਕੇ ਦੇ ਨਾਲ ਮਤਲਬ ਕਿ ਉੱਥੇ ਗੱਲਬਾਤ ਹੋ ਰਹੀ ਹੈ, ਕਿਉਂ ਜਿਹੜੀ ਸੂਬਾ ਸਰਕਾਰ ਭੇਜਦੀ ਹੈ। ਕੈਪਟਨ ਸਾਹਿਬ ਦਾ ਹੁਣੇ ਬਿਆਨ ਆ ਗਿਆ, ਆਪਣਾ ਸ਼ੋਅ ਚੱਲ ਰਿਹਾ ਸੀਗਾ ਤੇ ਉਸੇ ਦੌਰਾਨ ਕੈਪਟਨ ਸਾਹਿਬ ਦਾ ਵੀ ਜਿਹੜਾ ਪਲਟਵਾਰ ਆ ਗਿਆ ਸੁਖਬੀਰ ਬਾਦਲ ਦੇ ਬਿਆਨ ਦੇ ਉੱਪਰ, ਕਿ ਉਹ ਕਹਿੰਦੇ ਕਿ ਸੁਖਬੀਰ ਬਾਦਲ ਆਪਣਾ ਕੰਮ ਕਰਨ, ਮੇਰਾ ਕੰਮ ਹੈਗਾ ਹੈ ਕਿ ਇੰਟੈਲੀਜੈਂਸ ਵੀ ਗੈਦਰ ਕਰਨੀ ਹੈ ਕਿ ਆਪਣੇ ਸੂਬੇ ਨੂੰ ਜਿਹੜਾ ਹੈ ਸੁਰੱਖਿਅਤ ਰੱਖਣਾ ਹੈ। ਲਿਹਾਜ਼ਾ ਕਿੱਥੇ ਕੀ ਹੋ ਰਿਹਾ ਉਹ ਉਹਨਾਂ ਦਾ ਫਰਜ਼ ਹੈ ਕਿ ਉਹਨਾਂ ਦੇ ਲੋਕ ਬਾਹਰ ਬੈਠੇ ਨੇ ਤੇ ਸਾਰੀ ਇੰਟੈਲੀਜੈਂਸ ਇਨਪੁਟ ਜਿਹੜੀਆਂ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ। ਤੇ ਸੁਖਬੀਰ ਬਾਦਲ ਜਿਹੜਾ ਹੈ ਮਤਲਬ ਕਿ ਆਪਣੇ ਹੋਸ਼ੋ-ਵਾਸ 'ਚ ਗੱਲ ਕਰਨ, ਉਹ ਉਹਨਾਂ ਨੂੰ ਆਪਣੇ ਤਰੀਕੇ ਨਾਲ ਜਵਾਬ ਦੇ ਰਿਹਾ। ਸੋ ਇਹ ਸਿਆਸਤ ਵੀ ਹੁੰਦੀ ਪਈ ਹੈ ਨਾਲੋਂ ਨਾਲ, ਪਰ ਗੱਲ ਇਹ ਹੈਗੀ ਹੈ ਇਸ ਵੇਲੇ ਨਾ ਤਾਂ ਵਿਚੋਲਗੀ ਦੀ ਲੋੜ ਹੈ। ਅਗਰ ਸਰਕਾਰ ਕਹਿੰਦੀ ਕਿ ਅਸੀਂ ਕਿਸਾਨ ਪੱਖੀ ਹੈਗੇ, ਕਿਸਾਨ ਹਿਤੈਸ਼ੀ ਹੈਗੇ ਹੈ, ਤੇ ਕਿਸਾਨਾਂ ਦੇ ਨਾਲ ਮਤਲਬ ਕਿ ਸੁਹਿਰਦ ਹੋ ਕੇ ਗੱਲਬਾਤ ਕਰਨ, ਅੜੀ ਵਾਲੀ ਕੋਈ ਗੱਲਬਾਤ ਨਹੀਂ ਹੈ। ਅਗਰ ਉਹ ਕਹਿਣਗੇ ਕਿਸਾਨ ਅੜੇ ਤਾਂ ਅਸੀਂ ਵੀ ਅੜ ਗਏ, ਫਿਰ ਤੁਹਾਡੇ ਤੇ ਬਾਕੀਆਂ 'ਚ ਕੀ ਫਰਕ ਰਿਹਾ? ਤੁਸੀਂ ਤਾਂ ਲੋਕਾਂ ਦੀ ਕਿਸਾਨ ਹੋ ਨਾ, ਮਤਲਬ ਕਿ ਜਿਹੜੇ ਲੋਕਾਂ ਦੀ ਸਰਕਾਰ ਹੈ। ਤੁਸੀਂ ਕਹਿ ਦਿਓ ਕਿ ਅਸੀਂ ਖੁਦ ਕਿਸਾਨ ਹੈ, ਤੋਮਰ ਸਾਹਿਬ ਕਹਿੰਦੇ ਕਿਸਾਨ ਹੈ, ਮੋਦੀ ਸਾਹਿਬ ਵੀ ਕਈ ਵਾਰ ਕਹਿ ਦਿੰਦੇ ਕਿ ਮੈਂ ਵੀ ਸਾਰਿਆਂ ਦੇ ਨਾਲ ਹੀ ਹੈਗਾ, ਤੁਹਾਡਾ ਹੀ ਹੈਗਾ। ਜੇ ਤੁਸੀਂ ਇੰਨੀ ਗੱਲਬਾਤ ਕਰਦੇ ਹੋ ਤਾਂ ਫਿਰ ਤੁਸੀਂ ਸੁਹਿਰਦ ਹੋ ਕੇ ਡਾਇਰੈਕਟਲੀ ਫੈਸਲਾ ਕਰ ਦਿਓ ਕਿ ਕੋਈ ਦਿੱਕਤ ਨਹੀਂ ਹੈ, ਤੁਸੀਂ ਆਪਣੇ ਘਰਾਂ ਨੂੰ ਜਾਓ, ਅਸੀਂ ਦੇਖ ਲਾਂਗੇ। ਬਿਲਕੁਲ, ਤੁਸੀਂ ਵਿਚੋਲੇ ਦੀ ਗੱਲ ਕਰੀ ਆ ਕਿ ਵਿਚੋਲਾ ਅਗਰ ਪਾਉਣਾ ਤਾਂ ਜਿਹੜੀ ਸਟੇਟ ਹੈਗੀ ਆ, ਉਹ ਸਟੇਟ ਦੇ ਮਿਨਿਸਟਰ ਬੈਠੇ ਨੇ, ਉਹ ਸਟੇਟ ਦੇ CM ਬੈਠੇ ਨੇ। ਸੋ ਤੁਸੀਂ ਉਹਨਾਂ ਨੂੰ ਵਿਚੋਲਾ ਪਾ ਕੇ ਕੋਈ ਨਾ ਕੋਈ ਰਿਜ਼ਲਟ ਕੱਢ ਲਓ। ਸੋ ਆਹ ਵਿਚੋਲਿਆਂ ਦੀ ਬਾਕੀਆਂ ਦੀ ਕੀ ਤੁਹਾਨੂੰ ਜ਼ਰੂਰਤ ਪਈ ਆ? ਸੋ ਜਿਹੜੀਆਂ ਗੇਮਸ ਨੇ ਉਹ ਕਿਤੇ ਨਾ ਕਿਤੇ ਜਾ ਕੇ ਪਲੇ ਹੋ ਰਹੀਆਂ ਨੇ ਪੋਲੀਟੀਕਲੀ ਲੋਕਾਂ ਵੱਲੋਂ। ਸੋ ਇਹੀ ਉਮੀਦ ਕਰਦੇ ਹਾਂ ਜੀ, ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਹਮੇਸ਼ਾ ਹੀ ਇਸ ਪਲੇਟਫਾਰਮ ਦੇ ਜ਼ਰੀਏ ਕਿ ਜਿਹੜਾ ਇਹਦਾ ਸਖਾਵਾਂ ਪੋਜ਼ਿਟਿਵ ਕੋਈ ਰਿਜ਼ਲਟ ਆ ਉਹ ਜ਼ਰੂਰ ਨਿਕਲੇ। ਔਰ ਕੋਸ਼ਿਸ਼ ਕਰੀਦੀ ਹੈ ਸਫਰ TV ਦੇ ਜ਼ਰੀਏ ਕਿ ਤੁਹਾਡੇ ਤੱਕ ਜਿਹੜੀਆਂ ਲੇਟੈਸਟ ਅਪਡੇਟਸ ਨੇ ਸਹੀ ਨਿਰਪੱਖ ਤਰੀਕੇ ਦੇ ਨਾਲ ਪੇਸ਼ ਕਰੀਏ। ਸੋ ਜ਼ਰੂਰ ਕੋਈ ਤੁਹਾਡੀਆਂ ਸੁਜੈਸ਼ਨਸ ਹੁੰਦੀਆਂ ਨੇ ਤਾਂ ਤੁਸੀਂ ਟੈਕਸਟ ਮੈਸੇਜ ਵੀ ਕਰ ਸਕਦੇ ਹੋ। ਪੇਜ ਦੇ ਉੱਪਰ ਜਾ ਕੇ ਵੀ ਸਾਡੇ ਫੋਨ ਨੰਬਰ ਦਿੱਤੇ ਵੀ ਤੁਸੀਂ ਮੈਸੇਜ ਪਾ ਸਕਦੇ ਹੋ, ਪੇਜ ਦੇ ਉੱਪਰ ਵੀ ਮੈਸੇਜ ਆ ਜਿਹੜਾ ਜ਼ਰੂਰ ਪਾ ਸਕਦੇ ਹੋ। ਸੋ ਗੌਰਵ ਜੀ, ਹੋਰ ਕੁਝ ਅਪਡੇਟ ਕਰਨੀ ਹੈ ਜੀ? ਨਹੀਂ ਤਾਂ ਫਿਰ ਆਪਾਂ ਕਰੀਏ ਜੀ ਵਾਈਂਡ ਅਪ ਅੱਜ ਦਾ ਪ੍ਰੋਗਰਾਮ। ਬਿਲਕੁਲ ਜੀ, ਬਸ ਅਸੀਂ ਉਮੀਦ ਤਾਂ ਇਹੀ ਕਰਦੇ ਹਾਂ ਕਿ ਜਲਦੀ ਜਿਹੜਾ ਹੈ ਸੋਲੂਸ਼ਨ ਨਿਕਲੇ। ਤੇ ਅਸੀਂ ਤਾਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਇਨ ਡੈਪਥ ਐਨਾਲਿਸਿਸ ਕਰੀਏ ਕਿ ਆਖਿਰ ਹੋ ਕੀ ਰਿਹਾ। ਜੋ ਅਸੀਂ ਜਿਵੇਂ ਗੱਲਬਾਤ ਕਰਦੇ ਹਾਂ ਤਕਰੀਬਨ ਉਹੀ ਘਟਨਾਕ੍ਰਮ ਅਸੀਂ ਵੇਖਦੇ ਹਾਂ ਹੋ ਵੀ ਰਿਹਾ। ਸਰਕਾਰ ਦੀ ਜਿਹੜੀ ਮੰਸ਼ਾ ਹੈ ਅਜੇ ਤੱਕ ਕਲੀਅਰ ਨਹੀਂ ਹੈਗੀ ਕਿ ਕੀ ਹੈ, ਕਿਉਂਕਿ ਇੱਥੇ ਮਾਈਂਡ ਗੇਮਸ ਖੇਡੀਆਂ ਜਾ ਰਹੀਆਂ। ਸਿੱਧੀ ਜੀ ਗੱਲ ਹੈ, ਮਾਈਂਡ ਗੇਮਸ ਖੇਡੀਆਂ ਜਾ ਰਹੀਆਂ, ਸ਼ਹਿ ਤੇ ਮਾਤ ਦੀ ਗੇਮ ਦਿਖਾਈ ਦੇ ਰਹੀ ਹੈ। ਬਿਲਕੁਲ ਜੀ, ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਵੇਂ ਵੀ ਤੁਸੀਂ ਜੁੜੇ IPTV ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਸੋਮਵਾਰ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤਾਂ ਹੋਣਗੀਆਂ ਜੀ। ਵੀਕਐਂਡ ਤੁਹਾਡਾ ਸਾਰਿਆਂ ਦਾ ਵਧੀਆ ਹੋਵੇ, ਆਪਣੇ ਪਰਿਵਾਰਾਂ ਦੇ ਨਾਲ ਮਨਾਓ। ਤੋ ਅਗੇਨ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।